ਸਤਿ ਸ਼੍ਰੀ ਅਕਾਲ ਜੀ, ਮੈਂ ਸੰਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਸਾਡੇ ਅੱਜ ਦੇ ਸ਼ੋਅ ਦੋ ਗੱਲਾਂ ਦੇ ਵਿੱਚ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡਾ ਮਕਸਦ ਹੁੰਦਾ ਹੈ ਕਿਸੇ ਵਿਸ਼ੇ ਤੇ ਵਿਚਾਰ ਕਰਨਾ ਜਾਂ ਫਿਰ ਤੁਹਾਨੂੰ ਕਿਸੇ ਐਸੀ ਪਰਸਨੈਲਿਟੀ ਦੇ ਰੂਬਰੂ ਕਰਨਾ ਜੋ ਸਾਨੂੰ ਕੁਝ ਸੇਧ ਦੇ ਸਕਣ ਜਾਂ ਸਮਾਜ ਦੇ ਵਿੱਚ ਆਪਣੇ ਪੱਖ ਨੂੰ ਰੱਖ ਸਕਣ। ਤੇ ਅੱਜ ਇਸੇ ਤਰ੍ਹਾਂ ਦੀ ਹੀ ਵਰਸਟਾਈਲ ਪਰਸਨੈਲਿਟੀ ਜਿਹੜੀ ਸਾਡੇ ਦਰਮਿਆਨ ਮੌਜੂਦ ਨੇ, ਸੁਰਿੰਦਰਪਾਲ ਰਾਜਾ ਸੰਸੀ ਜੀ। ਸਤਿ ਸ਼੍ਰੀ ਅਕਾਲ ਮੈਮ। हाँ जी, मैं सुंदरपाल राजा सांसी सारे NRI TV ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਸੁਣਨ ਵਾਲਿਆਂ ਨੂੰ ਪਿਆਰ ਭਰੀ ਨਿੱਘੀ ਜਿਹੀ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ। ਤੇ ਮੈਂ ਸੰਦੀਪ ਜੀ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ, ਆਪਣਾ ਰਜਨੀ ਸੈਣੀ ਜੀ ਦਾ ਤੇ ਪ੍ਰਦੀਪ ਮੈਂਸ ਭਾਜੀ ਦਾ, ਕਿ ਉਹਨਾਂ ਨੇ ਮੈਨੂੰ ਸਾਰੇ ਤੁਹਾਡੇ ਦਰਸ਼ਕਾਂ ਸਰੋਤਿਆਂ ਦੇ NRI TV ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਤੁਹਾਡਾ ਬਹੁਤ ਧੰਨਵਾਦ। ਧੰਨਵਾਦ ਮੈਮ, ਤੁਸੀਂ ਵੀ ਸਮਾਂ ਕੱਢਿਆ ਤੇ ਅੱਜ ਸਾਡੇ ਦਰਮਿਆਨ ਆਏ। ਤੇ ਗੱਲਬਾਤ ਸ਼ੁਰੂ ਕਰਦੇ ਹਾਂ। ਪਹਿਲੇ ਤਾਂ ਮੈਂ ਪੁੱਛਣਾ ਚਾਹਾਂਗੀ ਕਿ ਤੁਹਾਡੇ ਸਫ਼ਰ ਦੀ ਸ਼ੁਰੂਆਤ ਕਿਸ ਤਰ੍ਹਾਂ ਦੀ ਹੋਈ? ਤੁਹਾਡਾ ਪਿਛੋਕੜ, ਫਿਰ ਤੁਹਾਡਾ ਉੱਥੋਂ ਇੰਡੀਆ ਤੋਂ ਕੈਨੇਡਾ ਦੇ ਵਿੱਚ ਆਉਣਾ ਤੇ ਇੱਥੇ ਦਾ ਸਫ਼ਰ। ਮੇਰਾ ਪਿੰਡ ਜੀ ਕਿਸੇ ਜਾਣ ਪਛਾਣ ਦਾ ਮਹਤਾਜ ਨਹੀਂ ਹੈ ਸੰਦੀਪ ਜੀ। ਮੇਰਾ ਪਿੰਡ ਹੈਗਾ ਆ ਪਿੰਡ ਬੋਦਰ ਗਰਨਾ ਸਾਹਿਬ, ਤਹਿਸੀਲ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ, ਜਿੱਥੇ ਦੀ ਮੈਂ ਜੰਮਪਲ ਹਾਂ। ਅਤੇ ਮੇਰੇ ਪਿੰਡ ਦੇ ਵਿੱਚ ਬੜੀਆਂ ਮਾਣਮੱਤੀਆਂ ਸ਼ਖਸੀਅਤਾਂ ਹੋਈਆਂ। ਡਾਕਟਰ MS ਰੰਧਾਵਾ, ਵਾਈਸ ਚਾਂਸਲਰ ਐਗਰੀਕਲਚਰ ਯੂਨੀਵਰਸਿਟੀ ਜਿਹੜੇ ਪਹਿਲੇ ਸੀਗੇ, ਉਹ ਵੀ ਮੇਰੇ ਪਿੰਡ ਦੇ ਸੀ। ਭਾਈ ਦਿਲਬਾਗ ਸਿੰਘ, ਗੁਲਬਾਗ ਸਿੰਘ ਕਲਾਸੀਕਲ ਕੀਰਤਨ ਕਰਦੇ ਨੇ, ਉਹ ਵੀ ਮੇਰੇ ਪਿੰਡ ਦੇ। ਔਰ ਚਰਨ ਸਿੰਘ ਸਫਰੀ, ਉਹਨਾਂ ਦੀਆਂ ਸਾਕਾ ਸਰਹੰਦ ਤੇ ਆਪਣੀਆਂ ਬਹੁਤ ਸਾਰੀਆਂ ਰਚਨਾਵਾਂ ਬੱਚੇ ਬੱਚੇ ਦੀ ਜ਼ੁਬਾਨ 'ਤੇ ਨੇ। ਚਰਨ ਸਿੰਘ ਸਫਰੀ ਮੇਰੇ ਪਿੰਡ ਦੇ। ਔਰ ਇੱਕ ਬੜੀ ਵੱਡੀ ਗੱਲ ਹੈ ਕਿ 6ਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਮੇਰੇ ਪਿੰਡ ਨੂੰ ਆ ਜੀ। ਬਹੁਤ ਵੱਡਾ ਇੱਕ ਧਾਰਮਿਕ ਸਥਾਨ ਆ, ਇਤਿਹਾਸਕ ਗੁਰਦੁਆਰਾ ਹੈ ਸਾਡੇ ਪਿੰਡ ਦੇ ਵਿੱਚ, ਗਰਨਾ ਸਾਹਿਬ ਦੇ ਨਾਂ 'ਤੇ ਜਾਣਿਆ ਜਾਂਦਾ ਜੀ। ਅਤੇ ਉੱਥੇ ਆਪਣੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਵੀ ਉਸ ਗੁਰਦੁਆਰੇ ਦੇ ਵਿੱਚ ਸੇਵਾ ਨਿਭਾ ਚੁੱਕੇ ਆ ਜੀ। ਅਤੇ ਮੇਰਾ ਉਸ ਕਰਮਾਂ ਵਾਲੀ ਨਸੀਬਾਂ ਵਾਲੀ ਧਰਤੀ 'ਤੇ ਜਨਮ ਹੋਇਆ ਅਤੇ ਸਾਨੂੰ ਬੜੇ ਮਾਣ ਵਾਲੀ ਗੱਲ ਆ ਜੀ, ਕਿਉਂਕਿ ਇੱਕ ਗੁੜਤੀ ਦੇ ਵਿੱਚ ਮੇਰੇ ਸਾਰਾ ਕੁਝ ਮਿਲਣਾ, ਜਿਹਦੀਆਂ ਇੰਨੀਆਂ ਵੱਡੀਆਂ ਵੱਡੀਆਂ ਜੋ ਸ਼ਖਸੀਅਤਾਂ ਦੀ ਦੇਣ ਆ ਸਾਡੇ ਪਿੰਡ ਨੂੰ। ਰੰਧਾਵਾ ਸਾਹਿਬ ਦੀਆਂ ਤਾਂ ਕਿਆ ਬਾਤਾਂ, ਉਹਨਾਂ ਨੇ ਉਸ ਸਮੇਂ ਸੰਦੀਪ ਜੀ, ਉਹਨਾਂ ਦੀ ਸੋਚ ਨੂੰ ਸਲਾਮ ਦੇਖੋ। ਉਹਨਾਂ ਨੇ ਉਸ ਵੇਲੇ ਇੱਕ ਨਿਰੋਲ ਲੜਕੀਆਂ ਦਾ ਸਕੂਲ ਸਾਡੇ ਪਿੰਡ ਵਿੱਚ 10ਵੀਂ ਕਲਾਸ ਤੱਕ ਬਣਾਇਆ ਸੀ। ਔਰ 5-7 ਪਿੰਡਾਂ ਦੀਆਂ ਕੁੜੀਆਂ ਉਸ ਸਾਡੇ ਪਿੰਡ ਦੇ ਸਕੂਲ ਪੜ੍ਹਨ ਆਉਂਦੀਆਂ ਸੀ, ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਉਸ ਤਰ੍ਹਾਂ ਸਮਾਂ ਹੀ ਇੱਦਾਂ ਦਾ ਸੀਗਾ ਕਿ ਜਿੱਥੇ ਕੋ ਐਜੂਕੇਸ਼ਨ ਹੁੰਦੇ ਸੀ, ਮੁੰਡੇ ਕੁੜੀਆਂ ਦਾ ਇਕੱਠਾ ਸਕੂਲ ਹੁੰਦਾ ਸੀ, ਤਾਂ ਮਾਪੇ ਕਿਤੇ ਨਾ ਕਿਤੇ ਹਿਚਕਚਾਹਟ ਕਰਦੇ ਸੀਗੇ ਅਤੇ ਉੱਥੇ ਕੁੜੀਆਂ ਨੂੰ ਮੌਕਾ ਨਹੀਂ ਸੀ ਮਿਲਦਾ। ਅਤੇ ਉਹ ਕੁੜੀਆਂ ਦਾ ਸਕੂਲ ਹੋਣ ਕਰਕੇ 10ਵੀਂ ਤੱਕ ਸਾਰੇ ਪਿੰਡਾਂ ਦੀਆਂ ਕੁੜੀਆਂ ਉੱਥੇ ਆਉਂਦੀਆਂ ਸੀ। ਬੜੀ ਵੱਡੀ ਦੇਣ ਆ ਉਹਨਾਂ ਦੀ ਸਾਡੇ ਪਿੰਡ ਨੂੰ ਜੀ, ਉਹਨੇ ਬੜੀ ਵੱਡੀ ਨਰਸਰੀ ਦਿੱਤੀ ਆ। ਅਤੇ ਬਸ ਜ਼ਿੰਦਗੀ ਦਾ ਸਫ਼ਰ ਇੱਦਾਂ ਹੀ ਨਿਰੰਤਰ ਸ਼ੁਰੂ ਹੋ ਗਿਆ ਜੀ। ਫਿਰ ਮੈਂ 10ਵੀਂ ਕਲਾਸ ਤੱਕ ਉੱਥੇ ਪੜ੍ਹਾਈ ਕੀਤੀ ਆਪਣੀ ਪਿੰਡ ਦੇ ਸਕੂਲ। ਫਿਰ ਮੈਂ ਗੁਰੂ ਤੇਗ ਬਹਾਦਰ ਕਾਲਜ ਦਸੂਹਾ ਤੋਂ ਮੈਂ ਆਪਣੀ BA ਦੀ ਪੜ੍ਹਾਈ ਕੀਤੀ। ਫੋਰ ਵੂਮਨ ਸਕੂਲ ਸੀਗਾ। ਅਤੇ ਤੁਹਾਨੂੰ ਪਤਾ ਉਦੋਂ ਜੇ ਕੁੜੀਆਂ ਦਾ ਕਾਲਜ ਹੋਵੇ ਤਾਂ ਕਿਆ ਬਾਤ ਆ, ਫਿਰ ਘਰ ਦੇ ਵੀ ਕਹਿੰਦੇ ਚੰਗਾ ਚਲੇ ਜਾਓ। ਅਤੇ ਹਾਂ, ਫਿਰ ਉੱਥੇ ਹੱਸਣਾ ਕਿ ਬੜਾ ਜ਼ਿਆਦਾ ਕੁੜੀਆਂ ਹੋਈਆਂ ਸੀ, ਖੂਬ ਮਸਤੀ ਕੀਤੀ। ਮੈਂ ਕਾਸ਼ ਕਿਤੇ ਉਹ ਦਿਨ ਕਿਤੇ ਮੈਨੂੰ ਮੁੜ ਕੇ ਮਿਲ ਜਾਣ। ਅਤੇ ਹਰ ਇੱਕ ਬੱਚੀ ਦੀ ਇਹ ਖਾਸ਼ ਹੁੰਦੀ ਆ। ਅਤੇ ਉਸ ਤੋਂ ਬਾਅਦ ਮੈਂ DAV ਕਾਲਜ ਹੁਸ਼ਿਆਰਪੁਰ ਤੋਂ B.Ed ਕੀਤੀ। ਉੱਥੇ ਹੋਸਟਲ 'ਚ ਰਹੀ ਹਾਂ। ਗੌਰਮੈਂਟ ਕਾਲਜ ਟਾਂਡੇ ਤੋਂ ਮੈਂ MA ਕੀਤੀ। ਉਸ ਤੋਂ ਬਾਅਦ ਆਪਣੀ ਕੀਤੀ ਆ ਪੂਰਬੀ ਅਤੇ ਪੱਛਮੀ ਸੱਭਿਅਤਾ ਦੀ ਤੁਲਨਾਤਮਕ ਅਧਿਐਨ 'ਚ ਮੈਂ PhD ਵੀ ਜਾਣ ਕੀਤੀ। ਔਰ ਇੱਥੇ ਇੱਕ ਮਾਣ ਵਾਲੀ ਇਹ ਵੀ ਗੱਲ ਹੈ ਕਿ ਮੈਨੂੰ 2 ਸੋਸ਼ਲ ਵਰਕਰ ਦੇ ਤੌਰ 'ਤੇ ਸੋਸ਼ਲ ਕਮਿਊਨਿਟੀ ਸਰਵਿਸਿਜ਼ 'ਤੇ ਮੈਨੂੰ RT ਯੂਨੀਵਰਸਿਟੀ ਅਮਰੀਕਾ ਅਤੇ ਰਾਇਲ ਅਮਰੀਕਨ ਯੂਨੀਵਰਸਿਟੀ ਨੇ ਇੱਕ ਆਨਰਲ ਡਿਗਰੀ ਵੀ PhD ਦੀ ਮੈਨੂੰ ਮਿਲੀ ਜੀ। ਅਤੇ ਬੜਾ ਪਰਮਾਤਮਾ ਦੀ ਬੜੀ ਕਿਰਪਾ ਰਹੀ ਆ। ਅਤੇ ਬਾਕੀ ਸਫ਼ਰ ਜ਼ਿੰਦਗੀ ਦਾ ਬਹੁਤ ਜ਼ਿਆਦਾ ਗਮਗੀਨ ਵੀ ਰਿਹਾ ਕਿ ਮੈਂ ਬਦਨਸੀਬੀ ਕਹੂੰਗੀ ਕਿ 2 ਸਾਲ ਦੀ ਸੀ ਕਿ ਮੇਰੀ ਮਾਤਾ ਜੀ, ਮੇਰੀ ਮਾਂ ਦਾ ਪਿਆਰ ਮੈਨੂੰ ਨਹੀਂ ਮਿਲਿਆ। ਮੇਰੀ ਮਾਂ ਦਾ ਸਾਥ ਛੁੱਟ ਗਿਆ। ਮੇਰੀ ਮਾਂ ਸੰਸਾਰ ਛੱਡ ਕੇ ਚਲੀ ਗਈ। ਔਰ ਸਾਡੇ ਫਾਦਰ ਸਾਹਿਬ, ਮੇਰੇ ਪਿਤਾ ਜੀ ਨੇ ਸਾਨੂੰ ਪਾਲਿਆ, ਵੱਡੇ ਕੀਤਾ। ਬੜੀ ਜੰਗ ਏਜ ਵਿੱਚ ਸੀਗੇ ਮੇਰੇ ਫਾਦਰ, ਜਵਾਨੀ ਦੀ ਉਮਰ 'ਚ। ਉਹਨਾਂ ਨੇ ਦੂਜਾ ਵਿਆਹ ਤੱਕ ਨਹੀਂ ਕੀਤਾ। ਉਹਨਾਂ ਨੇ ਕਿਹਾ ਮੇਰੀਆਂ ਧੀਆਂ, ਇਹ ਮੇਰੇ ਪੁੱਤ। ਅਤੇ ਉਹਨਾਂ ਨੇ ਬਹੁਤ ਜ਼ਿਆਦਾ ਸਾਨੂੰ ਲਾਡ ਲਡਾਇਆ। ਔਰ ਮੇਰੇ ਜੋ ਕੁਛ ਵੀ ਹੈ ਅੱਜ ਮੈਂ ਆਪਣੇ ਬਾਪੂ ਦੇ ਕਰਕੇ ਹੀ ਹਾਂ।
ਔਰ ਮੇਰੇ ਜਿਹੜੇ ਫਾਦਰ ਸਾਹਿਬ ਸੀਗੇ ਉਹਨਾਂ ਨੇ ਕਦੀ ਵੀ ਸਾਨੂੰ ਮਾਂ ਦੀ ਕਮੀ ਨਹੀਂ ਪੇਸ਼ ਹੋਣ ਦਿੱਤੀ ਸੀਗੀ ਤੇ ਉਹਨਾਂ ਨੇ ਬੜੀਆਂ ਚੰਗੇ ਸਾਨੂੰ ਸੰਸਕਾਰ ਦਿੱਤੇ ਔਰ ਉਹਨਾਂ ਨੇ ਇਹ ਵੀ ਕਹਿਣਾ ਕਿ ਬੇਟਾ ਤੁਸੀਂ ਇੱਦਾਂ ਕਰੋ ਕਿ ਇੱਕ ਦਿਨ ਤਾਂ ਕੁੜੀਆਂ ਚਾਹ ਦਾ ਕੱਪ ਪਿਆ ਦਿੰਦੀਆਂ, ਲਓ ਪੈਸੇ ਤੇ ਤੁਸੀਂ ਇੱਦਾਂ ਕਰਨਾ ਕੁੜੀਆਂ ਨੂੰ ਚਾਹ ਵੀ ਪਿਲਾਉਣੀ ਤੇ ਸਮੋਸੇ ਵੀ ਖਿਲਾਉਣੇ। ਤੇ ਉਹਨਾਂ ਨੇ ਮੈਨੂੰ ਕਹਿਣਾ ਐਚ ਵੀ ਤੂੰ ਤਾਂ ਰੋਰੀ ਸਾਨੂੰ ਚਾਹ ਪਿਲਾਉਣੀ। ਮੈਂ ਕਿਹਾ ਮੇਰਾ ਡੈਡੀ ਬਹੁਤ ਪੈਸੇ ਦਿੰਦਾ, ਤੁਸੀਂ ਖਾਓ ਹਨਾ। ਤੇ ਡੈਡ ਨੇ ਬੜਾ ਚੰਗੀ ਤਰ੍ਹਾਂ ਸਾਨੂੰ ਦੱਸਿਆ, ਸੱਭਿਆਚਾਰ ਵਿਰਸਾ ਸਭ ਕੁਝ ਸਿਖਾਇਆ। ਔਰ ਉਹਨਾਂ ਨੇ ਇੱਕ ਗੱਲ ਹੀ ਕਹੀ ਜ਼ਿੰਦਗੀ 'ਚ, ਬੇਟਾ ਜੇ ਤੇਰੇ ਘਰੇ ਕੋਈ ਮੰਗਣ ਵੀ ਆ ਗਿਆ ਨਾ ਤਾਂ ਜੇ ਤੇ ਕੋਈ 20 ਰੁਪਏ $20 ਆ ਤਾਂ 10 ਤੂੰ ਰੱਖ ਲਈ, 10 ਉਹਨੂੰ ਦੇ ਦੇ। ਕੋਈ ਬੜਾ ਉਮੀਦ ਲੈ ਕੇ ਆਉਂਦਾ ਹੈ ਨਾ। ਤੇ ਇੱਕ ਮੇਰੇ ਬਸ ਉਹਨਾਂ ਨੇ ਬਹੁਤ ਕੁਝ ਜੋ ਕੁਝ ਮੈਂ 8ਵੀਂ ਜਮਾਤ ਵਿੱਚ ਪੜ੍ਹਦੇ ਲਿਖਣਾ ਸ਼ੁਰੂ ਕੀਤਾ। ਪਹਿਲੀ ਕਵਿਤਾ ਮੈਂ ਆਪਣੀ ਮਾਂ 'ਤੇ ਹੀ ਲਿਖੀ। ਔਰ ਜਿਹੜਾ ਲਿਖਣਾ ਹੁੰਦਾ ਹੈਗਾ ਉਹ ਇੱਕ ਪਰਮਾਤਮਾ ਦੀ ਬਖਸ਼ਿਸ਼ ਹੀ ਹੁੰਦੀ ਆ। ਮੈਂ ਆਪਣੇ ਆਪ ਨੂੰ ਗੋਡ ਗਿਫਟ ਵੀ ਸਮਝਦੀ ਆ। ਕਦੀ ਆਪਣੇ ਆਪ ਹੀ ਇੱਕ ਬੇਵਜੇ ਆਉਂਦੀ ਆ ਤੇ ਕੋਈ ਸਮਾਂ ਨਹੀਂ ਹੁੰਦਾ ਲਿਖਣ ਦਾ। ਤੇ ਜਿਸ ਤਰ੍ਹਾਂ ਕੋਈ ਦਿਮਾਗ ਦੇ ਵਿੱਚ ਪਰਮਾਤਮਾ ਕੁਛ ਨਾ ਕੁਝ ਭੇਜ ਦਿੰਦਾ, ਇੱਕ ਲਹਿਰ ਜੀ ਆਉਂਦੀ ਆ ਤੇ ਉਸ ਨਾਲ ਲਿਖ ਲਈਦਾ ਜੋ ਵੀ ਕੋਈ ਪਰਮਾਤਮਾ ਕਰੇ ਜੀ। ਤੇ ਬਸ ਜ਼ਿੰਦਗੀ ਦਾ ਸਫ਼ਰ ਤੁਹਾਨੂੰ ਪਤਾ ਉੱਥੇ ਕੁੜੀਆਂ ਇੰਨੀਆਂ ਪਲੰਘਾਂ ਨਹੀਂ ਪੁੱਟ ਸਕਦੀਆਂ ਤੇ ਬਹੁਤ ਕੁਝ ਕਰਨਾ ਚਾਹੁੰਦੀਆਂ ਹੁੰਦੀਆਂ ਹਨਾ ਜ਼ਿੰਦਗੀ 'ਚ। ਤੇ ਕਿਤੇ ਉਹਨਾਂ ਜ਼ਮਾਨਿਆਂ ਦੇ ਵਿੱਚ ਮੌਕਾ ਨਹੀਂ ਸੀ ਮਿਲਦਾ, ਰੋਕ ਟੋਕ ਵੀ ਬੜੀ ਹੁੰਦੀ ਸੀ, ਕੁੜੀਆਂ ਨਿਕਲਣੇ ਨਹੀਂ ਜਾਣਾ, ਇੱਥੇ ਉਹ ਨਹੀਂ ਕਰਨਾ, ਆਹ ਨਹੀਂ ਕਰਨਾ ਹਨਾ। ਤੇ ਮਨ 'ਚ ਬਲਬਲੇ ਬੜੇ ਹੁੰਦੇ ਸੀਗੇ। ਪਰ ਉਸ ਤੋਂ ਬਾਅਦ ਮੈਂ ਜਦੋਂ ਆਪਣੀ ਪੜ੍ਹਾਈ ਡਨ ਕੀਤੀ ਤੇ ਮੈਨੂੰ ਉੱਥੇ ਗੁਰੂ ਨਾਨਕ ਪਬਲਿਕ ਸਕੂਲ ਦੇ ਵਿੱਚ ਨਾ ਮੈਨੂੰ ਆਪਣੀ ਵਾਈਸ ਪ੍ਰਿੰਸੀਪਲ ਦੀ ਜੌਬ ਮਿਲ ਗਈ। ਤੇ ਮੈਂ ਉੱਥੇ ਉਦੋਂ ਵੀ ਪੜ੍ਹਦੀ ਹੁੰਦੀ ਸੀ। ਤਾਂ ਮੈਂ ਅੱਜ ਜ਼ਿਕਰ ਜ਼ਰੂਰ ਕਰਨਾ ਚਾਹੁੰਦੀ ਹਾਂ ਕਿ ਮੇਰੇ ਉਸਤਾਦ ਹੁੰਦੇ ਸੀ ਗਜ਼ਲ ਗੋ ਉਲਫਤ ਬਾਜਵਾ ਜੀ। ਉਹਨਾਂ ਦਾ ਕਿਸੇ ਜਾਣ ਪਛਾਣ ਦੇ ਮੁਤਾਬਕ ਨਹੀਂ 2008 'ਚ ਉਹ ਇਹ ਫਾਨੀ ਸੰਸਾਰ ਨੂੰ ਛੱਡ ਗਏ ਤੇ ਉਹਨਾਂ ਤੋਂ ਸਿੱਖਣ ਦਾ ਮੌਕਾ ਮਿਲਿਆ। ਔਰ ਮੇਰੇ ਲਈ ਬੜੀ ਮਾਣ ਵਾਲੀ ਗੱਲ ਸੀ, ਉਹਨਾਂ ਨੇ ਜਲੰਧਰ ਆਪਣਾ ਸੀਗਾ ਆਲ ਇੰਡੀਆ ਰੇਡੀਓ ਤੇ ਆਪਣੇ ਡਾਕਟਰ ਜਗਤਾਰ, ਪ੍ਰੋਫੈਸਰ ਦਦਾਰ ਸਿੰਘ ਦਦਾਰ, ਦੀਪਕ ਜਤੋਈ ਸਾਹਿਬ, ਧਵਨ, ਉਲਫਤ ਬਾਜਵਾ ਜੀ, ਤਰਸੇਮ ਸਿੰਘ ਸਫਰੀ, SS ਮੀਸ਼ਾ ਜੀ। ਔਰ ਤੁਸੀਂ ਉਹਨਾਂ ਨੇ ਮੈਨੂੰ ਬਰਾਬਰ ਬਿਠਾ ਕੇ ਮੁਸ਼ਾਇਰੇ 'ਚ ਮੇਰੀ ਲਿਖੀ ਹੋਈ ਗਜ਼ਲ ਪੜ੍ਹਾਈ। ਕਹਿੰਦੇ ਕੁੜੀਏ ਤੂੰ ਇਹ ਗਜ਼ਲ ਪੜ੍ਹਨੀ ਆ। ਔਰ ਉਹ ਮੇਰੀ ਜ਼ਿੰਦਗੀ ਦੇ ਖੂਬਸੂਰਤ ਪਲ ਤੇ ਉਹ ਸਮਾਂ ਮੈਂ ਕਦੀ ਜ਼ਿੰਦਗੀ 'ਚ ਭੁਲਾ ਨਹੀਂ ਸਕਦੀ ਕਿ ਮੇਰੇ ਉਸਤਾਦ ਜੀ ਨੇ ਮੈਨੂੰ ਬਰਾਬਰ ਇੰਨੀਆਂ ਮਾਣਯੋਗ ਸ਼ਖਸੀਅਤਾਂ ਦੇ ਨਾਲ ਬਰਾਬਰ ਬਿਠਾ ਕੇ ਮੈਨੂੰ ਗਜ਼ਲ ਪੜ੍ਹਨੇ ਦਾ ਮੁਸ਼ਾਇਰੇ 'ਚ ਮੌਕਾ ਦਿੱਤਾ। ਔਰ ਫਿਰ ਮੇਰੀਆਂ ਕਿਤਾਬ ਵੀ ਉਹਨਾਂ ਦੀ ਰੂਹ ਦੇ ਬੋਲ ਜਿਹੜਾ ਮੇਰਾ ਗਜ਼ਲ ਸੰਗ੍ਰਹਿ ਸੀ ਉਹਦਾ ਮੁੱਖ ਬੰਦ ਲਿਖਿਆ। ਔਰ ਮੇਰੇ ਲਈ ਬੜੀ ਮਾਣ ਵਾਲੀ ਗੱਲ ਵੀ ਸੀਗੀ ਹੈ ਨਾ। ਕਿਉਂਕਿ ਕਈ ਵਾਰ ਹੁੰਦਾ ਹੈ ਕਿ ਇਨਸਾਨ ਜਦੋਂ ਪੈੜ ਪੁੱਟਦਾ ਹੈ ਤੇ ਕੋਈ ਸਹਾਰਾ ਦੇਵੇ, ਹੌਸਲਾ ਦੇਵੇ ਤੇ ਸਾਡੇ ਕਦਮ ਅਗਾਂਹ ਹੀ ਅਗਾਂਹ ਵੱਧਦੇ ਜਾਂਦੇ ਨੇ। ਤੇ ਕਿਤੇ ਨਾ ਕਿਤੇ ਇਸ ਮਾਮਲੇ ਵਿੱਚ ਤੁਸੀਂ ਖੁਸ਼ਕਿਸਮਤ ਰਹੇ ਕਿ ਸਹਾਰਾ ਦੇਣ ਵਾਲੇ, ਸਮਝਾਉਣ ਵਾਲੇ ਤੇ ਰਾਹ ਖੋਲਣ ਵਾਲੇ ਤੁਹਾਨੂੰ ਮਿਲੇ, ਜਿਨ੍ਹਾਂ ਨੇ ਤੁਹਾਡੇ ਲਈ ਦਰਵਾਜ਼ੇ ਖੁੱਲੇ ਰੱਖੇ ਤੇ ਅੱਗੇ ਵਧਦੇ ਗਏ। ਤੇ ਬਿਲਕੁਲ ਜੀ। ਉਸ ਤੋਂ ਬਾਅਦ ਇਹ ਹੁੰਦਾ ਕਿ ਭਾਵੇਂ ਕਿਤੇ ਨਾ ਕਿਤੇ ਮਾਂ ਦੇ ਵਿਛੋੜੇ ਦਾ ਸਦਮਾ ਸੀ, ਕਿਤੇ ਉਹਨਾਂ ਦੀ ਘਾਟ ਸੀ, ਇਹ ਕਿਤੇ ਨਾ ਕਿਤੇ ਦੁੱਖ ਵੀ ਜ਼ਿੰਦਗੀ 'ਚ ਆਏ, ਗਮੀਆਂ ਵੀ ਦੇਖੀਆਂ, ਖੁਸ਼ੀਆਂ ਵੀ ਦੇਖੀਆਂ। ਔਰ ਉਹਨਾਂ ਨੂੰ ਇੱਕ ਸੰਤੁਲਨ ਬਣਾ ਕੇ ਚੱਲਣਾ ਜਿਹੜਾ ਹੁੰਦਾ ਇਨਸਾਨ ਦਾ ਬਹੁਤ ਜ਼ਿਆਦਾ ਉਸ ਨਾਲ ਮੁਸ਼ਕਲਾਂ ਦਾ ਸਾਹਮਣਾ ਵੀ ਇਨਸਾਨ ਨੂੰ ਕਰਨਾ ਪੈਂਦਾ। ਤੇ ਬਸ ਇੱਦਾਂ ਚੱਲਦੇ ਜੀ ਫਿਰ 4 ਸਾਲ ਲਈ ਉੱਥੇ ਪੜ੍ਹਾਇਆ। ਤੇ ਬਸ ਫਿਰ ਜਿੱਥੇ ਕਹਿੰਦੇ ਹੁੰਦੇ ਦਾਣੇ ਉੱਥੇ ਖਾਣੇ ਆ। ਤੇ ਵਿੱਚ ਇੱਦਾਂ ਦਾ ਸੰਯੋਗ ਬਣ ਗਿਆ ਕਿ ਫਿਰ ਮੈਂ 88 ਦੇ ਵਿੱਚ ਮੈਂ ਉਡਾਰੀ ਮਾਰੀ ਇੰਡੀਆ ਤੋਂ, ਭਾਰਤ ਤੋਂ, ਤੇ ਮੈਂ ਕੈਨੇਡਾ ਆ ਗਈ। ਮੇਰਾ ਕਿਚਨਰ ਗੁਰਦੁਆਰੇ ਮੇਰਾ ਵਿਆਹ ਹੋਇਆ ਸੀ 1988 ਦੇ ਵਿੱਚ। 1988 ਵਿੱਚ ਮੈਂ ਜੂਨ 15 ਨੂੰ ਆਈ ਸੀ। ਤੋਂ ਹਫ਼ਤੇ ਕੁ ਬਾਅਦ ਮੇਰਾ ਵਿਆਹ ਹੋਇਆ। ਔਰ ਮੈਂ ਬਹੁਤ ਜ਼ਿਆਦਾ ਪਰਮਾਤਮਾ ਦੀ ਸ਼ੁਕਰਗੁਜ਼ਾਰ ਹਾਂ। ਔਰ ਮੈਂ 34 ਸਾਲ ਦੀ ਜ਼ਿੰਦਗੀ, 3 ਦਹਾਕਿਆਂ ਤੋਂ ਵੱਧ ਦੀ ਜ਼ਿੰਦਗੀ ਜਿਹੜੀ ਆ ਉਹ ਕਿਚਨਰ ਦੇ ਵਿੱਚ ਮੈਂ ਬਤੀਤ ਕੀਤੀ। 28 ਸਾਲ ਅਸੀਂ ਉੱਥੇ ਰਹੇ, 7 ਸਾਲ ਸਾਨੂੰ ਬਰੈਂਪਟਨ ਆਇਆਂ ਨੂੰ ਹੋ ਗਏ ਨੇ। ਔਰ ਬਹੁਤ ਵਧੀਆ ਮੈਂ ਇੱਥੇ ਆ ਕੇ ਵੀ ਸੰਘਰਸ਼ ਕੀਤਾ। ਮੈਂ ਆਪਣੇ ਸੰਘਰਸ਼ ਦੀ ਇੱਕ ਛੋਟੀ ਜਿਹੀ ਤੁਹਾਡੇ ਨਾਲ
ਇੱਕ ਸਾਂਝ ਪਾਉਣਾ ਚਾਹੁੰਦੀ ਹਾਂ, ਤਾਂ ਕਿ ਜਿਹੜੀਆਂ ਆਉਣ ਵਾਲੀਆਂ ਮੇਰੀਆਂ ਬੱਚੀਆਂ ਉੱਥੋਂ ਪੜ੍ਹ ਕੇ ਆਉਂਦੀਆਂ ਉਹਨਾਂ ਨੂੰ ਕਿਤੇ ਨਾ ਕਿਤੇ ਮੇਰਾ ਸੁਨੇਹਾ, ਇਹ ਜਿਹੜੀ ਮੇਰੀ ਗੱਲ ਕਹੀ ਹੋਈ ਆ, ਜੇ ਉਹਨੂੰ ਸੁਣ ਲੈਣ ਤਾਂ ਆਪਣੇ ਆਉਣ ਵਾਲੇ ਭਵਿੱਖ ਨੂੰ ਬਹੁਤ ਵਧੀਆ ਤੇ ਉਜਲਾ ਬਣਾ ਸਕਦੀਆਂ। ਜਦੋਂ ਮੈਂ ਵੀ ਆਈ ਸੀ, ਮੈਂ ਉੱਥੋਂ ਐਮਏ ਬੀਐਡ ਕਰਕੇ ਆਈ ਔਰ ਮੈਂ ਟੀਚਰ ਸੀਗੀ, ਔਰ ਜਦੋਂ ਮੈਂ ਇੱਥੇ ਆਈ ਤੇ ਓਬਵੀਅਸਲੀ ਉਦੋਂ ਜ਼ਮਾਨਾ ਇਹ ਸੀਗਾ ਕਿ ਕੰਮ ਕਰਨਾ ਪੈਂਦਾ ਸੀ ਤੁਹਾਨੂੰ। ਖੈਰ ਮੈਂ ਕੰਮ ਤੇ ਗਈ ਔਰ $3.75 ਮਿਲਦੇ ਹੁੰਦੇ ਸੀ 1 ਘੰਟੇ ਦੇ, ਔਰ ਉਹ ਵੀ ਕੁਦਰਤੀ ਕੋਈ ਕੰਮ ਕਰਦਾ ਤਾਂ ਮਨ ਚਾਹਤੇ ਨਹੀਂ ਸੀ। ਮੇਰੇ ਹਸਬੈਂਡ ਦੀ ਬੜੀ ਅੱਛੀ ਜੌਬ ਸੀ GM ਦੀ ਕੰਪਨੀ 'ਚ, ਜਨਰਲ ਮੋਟਰ ਦੀ 'ਚ, ਤੇ ਉਹ ਉਹਨਾਂ ਦੇ ਫਰੈਂਡ ਦੀ ਇੱਕ ਨਾ ਕੰਪਨੀ ਹੁੰਦੀ ਸੀਗੀ, ਫੈਕਟਰੀ ਸੀ ਲੁਧਿਆਣੇ ਤੋਂ ਸੀ, ਔਰ ਉਹ ਕਹਿੰਦੇ ਵੀ ਚਲੋ ਨਾਲੇ ਇਹਨਾਂ ਨੂੰ ਬਾਹਰ ਨਿਕਲਣ ਦਾ ਪਤਾ ਲੱਗ ਜਾਊਗਾ ਤੇ ਨਾਲੇ ਇਹਨਾਂ ਨੂੰ ਆਪਣਾ ਪਤਾ ਲੱਗੂ ਕਿ ਕਿਵੇਂ ਕੈਨੇਡਾ 'ਚ ਕੀ ਕੁਝ ਚੱਲਦਾ। ਤੇ ਚਲੋ ਮੈਂ ਉੱਥੇ ਕੰਮ ਤੇ ਗਈ ਔਰ ਮੈਂ ਬੜਾ ਔਖਾ ਹੋਇਆ ਮੈਨੂੰ, ਤੇ ਬਸ ਵੀ ਨਹੀਂ ਚਲੋ ਮੇਰੇ ਹਸਬੈਂਡ ਕੰਮ ਤੇ, ਮੈਂ ਪੁੱਛ ਕੇ ਵਾਪਸ ਵੀ ਘਰੇ ਪਹੁੰਚ ਗਈ। ਤੇ ਤੁਹਾਨੂੰ ਪਤਾ ਭਾਵੇਂ ਉੱਥੇ ਅਸੀਂ ਮਾਸਟਰ ਕਰੇ ਆ, ਬੀਐਡ ਕਰੇ ਆ, ਅਸੀਂ ਜਿਹੜਾ ਸਾਡਾ ਇੰਗਲਿਸ਼ ਸਪੀਕਿੰਗ ਆ, ਇੰਗਲਿਸ਼ 'ਚ ਬੋਲਣਾ, ਅੰਗਰੇਜ਼ੀ 'ਚ ਗੱਲਬਾਤ ਕਰਨਾ, ਉੱਥੇ ਪਿੰਡਾਂ 'ਚ ਤਾਂ ਕੋਈ ਜਾਂ ਸ਼ਹਿਰਾਂ 'ਚ ਬਹੁਤੇ ਅੰਗਰੇਜ਼ੀ 'ਚ ਤਾਂ ਕੋਈ ਬੋਲਦਾ ਨਹੀਂ ਹੁੰਦਾ। ਉਦੋਂ ਫਿਰ ਭਾਵੇਂ ਅਸੀਂ ਇੰਨਾ ਪੜ੍ਹ ਲਿਖ ਕੇ ਆਏ ਸੀ, ਪਰ ਹੌਲੀ ਹੌਲੀ ਮੈਂ ਕੋਈ ਸਕੂਲ ਤਾਂ ਨਹੀਂ, ਪਰ ਮੇਰੇ ਨੇਬਰ ਸੀਗੇ ਬੜਾ ਅੱਛਾ, ਮੈਂ ਬੜੀ ਅੱਛੀ ਵਧੀਆ ਮੈਂ ਉਹਨਾਂ ਨਾਲ ਸ਼ਬਦਾਂ ਦਾ ਆਦਾਨ ਪ੍ਰਦਾਨ ਕਰਕੇ ਕਰ ਲਿਆ। ਔਰ ਮੈਂ ਆਪਣੇ ਆਪ ਨੂੰ ਨਾ ਉੱਥੇ ਮਹਿਸੂਸ ਕੀਤਾ ਕਿ ਮੈਂ ਸੋਚਿਆ ਕਿ ਮੇਰੇ ਹੱਥਾਂ ਤੇ ਨਾ ਛਾਲੇ ਪੈ ਗਏ, ਉਹ ਨਾ ਸਕਰੂ ਡਰਾਈਵਰ ਬਣਦੇ ਸੀ ਜੀ, ਉਹ 'ਚ ਬੇਟਸ ਪਾਉਂਦੇ ਸੀਗੇ, ਤੇ ਮੈਂ ਕਿਹਾ ਇਹ ਤਾਂ ਕੰਮ ਬੜਾ ਔਖਾ। ਤੇ ਫਿਰ ਨਾ ਇੱਕ ਲੇਡੀ ਹੋਰ ਸੀਗੀ ਉੱਥੇ ਕੰਮ ਕਰ ਰਹੀ ਸੀ ਜੀ, ਉਹ ਜ਼ਿਆਦਾ ਪੜ੍ਹੀ ਲਿਖੀ ਨਹੀਂ ਸੀ, ਤੇ ਉਹ ਗਿਣਤੀ ਕਰ ਕਰਕੇ ਨਾ ਉਹਨੂੰ ਗਿਣਨਾ ਵੀ ਨਹੀਂ ਸੀ ਤਕਰੀਬਨ ਆਉਂਦਾ। ਤੇ ਉਹਨੂੰ ਮੈਂ ਕਿਹਾ ਇੱਕ ਪੇਪਰ ਤੇ ਕਿਹਾ ਇੱਦਾਂ ਲਾਈਨਾਂ 5 ਪਾ ਲਾ, ਤੇ ਤੂੰ ਬਸ ਨਾ 5 ਸਕਰੂ ਡੱਬੇ 'ਚ ਪਾ ਦੇ, ਤਾਂ ਦੈਨ ਉਹਨੂੰ ਕੱਟ ਦੇ, ਤੇ ਐਂਡ ਤੇ ਮੈਂ ਸਾਰਾ ਕਾਊਂਟ ਕਰ ਦੂੰ ਸਭ ਦਾ। ਤੇ ਫਿਰ ਮੈਂ ਸੋਚਿਆ ਵੀ ਇਹਨੂੰ ਵੀ 375 ਮਿਲਦੇ, ਮੈਨੂੰ ਵੀ, ਪਰ ਮੇਰੇ ਫਾਦਰ ਸਾਹਿਬ ਨੇ, ਮੇਰੇ ਪਿਤਾ ਜੀ ਨੇ ਮੈਨੂੰ 17 ਸਾਲ ਉਹਨੇ ਪੜ੍ਹਾਇਆ, ਪਰ ਮੈਂ ਕਿਤੇ ਨਾ ਕਿਤੇ ਉਹਨਾਂ ਦੀ ਮਿਹਨਤ ਨੂੰ ਬੇਇਨਸਾਫੀ ਹੋ ਰਹੀ ਆ ਨਾ। ਤੇ ਮੈਂ ਸੋਚਿਆ ਕਿ ਮੈਂ ਪਤਾ ਥੋੜੀ ਦੇਰ ਹੀ ਕੰਮ ਕਰਨਾ, ਫਿਰ ਮੈਂ ਕੰਮ ਤੇ ਨਹੀਂ ਆਉਣਾ ਇੱਥੇ, ਕੋਈ ਮੈਂ ਆਪਣਾ ਕੁਝ ਪੜ੍ਹ ਕੇ ਕੰਮ ਕਰਾਂਗੀ। ਤੇ ਉਹ ਤੋਂ ਬਾਅਦ ਨਾ ਮੈਂ ਐਕਚੁਅਲੀ ਜਿਹੜੇ ਬੱਚੇ ਨੇ ਜਨਮ ਲੈਣਾ ਹੁੰਦਾ ਲੈ ਲੈਂਦਾ, ਤੇ ਮੈਂ ਪ੍ਰੈਗਨੈਂਟ ਹੋ ਗਈ, ਤੇ ਮੇਰੇ ਜਦੋਂ ਫਿਰ ਮੈਂ ਕਿਹਾ ਵੀ ਥੋੜੀ ਦੇਰ ਕੰਮ ਕਰਨਾ ਪੈਣਾ, ਉਦੋਂ ਹੁਣ ਤਾਂ 1 ਸਾਲ 1.5 ਸਾਲ ਦੀ ਛੁੱਟੀ ਮਿਲ ਜਾਂਦੀ, ਮੈਟਰਨਿਟੀ ਲੀਵ ਉਦੋਂ 6 ਮਹੀਨੇ ਦੀ ਮਿਲਦੀ ਜੀ। ਤੇ ਮੈਂ ਉੱਥੇ ਚਲੋ ਉਨੀ ਦੇਰ ਮੈਂ ਸਮਾਂ ਕੱਢਿਆ, ਤੇ ਫਿਰ ਮੈਂ ਕਿਹਾ ਕਿ ਮੈਂ ਤਾਂ ਕੰਮ ਤੇ ਨਹੀਂ ਜਾਣਾ। ਇੱਕ ਮੇਰੀ ਹੋਰ ਸਹੇਲੀ ਸੀ, ਫਰੈਂਡ ਸੀ ਕਾਫੀ, ਤੇ ਅਸੀਂ ਕਿਹਾ ਪਏ ਕਿ ਕਿਉਂ ਨਾ ਵੀ ਅਸੀਂ ਇੱਥੇ ਕੁਝ ਪੜ੍ਹੀਏ, ਤਾਂ ਜੇ ਫੈਕਟਰੀ ਜੋਗੇ ਹੀ ਰਹਿ ਜਾਵਾਂਗੇ ਅਸੀਂ, ਜੇ ਫੈਕਟਰੀ 'ਚ ਕੰਮ ਕੀਤਾ ਸਾਰੀ ਜ਼ਿੰਦਗੀ ਲਾਲਚ ਹੀ ਪਿਆ ਰਹਿਣਾ, ਘੰਟਿਆਂ ਦੇ ਕਿੰਨੇ ਪੈਸੇ ਮਿਲਦੇ ਕੀ ਆ, ਜਰਮਾ ਤੱਕ ਸੀਮਾ 'ਚ ਲੱਗੇ ਰਹਿਣਾ, ਤੇ ਬਸ ਆਪਾਂ ਕੁਝ ਆਪਣੇ ਆਪ ਨੂੰ ਭਵਿੱਖ ਨੂੰ ਚੰਗਾ ਨਹੀਂ ਬਣਾ ਸਕਾਂਗੇ। ਉਹ ਤੋਂ ਬਾਅਦ ਮੈਂ ਸਰੋਤਿਆਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੀ ਕਿ ਆਪਾਂ ਬੱਸ ਲੈ ਕੇ ਮਿਨਿਸਟਰੀ ਆਫ ਐਜੂਕੇਸ਼ਨ ਦੇ ਪਹੁੰਚੇ ਟਾਂਟੋ, ਮੈਂ ਤਾਂ ਮੇਰੀ ਫਰੈਂਡ, ਔਰ ਉਹਨਾਂ ਉੱਥੇ ਜਾ ਕੇ ਅਸੀਂ ਗੱਲਬਾਤ ਕੀਤੀ ਕਿ ਸਾਡੇ ਕੋਲ ਸਰਟੀਫਿਕੇਟ ਨੇ, ਇੰਨੀ ਸਾਡੀ ਐਜੂਕੇਸ਼ਨ ਆ, ਵੀ ਸਾਨੂੰ ਕੀ ਕਰਨਾ ਚਾਹੀਦਾ। ਤੇ ਮੈਨੂੰ ਪਤਾ ਕਿ ਫਿਰ ਅਸੀਂ ਉੱਥੋਂ ਜਦੋਂ ਗਏ ਆ, ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਜਿਹੜੀ ਤੁਹਾਡੀ ਡਿਗਰੀ ਹੈ ਉਹਨਾਂ ਦੀ ਵੈਲੂਏਸ਼ਨ ਕਰਾਓ, ਫਿਰ ਅਸੀਂ ਤੁਹਾਨੂੰ ਦੱਸਾਂਗੇ ਤੁਹਾਨੂੰ ਕਿੰਨੀ ਪੜ੍ਹਾਈ ਕਰਨੀ ਪੈਣੀ ਆ। ਅਸੀਂ ਉਹਨਾਂ ਨੂੰ ਜਦੋਂ ਆਪਣੀਆਂ ਡਿਗਰੀਜ਼ ਦਿੱਤੀਆਂ, ਸਾਰਾ ਪੇਪਰ ਵਰਕ ਜਦੋਂ ਹੋ ਗਿਆ ਸਾਰਾ ਕੁਝ, ਤੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਇੱਥੇ ਕਿਸੇ ਯੂਨੀਵਰਸਿਟੀ 'ਚ ਜਾ ਕੇ ਟੀਚਿੰਗ ਦਾ ਤੁਹਾਨੂੰ 1 ਮਹੀਨੇ ਦੇ ਕੋਰਸ ਕਰਨਾ ਪੈਣਾ। ਤੇ ਅਸੀਂ ਫਿਰ ਵੈਸਟਰਨ ਯੂਨੀਵਰਸਿਟੀ ਇੱਥੇ ਲੰਡਨ ਅੰਟਾਰੀਓ 'ਚ, ਤੇ ਉੱਥੇ ਫਿਰ ਮੈਂ ਜੂਨੀਅਰ ਇੰਟਰਮੀਡੀਏਟ ਕੀਤਾ, ਸਪੈਸ਼ਲ ਐਜੂਕੇਸ਼ਨ ਪਾਰਟ 1 ਕੀਤਾ, ਔਰ ਮੈਂ 30 ਸਾਲ ਤੋਂ ਵਾਟਰਲੂ ਡਿਸਟ੍ਰਿਕਟ ਬੋਰਡ ਆਫ ਐਜੂਕੇਸ਼ਨ ਨਾਲ ਐਜ਼ ਅ ਸਰਟੀਫਾਈਡ ਲਾਇਸੈਂਸ ਟੀਚਰ ਅੰਟਾਰੀਓ ਦੀ ਮੈਂ ਪੜ੍ਹਾ ਰਹੀ ਹੈਗੀ ਹਾਂ ਜੀ। ਤੇ ਜਿੱਥੇ ਮੈਨੂੰ ਰੈਗੂਲਰ ਸਕੂਲ 'ਚ ਪੜ੍ਹਾਉਣ ਦਾ ਮੌਕਾ ਮਿਲਿਆ, ਉੱਥੇ ਮੈਂ ਨਾਲ ਹੀ 9ਵੀਂ 10ਵੀਂ 11ਵੀਂ 12ਵੀਂ ਦੇ ਬੱਚਿਆਂ ਨੂੰ ਪੰਜਾਬੀ ਦੇ ਕ੍ਰੈਡਿਟ ਕੋਰਸ ਵੀ ਟੀਚ ਕਰਦੀ ਹਾਂ। ਤੇ ਜਿਹੜਾ ਕਿ ਯੂਨੀਵਰਸਿਟੀ ਜਾਣ ਨੂੰ ਬੱਚਿਆਂ ਨੂੰ ਕ੍ਰੈਡਿਟ ਚਾਹੀਦਾ ਹੁੰਦਾ ਹੈਗਾ 32 ਕ੍ਰੈਡਿਟ, ਤੇ ਉਹਦੇ ਵਿੱਚ ਇੱਕ ਪੰਜਾਬੀ ਦਾ ਕ੍ਰੈਡਿਟ ਅਸੀਂ ਦਿੰਦੇ ਸੀਗੇ, ਔਰ ਇੰਨਾ ਚੰਗਾ ਲੱਗਦਾ ਸੀਗਾ ਕਿ ਫਿਰ ਮੇਰੀ ਜ਼ਿੰਦਗੀ ਨੇ ਨਵੀਂ ਕਰਵਟ ਲੈ ਲਈ। ਉਸ ਤੋਂ ਬਾਅਦ ਫਿਰ ਮੈਂ ਡਰਾਈਵਿੰਗ ਸਕੂਲ ਆਪਣਾ ਵੀ ਖੋਲ੍ਹਿਆ ਜੀ, VIP ਡਰਾਈਵਿੰਗ ਸਕੂਲ। ਮੈਂ ਇਨਕਲਾਸ ਕੀਤਾ, ਇਨਕਾਰ ਕੀਤਾ, ਔਰ ਮੈਂ
ਡਰਾਈਵਰ ਇੰਪਰੂਵਮੈਂਟ ਕੋਰਸ ਕੀਤਾ, ਸੁਪਰਵਾਈਜ਼ਰ ਇੰਸਟ੍ਰਕਟਰ ਦਾ ਕੀਤਾ, ਫਿਰ ਮੈਂ ਪ੍ਰੋਫੈਸ਼ਨਲ ਡਰਾਈਵਰ ਇੰਪਰੂਵਮੈਂਟ, ਫਿਰ ਡਿਫੈਂਸਿਵ ਡਰਾਈਵਿੰਗ 55 ਅਲਾਈਵ ਕੀਤਾ, ਫਿਰ ਮੈਂ ਇੰਸਟ੍ਰਕਟਰ ਨੂੰ ਟੀਚ ਕਰਨ ਦਾ ਕੀਤਾ, ਟਰੱਕ ਦੀ ਏਅਰ ਬ੍ਰੇਕ ਦਾ ਕੀਤਾ, ਸਕੂਲ ਬੱਸ ਸੇਫਟੀ ਦਾ ਕੀਤਾ, ਸਾਰੇ ਕੀਤੇ ਔਰ ਬੜਾ ਸੰਘਰਸ਼ ਕੀਤਾ। ਤੇ 22 ਮੈਂ ਕਹਿਣਾ ਚਾਹੁੰਦੀ ਹਾਂ ਕਿ 22 ਸਾਲ ਮੈਂ ਆਪਣਾ ਸਕੂਲ ਕੀਤਾ। ਤੇ ਉਸ ਤੋਂ ਬਾਅਦ ਫਿਰ ਬਸ ਕੁਛ ਸਰਕਮਸਟੈਂਸਿਸ ਬਦਲ ਗਏ। ਮੇਰੇ ਹਸਬੈਂਡ ਨੂੰ ਪਾਰਕਿੰਸਨ ਹੋ ਗਈ ਜੀ, ਉਹਨਾਂ ਨੂੰ ਕੈਨੇਡੀ ਚੁੱਕ ਕੇ ਬਾਥਰੂਮ ਤੱਕ ਵੀ ਲੈ ਕੇ ਗਈਆਂ, ਕਿਉਂਕਿ ਪਾਰਕਿੰਸਨ ਦਾ ਇਨਕਿਉਰੇਬਲ ਡਿਜ਼ੀਜ਼ ਦਾ ਦੁਨੀਆ ਤੇ ਕੋਈ ਉਹਦਾ ਇਲਾਜ ਨਹੀਂ ਹੈਗਾ। ਫਿਰ ਤਾਂ ਥੋੜਾ ਪਾਰਟ ਟਾਈਮ ਟੀਚਿੰਗ ਕੀਤੀ, ਸਕੂਲ ਵੀ ਬੰਦ ਕਰਨਾ ਪਿਆ। 2 ਮੇਰੀਆਂ ਬੇਟੀਆਂ ਹੈਗੀਆਂ ਜੀ, ਤੇ ਬਸ ਜ਼ਿੰਦਗੀ ਦਾ ਇਸੇ ਤਰ੍ਹਾਂ ਹੀ ਸਫ਼ਰ ਨਿਰੰਤਰ ਜਿਹੜਾ ਹੈਗਾ ਆ ਚੱਲਦੇ ਜਾ ਰਿਹਾ। ਤੇ ਬਾਕੀ ਉਹ ਬਸ ਇਹ ਹੁੰਦਾ ਕਿ ਤੁਸੀਂ ਹਿੰਮਤ ਆ ਜਿਹੜੀ ਇਨਸਾਨ ਨੂੰ ਤੇ ਉਹ ਹੀ ਅੱਗੇ ਲੈ ਕੇ ਜਾਂਦੀ ਆ। ਤੇ ਬਾਕੀ ਮੈਨੂੰ ਲਿਖਣ ਦਾ ਸ਼ੌਂਕ ਆ, ਪੜ੍ਹਨ ਦਾ ਸ਼ੌਂਕ ਕੋਈ ਸ਼ੁਰੂ ਤੋਂ ਹੀ ਹੈਗਾ। ਤੇ ਬਾਕੀ ਮੈਂ ਜ਼ਿਆਦਾ ਧੀਆਂ ਦੀ ਗੱਲ ਕਰਦੀ ਹਾਂ, ਔਰ ਮੈਂ ਹਮੇਸ਼ਾ ਕਹਿੰਦੀ ਸੋ ਕਿਉਂ ਮੰਦਾ ਆਖੀਏ ਜੇ ਤੇ ਜੰਮੇ ਰਜ਼ਾਨ, ਹੈ ਨਾ। ਗੁਰੂ ਨਾਨਕ ਦੇਵ ਜੀ ਨੇ ਕਿਹਾ ਉਹਨੂੰ ਕਿਉਂ ਮੰਦਾ ਕਹੀਏ ਜਿਹਨੇ ਰਾਜੇ ਰਾਣੀਆਂ ਫਕੀਰਾਂ ਨੂੰ ਜਨਮ ਦਿੱਤਾ। ਜਿੱਥੇ ਉਹਦੀ ਮਾਂ ਦੀ ਕੁੱਖ ਚਲਖਣੀ ਉਹਦੇ ਅੱਗੇ ਸਿਰ ਝੁਕਦਾ, ਰਾਜੇ ਰਾਣੀਆਂ ਫਕੀਰਾਂ ਦੇ ਅੱਗੇ, ਉੱਥੇ ਉਹ ਮਾਂ ਦੇ ਅੱਗੇ ਵੀ ਸਾਡਾ ਸਿਰ ਝੁਕਦਾ। ਤੇ ਬਾਕੀ ਉਹ ਆਪਾਂ ਧੀਆਂ ਨੂੰ ਹਮੇਸ਼ਾ ਹੀ, ਧੀਆਂ ਦੀ ਜੇ ਗੱਲ ਕਰੀਏ ਤਾਂ ਧੀਆਂ ਨੂੰ ਤਾਂ ਸੰਦੀਪ ਜੰਮਦੀਆਂ ਨੂੰ ਕਿਸੇ ਨੇ ਲੋਰੀਆਂ ਵੀ ਨਹੀਂ ਦਿੱਤੀਆਂ। ਕੋਈ ਨਹੀਂ, ਦੇਖੋ ਕਹਿੰਦੇ ਨਾ ਕਿ ਜਿਹੜੇ ਸਾਰੇ ਸ਼ਗਨ ਨੇ ਇੱਕ ਮਰਦ ਜਾਤ ਨਾਲ ਜੁੜੇ ਹੋਏ ਨੇ, ਮੁੰਡੇ ਨਾਲ ਜੁੜੇ ਹੋਏ ਨੇ। ਜਦੋਂ ਧੀ ਜਨਮ ਲੈਂਦੀ ਹੈ ਤਾਂ ਬਹੁਤਿਆਂ ਦੇ ਤੇ ਘਰਾਂ ਦੇ ਚਿਹਰਿਆਂ ਤੇ ਮੁਸਕਾਨ ਨਹੀਂ ਆਉਂਦੀ। ਕਿਸੇ ਨੇ ਦਰਵਾਜ਼ੇ ਤੇ ਸ਼ੀਹ ਦੇ ਪੱਤੇ ਨਹੀਂ ਬੰਨਣੇ, ਕਿਸੇ ਨੇ ਉਹਨਾਂ ਦੀ ਲੋਹੜੀ ਨਹੀਂ ਮਨਾਉਣੀ, ਕਿਸੇ ਨੇ ਕਹਿੰਦਾ ਕਿ ਜਦੋਂ ਅਸੀਂ ਚੌਂਕੇ ਚੁੱਲ੍ਹਾ ਕਰਨਾ। ਤੇ ਇੱਕ ਤਰ੍ਹਾਂ ਨਾਲ ਬੰਦਿਸ਼ ਪਾਬੰਦੀ ਪਹਿਲਾਂ ਹੀ ਲੱਗ ਜਾਂਦੀ ਹੈ ਕਿ ਧੀ ਜੰਮੀ ਹੈ ਤੇ ਵਿਆਹੁਣੀ ਪਏਗੀ, ਸਿਰ ਤੇ ਕਰਜ਼ਾ ਭਾਰ ਚੜ ਗਿਆ ਹੁੰਦਾ ਜਿੱਦਾਂ। ਤੇ ਮੁੰਡਿਆਂ ਦੇ ਲਈ ਇਹ ਜਿਹਾ ਕੋਈ ਸੋਚ ਵਿਚਾਰ ਨਹੀਂ ਕੀਤਾ ਜਾਂਦਾ। ਬਿਲਕੁਲ ਨਾਲੇ ਸੰਦੀਪ ਜੀ ਕਿਤੇ ਨਾ ਕਿਤੇ ਉਹ ਕੁੜੀ ਕਲੱਖਣੀ ਪੱਥਰ ਤੇ ਸਿੱਧ ਕਿਵੇਂ ਹੋ ਸਕਦੀ ਹੈ, ਨਖਿੱਧ ਕਿਵੇਂ ਹੋ ਸਕਦੀ ਹੈ ਉਹ ਜਿਹਨੇ ਇੰਨੇ ਜ਼ਿਆਦਾ ਇੱਥੇ ਤੱਕ ਮੱਲਾਂ ਮਾਰ ਲਈਆਂ। ਉਹ ਧੀ ਨੂੰ ਕਿਉਂ ਅਸੀਂ ਹਮੇਸ਼ਾ ਹੀ ਇਹਨਾਂ ਗੱਲਾਂ ਤੇ, ਪਰ ਇਹ ਆ ਕਿ ਕਿਤੇ ਨਾ ਕਿਤੇ ਹੁਣ ਧੀਆਂ ਪੁੱਤਾਂ 'ਚ ਕੋਈ ਫਰਕ ਨਹੀਂ, ਸਾਡੀ ਸੋਚ 'ਚ ਫਰਕ ਆ। ਜਿੱਦਾਂ ਸੋਚ ਬਦਲ ਲਈ ਨਾ, ਧੀਆਂ ਪੁੱਤਾਂ 'ਚ ਕੋਈ ਫਰਕ ਨਹੀਂ ਰਹਿਣਾ। ਤੇ ਆਪਾਂ ਹਮੇਸ਼ਾ ਹੀ ਸਾਨੂੰ ਧੀਆਂ, ਮੈਂ ਕਹਿੰਦੀ ਮੁੰਡਿਆਂ ਨਾਲੋਂ ਜ਼ਿਆਦਾ ਮਾਪਿਆਂ ਦਾ ਖਿਆਲ ਰੱਖਦੀ। ਕਿਉਂਕਿ ਇਹ ਹੈ ਕਿ ਇੱਕ ਔਰਤ ਜਿਸ ਨੇ ਬੱਚੇ ਨੂੰ ਜਨਮ ਦਿੱਤਾ, ਮਤਲਬ ਮਰਦ ਨੂੰ ਇਸ ਕਾਬਿਲ ਬਣਾਉਣ ਵਾਲੀ ਔਰਤ ਹੈ ਕਿ ਮਰਦ ਉਸ ਔਰਤ ਤੇ ਹੀ ਤੌਹਮਤ ਲਾ ਸਕੇ, ਉਸ ਨੂੰ ਨਿੰਦ ਸਕੇ। ਪਰ ਜੇਕਰ ਔਰਤ ਹੀ ਨਾ ਹੁੰਦੀ ਤਾਂ ਮਰਦ ਦਾ ਵਜੂਦ ਕੋਈ ਨਾ, ਕੁਝ ਵੀ ਨਹੀਂ ਜੀ, ਉਹਦੇ ਤੋਂ ਬਿਨਾਂ ਕੁਝ ਨਹੀਂ। ਇੱਕ ਜਗ ਜਨਨੀ ਆ, ਇਹ ਸਭ ਕੁਝ ਆ। ਔਰਤ ਮਾਂ ਵੀ ਆ, ਧੀ ਵੀ ਆ, ਇੱਕ ਔਰਤ ਨਾਲ ਦਾਦੀ ਵੀ ਆ, ਨਾਨੀ ਵੀ ਆ, ਔਰ ਕਿੰਨੇ ਰਿਸ਼ਤੇ ਬੱਧੇ ਹੋਏ ਆ ਇਸ ਔਰਤ ਦੇ ਨਾਂ ਦੇ ਨਾਲ। ਕਿੰਨਾ ਸਮਾਜ ਸਾਡਾ ਕਿੰਨਾ ਵੱਡਾ ਵਿਸ਼ਾਲ ਬਣ ਰਿਹਾ ਹੈਗਾ। ਇੱਕ ਮਾਂ ਹੀ ਆ ਨਾ, ਇੱਕ ਔਰਤ ਹੀ ਆ ਨਾ। ਇੱਕ ਔਰਤ ਕਿਸੇ ਬੱਚੇ ਨੂੰ ਜਨਮ ਨਾ ਦੇਵੇ ਤੇ ਅੱਗੇ ਰਿਸ਼ਤੇ ਕਿਵੇਂ ਚੱਲਣਗੇ? ਤੇ ਬਾਕੀ ਉਹ ਕਹਿੰਦੇ ਹੁੰਦੇ ਸੀ ਪੁਰਾਣੇ ਸਮੇਂ ਦੇ ਵਿੱਚ ਕੋਈ ਤਰੀਕੇ ਬਦਲ ਗਏ ਨੇ ਕੁੱਖ 'ਚ ਮਾਰਨ ਦੇ। ਹੁਣ ਤਰੀਕਾ ਤਾਂ ਅਲਟਰਾਸਾਊਂਡ ਕਰਾ ਕੇ ਧੀਆਂ ਨੂੰ ਮਾਰ ਦਿੱਤਾ ਜਾਂਦਾ। ਉਦੋਂ ਪੁਰਾਣੇ ਸਮੇਂ ਦੇ ਵਿੱਚ ਜਦੋਂ ਕਿਸੇ ਦੇ ਧੀ ਹੁੰਦੀ ਸੀਗੀ ਤਾਂ ਇੱਕ ਅੱਕ ਲਿਖ ਦਿੰਦੇ ਹੁੰਦੇ ਸੀ, ਥੋੜਾ ਜਿਹਾ ਗੁੜ ਤੇ ਥੋੜਾ ਇੱਕ ਪੂਣੀ ਰੱਖ ਦੇਣੀ, ਕਹਿਣਾ ਗੁੜ ਖਾਈ ਤੇ ਪੂਣੀ ਘੱਤੀ, ਆਪ ਨਾ ਆਈ ਵੀਰ ਨੂੰ ਘੱਤੀ, ਹਨਾ। ਤੇ ਉਦੋਂ ਹੁੰਦੇ ਸੀ ਵੀ ਤੂੰ ਨਾ ਆਈ, ਤੇ ਅੱਕ ਉਹਦੇ ਲਾ ਕੇ ਤੇ ਕੁੜੀ ਨੂੰ ਉਸੇ ਵੇਲੇ ਹੀ ਉਹ ਮਾਰ ਦਿੱਤਾ ਜਾਂਦਾ ਸੀ। ਤੇ ਆਪਾਂ ਸਾਰੇ ਚੰਗੀ ਤਰ੍ਹਾਂ ਹੀ ਜਾਣਦੇ ਆ। ਤੇ ਉਦੋਂ ਕੁੱਖ 'ਚ ਮਾਰਨ ਦਾ ਤਰੀਕਾ ਵੱਖਰਾ ਸੀ, ਕੁੜੀ ਮਾਰਦਾ ਹੁਣ ਵੱਖਰਾ ਹੋ ਗਿਆ। ਹੁਣ ਉਹ ਮਾਡਰਨ ਟੈਕਨੋਲੋਜੀ ਆ ਗਈ ਆ, ਤੁਸੀਂ ਅਲਟਰਾਸਾਊਂਡ ਵੀ ਕਰ ਲੈਂਦੇ। ਤੇ ਮੈਂ ਜਿੱਥੇ ਧੀਆਂ ਦੀ ਗੱਲ ਕਰਦੀ ਹਾਂ ਸੰਦੀਪ ਜੀ, ਮੈਂ ਧੀਆਂ ਤੇ ਵੀ ਲਿਖਦੀ ਆ। ਮੈਂ ਭਰੂਣ ਹੱਤਿਆ ਤੇ ਦਾਜ ਦੀ ਸਮੱਸਿਆ, ਪਰਦੇਸਾਂ ਦਾ ਦੁਖਾਂਤ, ਤੇ ਮੈਂ ਉਹਦੀ ਹਮੇਸ਼ਾ ਬਾਤ ਪਾਈ ਆ, ਉਹਦੀ ਗੱਲ ਕੀਤੀ ਆ। ਤੇ ਜੇ ਤੁਸੀਂ ਚਾਹੋ ਤਾਂ ਮੈਂ ਧੀਆਂ ਤੇ ਮੈਂ ਇੱਕ ਗਜ਼ਲ ਲਿਖੀ ਸੀਗੀ ਭਰੂਣ ਹੱਤਿਆ ਤੇ ਮੈਂ ਤੁਹਾਡੇ ਨਾਲ ਉਹਦੀ ਸਾਂਝ ਜ਼ਰੂਰ ਪਾਉਣਾ ਚਾਹੁੰਦੀ ਹਾਂ ਜੀ। ਕਿਉਂਕਿ ਧੀਆਂ ਦੀ ਗੱਲ ਕਰਨਾ, ਸਮਾਜ ਨੂੰ ਜਾਗਰੂਕ ਕਰਨਾ ਇੱਕ ਸੂਝਵਾਨ ਇਨਸਾਨ ਹੀ ਕਰ ਸਕਦਾ ਹੈ। ਬਿਲਕੁਲ ਜੀ, ਬਿਲਕੁਲ ਜੀ। ਬਾਪੂ ਤੇਰੇ ਵਿਹੜੇ ਵਿੱਚ ਕੀ ਕਲੀ ਮੈਂ ਪਾਵਾਂਗੀ, ਨਿੱਕੇ ਨਿੱਕੇ ਪੈਰਾਂ 'ਚ ਪੰਜੇ ਬਾਸ਼ਣ ਕਾਵਾਂਗੀ। ਬਾਪੂ ਤੇਰੇ ਵਿਹੜੇ ਵਿੱਚ ਕੀ ਕਲੀ ਮੈਂ ਪਾਵਾਂਗੀ, ਨਿੱਕੇ ਨਿੱਕੇ ਪੈਰਾਂ 'ਚ ਪੰਜੇ ਬਾਸ਼ਣ ਕਾਵਾਂਗੀ।
ਮੈਨੂੰ ਮਰਵਾਈ ਨਾ ਤੂੰ ਕੁੱਖ ਵਿੱਚ ਬਾਬਲਾ, ਵੀਰ ਨਾਲ ਵੱਧ ਤੇਰੇ ਦੁਖੜੇ ਵਡਾਵਾਂਗੀ। ਦੁੱਧ ਤੋਂ ਵੀ ਚਿੱਟੀ ਰੱਖੋ ਬਾਪੂ ਤੇਰੀ ਪੱਗ ਨੂੰ, ਦਾਗ ਤੇਰੀ ਪੱਗ ਨੂੰ ਮੈਂ ਕਦੇ ਵੀ ਨਾ ਲਾਵਾਂਗੀ। ਬਾਪੂ ਤਾਈ ਰੋਕੀ ਜੇ ਹੈ ਬਾਪੂ ਰੁਕ ਸਕਦਾ, ਇੰਜੜਾ ਵੀਰੇ ਦਾ ਕਿਦੇ ਹੱਥ ਤੂੰ ਫੜਾਏਂਗੀ। ਛਾਂ ਬਣ ਜਾਵਾਂਗੀ ਮੈਂ ਅੰਬਾਂ ਦੀ ਤੇ ਤੂਤਾਂ ਦੀ, ਤੇਰੇ ਘਰ ਸੂਰਜਾਂ ਦਾ ਨਿੱਘ ਲੈ ਕੇ ਆਵਾਂਗੀ। ਕੁੰਮ ਕੁੰਮ ਵੇੜੇ ਵਿੱਚ ਪਾਉਂਗੀ ਮੈਂ ਲੁੱਡੀਆਂ, ਨਾਲ ਨਾਲ ਗੁੱਡੀਆਂ ਪਟੋਲੇ ਵੀ ਖੜਾਵਾਂਗੀ। ਮਾਰਨਾਥ ਕੁੱਖ ਵਿੱਚ ਮੈਨੂੰ ਮਾਏ ਮੇਰੀਏ, ਤੇਰਾ ਜਗ ਜਨਨੀ ਦਾ ਚੰਗਾ ਹੀ ਮੈਂ ਚਾਹਾਂਗੀ। ਬੀਬੀਆਂ ਨੇ ਬੀਬੀਆਂ ਨੂੰ, ਔਰਤਾਂ ਨੂੰ ਬੇਬਸ ਕੀਤਾ ਏ, ਪਾਲ ਪੁੱਛ ਦੱਸ ਕਿੱਦਾਂ ਪੁੱਲ ਬਖਸ਼ਾਵਾਂਗੀ। ਬਾਪੂ ਤੇਰੇ ਬੇੜੇ ਵਿੱਚ ਕਿਕਲੀ ਮੈਂ ਪਾਵਾਂਗੀ, ਨਿੱਕੇ ਨਿੱਕੇ ਪੈਰਾਂ 'ਚ ਪੰਜੇ ਬਾਸ਼ਣ ਕਾਵਾਂਗੀ। ਬਾਪੂ ਤੇਰੇ ਬੇੜੇ ਵਿੱਚ, ਬਾਪੂ ਤੇਰੇ ਵੇੜੇ ਵਿੱਚ। ਬਹੁਤ ਖੂਬ ਮੈਮ। ਸੋ ਕਿਉਂਕਿ ਕਿਤੇ ਨਾ ਕਿਤੇ ਸਾਨੂੰ ਇਹ ਜ਼ਰੂਰ ਚੀਜ਼ਾਂ ਜਿਹੜੀਆਂ ਹੈਗੀਆਂ ਆ, ਧੀਆਂ ਨੂੰ ਕਹਿੰਦੇ ਧੀਆਂ ਤਾਂ ਕਲੀਆਂ ਦੀ ਗਲਡਾਰ ਵੀ ਲੋਕੋ, ਇਹਨਾਂ ਨੂੰ ਰੱਜ ਰੱਜ ਕਰ ਲਓ, ਪਿਆਰ ਵੀ ਲੋਕੋ। ਤੇ ਮੈਨੂੰ ਲੱਗਦਾ ਕਿ ਸਾਡੇ ਕੈਨੇਡਾ ਦੇ ਵਿੱਚ ਜਿਹੜਾ ਜਿੰਨਾ ਕਿ ਤਜਰਬਾ ਆਪਣਾ 3 ਦਹਾਕਿਆਂ ਦਾ ਜ਼ਿੰਦਗੀ ਜੀ ਲਈ ਆ, ਤੇ ਬਹੁਤੇ ਸਾਰੇ ਪਰਿਵਾਰ ਇਦਾਂ ਦੇ ਆ ਕਿ ਪੁੱਤ ਹੁੰਦੇ ਵੀ ਨਹੀਂ, ਲਾਗੇ ਹੀ ਬਚਦੇ ਨੇ ਤੀਜੇ ਚੌਥੇ ਘਰ, ਫਿਰ ਵੀ ਮਾਪੇ ਧੀਆਂ ਨਾਲ ਹੀ ਰਹਿ ਰਹੇ ਨੇ। ਤੇ ਸੋ ਇਸ ਕਰਕੇ ਅਸੀਂ ਇਹ ਕਹਿੰਦੇ ਕਿ ਇਹ ਨਹੀਂ ਕਹਿੰਦੇ ਕਿ ਪੁੱਤ ਨਾ ਹੋਣ, ਪੁੱਤ ਵੀ ਹੋਣ। ਜੇ ਪੁੱਤ ਹੋਣ ਤਾਂ ਸਰਬਣ ਪੁੱਤ ਹੀ ਹੋਣ, ਤੇ ਧੀਆਂ ਵੀ ਹੋਣ, ਰੱਬ ਧੀਆਂ ਵੀ ਦੇਵੇ ਪੁੱਤ ਵੀ ਦੇਵੇ। ਪਰ ਇਹ ਆ ਕਿ ਮਾਪਿਆਂ ਦੀ ਸੇਵਾ ਕਰਨ ਵਾਲੇ ਤੇ ਮਾਪਿਆਂ ਦਾ ਨਾਂ ਉੱਚਾ ਕਰਨ ਵਾਲੇ ਜ਼ਰੂਰ ਜਿਹੜੇ ਹੈਗੇ ਆ, ਉਹ ਮਾਪੇ ਸਾਡੇ ਧੀਆਂ ਜਿਹੜੀਆਂ ਹੋਣੀਆਂ ਚਾਹੀਦੀਆਂ ਹੈਗੀਆਂ। ਕਿਉਂਕਿ ਰਿਸ਼ਤੇ ਸਮਾਜ ਦੋਨਾਂ ਧਿਰਾਂ ਨਾਲ ਚੱਲਦਾ ਹੈ। ਸਮਾਜ ਦੇ ਵਿੱਚ ਅਸੀਂ ਕਹਿ ਰਹੇ ਹਾਂ ਕਿ ਸਾਡਾ ਵਰਤਵਾਰਾ ਰਿਸ਼ਤੇ ਨਾਤੇ ਨੇ, ਪੁੱਤ ਹੋਣਗੇ, ਧੀਆਂ ਹੋਣਗੀਆਂ, ਸਾਡੀਆਂ ਚਾਚੀਆਂ, ਤਾਈਆਂ, ਭੂਆ, ਭੂਆ ਦੇ ਨਾਲ ਜੁੜੇ ਸਾਰੇ ਵੱਡੇ ਰਿਸ਼ਤੇ ਬਣਦੇ ਨੇ। ਜਦੋਂ ਧੀ ਤੁਸੀਂ ਸਹੁਰੀ ਭੇਜਦੇ ਹੋ ਤੇ ਸਹੁਰੇ ਪਰਿਵਾਰ ਨਾਲ ਅੱਗੇ ਉਹਨਾਂ ਦੇ ਨਾਲ ਕਿੰਨਾ ਤੁਹਾਡਾ ਰਿਸ਼ਤਿਆਂ ਦੀ ਵਿਸ਼ਾਲਤਾ ਸ਼ੁਰੂ ਹੋ ਜਾਂਦੀ ਆ, ਹਨਾ। ਤਾਂ ਕਰਕੇ ਫਿਰ ਇਸੇ ਤਰ੍ਹਾਂ ਨਹੀਂ ਤੇ ਧੀਆਂ ਨਹੀਂ ਹੋਣਗੀਆਂ, ਸਾਡੇ ਕਿੰਨੇ ਹੀ ਰਸਮ ਰਿਵਾਜ ਖਤਮ ਹੋ ਜਾਣ, ਤੜਾਗੇ ਬੰਨੀ ਜਾਂਦੀ ਹੈ ਜਾਂ ਕੁਝ ਵੀ ਦੇ ਸ਼ੁਸ਼ਕ ਦੇਣੀ, ਬੱਚੇ ਜੰਮਦੇ ਤੇ ਬਹੁਤ ਸਾਰੇ ਰਸਮ ਰਿਵਾਜ ਜਿਹੜੇ ਸਿਰਫ ਕੁੜੀਆਂ ਨਾਲ ਹੈ। ਕਿਉਂਕਿ ਰੱਖੜੀ ਦਾ ਤਿਉਹਾਰ ਮਨਾਉਂਦੇ ਤਾਂ ਉਹ ਸਾਡੀ ਕੁੜੀਆਂ ਚਿੜੀਆਂ ਨਾਲ ਜੁੜਿਆ ਹੋਇਆ, ਤੀਆਂ ਦਾ ਤਿਉਹਾਰ ਮਨਾਉਂਦੇ ਉਹ ਕੁੜੀਆਂ ਚਿੜੀਆਂ ਨਾਲ। ਸਾਡੇ ਬਹੁਤ ਸਾਰੇ ਰਸਮ ਰਿਵਾਜ ਹੈ ਜੋ ਸਿਰਫ ਤੇ ਸਿਰਫ ਔਰਤ ਦੇ ਵਜੂਦ ਨਾਲ ਜੁੜੇ ਹੋਏ ਨੇ। ਬਿਲਕੁਲ ਬਿਲਕੁਲ। ਨਹੀਂ ਇਹ ਤਾਂ ਸੰਦੀਪ ਜੀ ਬਿਲਕੁਲ ਸਹੀ ਗੱਲ ਆ ਵੀ ਜਿੱਦਾਂ ਧੀਆਂ ਕਹਿੰਦੇ ਹੁੰਦੇ ਆ ਧਿਰਾਂ ਆ ਤੇ ਪੁੱਤ ਜੜਾਂ ਆ, ਤੇ ਜਿੱਥੇ ਜੇ ਧੀਆਂ ਆ ਤਾਂ ਤੀਆਂ ਆ, ਤੇ ਜਿੱਥੇ ਧੀਆਂ ਹੀ ਨੇ ਤੇ ਉੱਥੇ ਤੀਆਂ ਵੀ ਕਿੱਥੋਂ ਲੱਗਣੀਆਂ, ਹਨਾ। ਤੇ ਇਹ ਇੱਕ ਜਿਹੜੇ ਤਿਉਹਾਰ ਬਣੇ ਹੋਏ ਨੇ ਉਹ ਧੀਆਂ ਦੇ ਨਾਲ ਹੀ ਵੀ ਬਹੁਤ ਜ਼ਿਆਦਾ ਬਣੇ, ਭੈਣ ਭਰਾ ਦੇ ਪਿਆਰ ਦੇ ਬੜੇ ਤਿਉਹਾਰ ਬਣੇ ਹੋਏ ਨੇ। ਤੇ ਕਈ ਵਾਰੀ ਪੁਰਾਣੇ ਸਮੇਂ 'ਚ ਜਦੋਂ ਦੁੱਖ ਵੀ ਥੋੜਾ ਜਿਹਾ ਕਈ ਵਾਰੀ ਉਹ ਗੱਲਾਂ ਸੋਚ ਕੇ ਹੁੰਦਾ ਕਿ ਪੁਰਾਣੇ ਸਮਿਆਂ ਦੇ ਵਿੱਚ ਧੀਆਂ ਨੂੰ ਥੋੜਾ ਜਿਹਾ ਕਈ ਗੱਲਾਂ ਤੋਂ ਵੀ ਵਾਂਝੇ ਵੀ ਰੱਖਿਆ ਜਾਂਦਾ ਸੀਗਾ। ਜੇ ਧੀ ਹੋ ਵੀ ਜਾਂਦੀ ਸੀ, ਪੁੱਤ ਨੂੰ ਚੋਰੀ ਦੁੱਧ ਪਿਲਾ ਦੇਣਾ, ਧੀ ਨੂੰ ਦੇਣਾ ਹੀ ਨਾ, ਤੇ ਕਹਿਣਾ ਇੰਨੇ ਕਿਹੜਾ ਬਾਪੂ ਦੇ ਨਾਲ ਜਾ ਕੇ ਖੇਤਾਂ 'ਚ ਕੰਮ ਕਰਨਾ। ਕਿਤੇ ਨਾ ਕਿਤੇ ਵਿਤਕਰਾ ਤਾਂ ਮਰਦ ਸਮਾਜ ਪ੍ਰਧਾਨ ਜਿਹੜਾ ਉਹ ਕਿਤੇ ਨਾ ਕਿਤੇ ਔਰਤਾਂ ਨਾਲ ਹੁੰਦਾ ਹੀ ਰਿਹਾ। ਇਹ ਤਾਂ ਗੱਲ ਮੰਨਣ ਵਾਲੀ ਹੈਗੀ ਆ। ਤਰਾਸਦੀ ਇਹ ਹੈ ਕਿ ਸਮਾਜ ਹਮੇਸ਼ਾ ਹੀ ਮਰਦ ਦੇ ਪੱਖ ਦਾ ਤੇ ਮਰਦ ਪ੍ਰਧਾਨ ਰਿਹਾ ਤੇ ਉਹ ਨਹੀਂ ਸੀ ਚਾਹੁੰਦਾ ਔਰਤਾਂ ਅੱਗੇ। ਪਰ ਤੁਸੀਂ, ਮੈਂ ਕਹਿੰਦੀ ਹਾਂ, ਉਹਨਾਂ ਔਰਤਾਂ ਦੇ ਲਈ ਇੱਕ ਮਿਸਾਲ ਹੋ ਕਿ ਤੁਸੀਂ ਇਸ ਆਪਣੀਆਂ ਮੁਸ਼ਕਿਲਾਂ ਦੇ ਬਾਵਜੂਦ ਵੀ ਇਸ ਮੁਕਾਮ ਤੱਕ ਪਹੁੰਚੇ ਤੇ ਆਪਣੀ ਅੰਦਰ ਹਰ ਇੱਕ ਕਲਾ ਨੂੰ ਤੁਸੀਂ ਜਿਉਂਦਾ ਰੱਖਿਆ। ਕਿਉਂਕਿ ਬੇਸ਼ੱਕ ਤੁਸੀਂ ਮਾਂ ਦੇ ਪਿਆਰ ਤੋਂ ਵਾਂਝੇ ਰਹੇ, ਬਾਅਦ ਵਿੱਚ ਵਿਆਹ ਤੋਂ ਬਾਅਦ ਵੀ ਤੁਸੀਂ ਮੁਸ਼ਕਿਲਾਂ ਦੇਖੀਆਂ, ਵਿਦੇਸ਼ ਵਿੱਚ ਆ ਕੇ ਵੀ ਬਸੇ, ਤੇ ਇੱਕ ਮਿਸਾਲ ਹੋ ਤੁਸੀਂ ਉਹਨਾਂ ਦੇ ਲਈ ਜੋ ਆਪਣੇ ਲਈ ਕੁਝ ਕਰ ਨਹੀਂ ਸਕਦੀਆਂ ਜਾਂ ਫਿਰ ਘਰ ਦੇ ਚਾਰ ਦੀਵਾਰੀ ਅੰਦਰ ਬੰਦ ਕਰ ਲੈਂਦੀਆਂ ਨੇ। ਤੇ ਪਹਿਲਾਂ ਤਾਂ ਸਲਾਮ ਮੈਡਮ ਤੁਹਾਨੂੰ ਹੈ ਕਿ ਹਰ ਤਰ੍ਹਾਂ ਦੀ ਪਰਸਨੈਲਿਟੀ ਤੁਹਾਡੇ ਅੰਦਰ ਸਮਾਈ ਹੋਈ ਹੈ, ਤੇ ਇਹਨਾਂ ਹੀ ਬਲਬਲਿਆਂ ਨੂੰ, ਚਾਵਾਂ ਨੂੰ ਤੁਸੀਂ ਲਿਖਤੀ ਰੂਪ ਵੀ ਦਿੰਦੇ ਰਹੇ ਤੇ ਸਮਾਜ ਨੂੰ ਜਾਗਰੂਕ ਕਰਦੇ ਰਹੇ। ਤੁਸੀਂ ਧੀਆਂ ਦੀ ਗੱਲ ਕੀਤੀ, ਔਰਤਾਂ ਦੀ ਗੱਲ ਵੀ ਕਰਦੇ ਹੋ,
ਤੇ ਔਰਤਾਂ ਦੇ ਵਿੱਚ ਤੁਸੀਂ ਵਿਧਵਾ ਔਰਤਾਂ ਦੀ ਵੀ ਗੱਲ ਕਰਦੇ ਬਿਲਕੁਲ ਜੀ। ਮੈਂ ਇੱਥੇ ਗੱਲ ਦੱਸਣਾ ਚਾਹੁੰਦੀ ਹਾਂ ਕਿ ਮੈਂ ਖੁਦ ਇੱਕ ਵਿਧਵਾ ਔਰਤ ਹਾਂ। 7 ਸਾਲ ਹੋ ਗਏ ਮੇਰੇ ਪਤੀ ਦਾ ਸਾਥ ਛੱਡ ਗਏ, ਉਹ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ। ਔਰ ਮੈਂ ਕਹਿੰਦੀ ਹਾਂ ਕਿ ਕਿਤੇ ਨਾ ਕਿਤੇ ਮੈਂ ਬਹੁਤ ਸਾਰੀਆਂ ਚੁਣੌਤੀਆਂ ਦਾ ਵਿਧਵਾ ਔਰਤਾਂ ਨੂੰ ਸਾਹਮਣਾ ਕਰਨਾ ਪੈਂਦਾ। ਔਰ ਮੈਂ ਇਹ ਕਹਿਣਾ ਚਾਹੁੰਦੀ ਹਾਂ, ਸਾਡੇ ਸਮਾਜ ਦੇ ਲੋਕੋ, ਦਰਸ਼ਕੋ, ਸਰੋਤਿਓ, ਉਸ ਵਿਧਵਾ ਔਰਤ ਵਿੱਚ ਵੀ ਦਿਲ ਹੁੰਦਾ ਔਰ ਉਹਦੇ ਵੀ ਦਿਲ ਦੇ ਅਰਮਾਨ ਹੁੰਦੇ ਨੇ। ਉਹ ਵੀ ਜ਼ਿੰਦਗੀ ਆਪਣੀ ਇੱਜ਼ਤ ਨਾਲ, ਮਾਣ ਨਾਲ, ਸਤਿਕਾਰ ਨਾਲ ਜਿਉਣਾ ਚਾਹੁੰਦੀ ਆ। ਉਹਨਾਂ ਨੂੰ ਵੀ ਉਸੇ ਨਜ਼ਰ ਨਾਲ ਹੀ ਦੇਖਿਆ ਜਾਵੇ ਜਿਹੜਾ ਕਿ ਇੱਕ ਆਮ ਵਿਆਹੁਤਾ ਔਰਤ ਨੂੰ ਤੁਸੀਂ ਦੇਖਦੇ ਹੋ। ਉਹਦੇ ਵੀ ਮਨ ਦੇ ਬਲਬਲੇ ਨੇ, ਉਹਦੇ ਵੀ ਦਿਲ ਦੇ ਅਰਮਾਨ ਨੇ, ਉਹ ਵੀ ਜ਼ਿੰਦਗੀ ਜਿਉਣਾ ਚਾਹੁੰਦੀ ਆ। ਇੱਥੇ ਕਈ ਵਾਰੀ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਦਾ ਸਾਹਮਣਾ ਕਰਨਾ ਪੈਂਦਾ। ਇੱਥੇ ਮੈਂ ਚਲੋ ਇਹਦੇ ਵਿੱਚ ਕਰ ਹੀ ਦਿੰਦੀ ਹਾਂ। ਤੇ ਕਈ ਵਾਰੀ ਵਿਧਵਾ ਔਰਤਾਂ ਨੂੰ ਕਿਸੇ ਹੋਰ ਤਰੀਕੇ ਨਾਲ ਵੀ ਇਹ ਕਿਹਾ ਜਾਂਦਾ ਜੀ, ਇੱਥੇ ਕੈਨੇਡਾ ਦੇ ਵਿੱਚ ਤੁਸੀਂ ਪੈਸੇ ਲਾ ਲਓ ਜੀ, ਕੋਈ ਪੇਪਰਾਂ 'ਚ ਵਿਆਹ ਕਰਾ ਲਓ ਜੀ, ਬੰਦਾ ਪੱਕਾ ਕਰਾ ਲਓ ਜੀ। ਸੋ ਇੱਦਾਂ ਦੀਆਂ ਜਦੋਂ ਤੁਹਾਡੇ ਅੱਗੇ ਤੁਹਾਡੇ ਸਮਾਜ ਇੱਦਾਂ ਦੇ ਸਵਾਲ ਰੱਖ ਦਿੰਦਾ, ਤੇ ਮੈਂ ਕਹਿੰਦੀ ਹਾਂ ਕਿ ਉੱਥੇ ਉਹਨਾਂ ਦੇ ਮੂੰਹ ਤੇ ਕਰਾਰੀ ਚਪੇੜ ਮਾਰਨੀ ਚਾਹੀਦੀ ਹੈ ਤੁਹਾਨੂੰ। ਔਰ ਅਣਖ ਨਾਲ ਜਿਹੜੀ ਔਰਤ ਜੀ ਰਹੀ ਆ, ਉਹ ਤੇ ਕਦੀ ਇਦਾਂ ਦਾ ਸੋਚ ਵੀ ਨਹੀਂ ਸਕੂਗੀ, ਉਹਦੀ ਤੇ ਸੋਚ ਵੀ ਉੱਥੇ ਤੱਕ ਨਹੀਂ ਜਾਊਗੀ ਕਿ ਇਹ ਘਟੀਆ ਵਪਾਰ ਕਿਵੇਂ ਕੀਤਾ ਜਾ ਸਕੇ। ਔਰ ਅਸੀਂ ਇਹ ਕਹਿੰਦੇ, ਫਿਰ ਮੈਂ ਇੱਕ ਵਿਧਵਾ ਔਰਤ ਤੇ ਮੈਂ ਗੀਤ ਲਿਖਿਆ ਸੀ ਜੀ ਆਪਣੀ ਕਲਮ ਤੋਂ, ਤੇ ਮੈਨੂੰ ਸੀ ਕਿ ਵਿਧਵਾ ਔਰਤਾਂ ਦਾ ਵੀ ਦਿਲ ਹੁੰਦਾ। ਔਰ ਬੜੀ ਸਾਡੇ ਮਾਣ ਵਾਲੀ ਗੱਲ, ਉਹਦੇ ਨਾਲ ਵੀਡੀਓ ਵੀ ਬਣੀ ਸੀ, ਉਹਦਾ ਅਸੀਂ ਨਾਂ ਹੀ ਵਿਧਵਾ ਰੱਖਿਆ। ਤੇ ਮੈਂ ਉਹ ਤੁਹਾਡੇ ਨਾਲ ਬੋਲ ਸ਼ੇਅਰ ਕਰਦੀ। ਅਸੀਂ ਪ੍ਰੈਸ ਕਲੱਬ ਜਲੰਧਰ 'ਚ ਅਸੀਂ ਉਸ ਗੀਤ ਨੂੰ ਫਿਰ ਰਿਲੀਜ਼ ਕੀਤਾ ਸੀ ਜੀ। ਬਹੁਤ ਅੱਛਾ ਹੰਗਾਰਾ ਲੋਕਾਂ ਦਾ ਮਿਲਿਆ। ਉਦੋਂ ਵੀ ਮੈਂ ਆਪਣੀ ਇੰਟਰਵਿਊ 'ਚ ਇਹ ਗੱਲ ਕਹੀ ਸੀ ਕਿ ਵਿਧਵਾ ਔਰਤਾਂ ਨੂੰ ਵੀ ਕਦੀ ਵੀ ਨੀਵੀਂ ਨਜ਼ਰ ਨਾਲ ਨਾ ਦੇਖੋ, ਕਦੀ ਵੀ ਘਟੀਆ ਮਜ਼ਾਕ ਨਾ ਉਹਨਾਂ ਨੂੰ ਕਰੋ। ਔਰ ਉਹ ਬੜੀ ਸਗੋਂ ਤੇ ਉਹਨਾਂ ਨੂੰ ਜ਼ਿਆਦਾ ਸਨਮਾਨ ਦਿਓ, ਜ਼ਿਆਦਾ ਉਹਨਾਂ ਨੂੰ ਇੱਜ਼ਤ ਦਿਓ। ਇੱਕ ਤੇ ਉਹ ਪਰਿਵਾਰ ਦੇ ਵਿੱਚ ਇਹ ਨਹੀਂ ਕਿ ਉਹਨੇ ਆਪਣੇ ਮਨ ਦੇ ਬਲਬਲੇ ਆ ਉਹ ਜੀਣਾ ਨਹੀਂ ਚਾਹੁੰਦੀ, ਕਿਉਂ ਨਾ ਜੀਵੇ। ਮੈਂ ਇੱਕ ਗੱਲ ਦੱਸੋ ਮੈਨੂੰ ਸੰਦੀਪ ਜੀ, ਜਦੋਂ ਕਿਸੇ ਦੇ ਪਤੀ ਦੀ ਡੈਥ ਹੁੰਦੀ ਆ, ਔਰਤ ਤੇ ਤੁਸੀਂ ਚਿੱਟੀ ਚੁੰਨੀ ਦੇ ਦਿੰਦੇ ਹੋ, ਬਸ ਹੁਣ ਤਾਂ ਤੂੰ ਚਿੱਟੀ ਚੁੰਨੀ ਦੀ ਹੱਕਦਾਰ ਹੋ ਗਈ ਤੇ ਬਸ ਤੂੰ ਘਰੇ ਹੀ ਰਹਿਣਾ ਤੇ ਬਾਹਰ ਨਹੀਂ ਰਹਿਣਾ, ਤੇ ਜੋ ਅਸੀਂ ਕਹਿਣਾ ਉਹੀ ਤੂੰ ਕਰਨਾ। ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ, ਜਦੋਂ ਕਿਸੇ ਦੀ ਔਰਤ ਮਰ ਜਾਂਦੀ ਆ, ਕਿਸੇ ਦੀ ਵਾਈਫ ਦੀ ਡੈਥ ਹੁੰਦੀ ਆ, ਤੇ ਉਹ ਮਰਦ ਕਿਉਂ ਨਹੀਂ ਚਿੱਟੀ ਪੱਗ ਬੰਨ ਲੈਂਦਾ? ਉਹਨੂੰ ਕਿਉਂ ਨਹੀਂ ਹੱਕ ਹੈਗਾ ਚਿੱਟੀ ਪੱਗ ਬੰਨਣ ਦਾ? ਜੇ ਔਰਤ ਤੇ ਚਿੱਟੀ ਚੁੰਨੀ ਦਿੰਦੇ ਹੋ ਤਾਂ ਮਰਦ ਨੂੰ ਵੀ ਚਿੱਟੀ ਪਗੜੀ ਬਣਾ ਦੇਣੀ ਚਾਹੀਦੀ ਆ। ਤੂੰ ਚਿੱਟੀ ਦਸਤਾਰ ਤੇ ਜਾ ਭਾਈ, ਤੇਰੀ ਤਾਂ ਘਰ ਵਾਲੀ ਚਲੀ ਗਈ। ਸੋ ਇਸ ਕਰਕੇ ਔਰਤਾਂ ਨੂੰ ਕਿਉਂ ਇਹਨਾਂ ਦਾ ਨਿਸ਼ਾਨਾ ਬਣਾਇਆ ਜਾਂਦਾ ਜੀ? ਸੋ ਇਸ ਕਰਕੇ ਮੈਂ ਇੱਕ ਗੀਤ ਲਿਖਿਆ ਸੀ, ਮੈਂ ਤੁਹਾਡੇ ਨਾਲ ਵਿਧਵਾ ਔਰਤ ਤੇ ਮੈਂ ਜ਼ਰੂਰ ਤੁਹਾਨੂੰ ਸੁਣਾਉਣਾ ਚਾਹੁੰਦੀ, ਆਪਣੇ ਦਰਸ਼ਕਾਂ ਸਰੋਤਿਆਂ ਨਾਲ ਸਾਂਝਾ ਕਰਨਾ ਚਾਹੁੰਦੀ। ਰੱਬਾ ਇੱਕ ਗੱਲ ਪੁੱਛਣੀ ਮੈਂ ਤਾਂ ਤੈਨੂੰ ਆ, ਸਮਝ ਜਿੱਦੀ ਨਾ ਲੱਗ ਰਹੀ ਕੋਈ ਮੈਨੂੰ ਆ, ਜਰਬਾਤ ਕਸੀਮਾ ਕਰਦੇ ਹੋ ਗਈ ਦੇਰੀ ਆ, ਵਿਧਵਾ ਹੋਣ ਚ ਦੱਸ ਕੀ ਗਲਤੀ ਮੇਰੀ ਆ, ਵਿਧਵਾ ਹੋਣ ਚ ਦੱਸ ਕੀ ਗਲਤੀ ਮੇਰੀ ਆ, ਲੋਕੀ ਮੈਨੂੰ ਤੱਕਦੇ ਵਾਂਗ ਬਲਾਵਾਂ ਦੇ, ਟੁਕੜੇ ਹੋ ਗਏ ਮੇਰੇ ਦਿਲ ਦੇ ਚਾਵਾਂ ਦੇ, ਵਕਤ ਨਿਖੇੜੀ ਕੈਸੀ ਹੀਰਾ ਫੇਰੀ ਆ, ਵਿਧਵਾ ਹੋਣ ਚ ਦੱਸ ਕੀ ਗਲਤੀ ਮੇਰੀ ਆ, ਹੋ ਵਿਧਵਾ ਹੋਣ ਚ ਦੱਸ ਕੀ ਗਲਤੀ ਮੇਰੀ ਆ, ਜਿਸਮ ਦੀ ਭੁੱਖੀ ਦੁਨੀਆ ਕਿਹਨੂੰ ਹਾਲ ਸੁਣਾਵਾਂ ਮੈਂ, ਚੰਦ ਕੁ ਲਈ ਕਿਵੇਂ ਵਿਕ ਜਾਵਾਂ ਮੈਂ, ਦਿਲ ਤੇ ਝੁੱਲਦੀ ਦੁੱਖਾਂ ਵਾਲੀ ਨੇਰੀ ਆ, ਵਿਧਵਾ ਹੋਣ ਚ ਦੱਸ ਕੀ ਗਲਤੀ ਮੇਰੀ ਆ, ਮਨ ਕੇ ਪਾਣਾ ਨਾਮ ਸਾਈਂ ਦਾ ਜਪ ਲੈ ਤੂੰ, ਪਾਲ ਦੜ ਬੱਟ ਜਮਾਨਾ ਕੱਟ ਲੈ ਤੂੰ, ਰਾਜਾ ਸਾਂਸੀ ਸੱਟ ਜਿਗਰ ਦੀ ਬੜੀ ਡੰਗੇਰੀ ਆ, ਵਿਧਵਾ ਹੋਣ ਚ ਦੱਸ ਕੀ ਗਲਤੀ ਮੇਰੀ ਆ, ਵਿਧਵਾ ਹੋਣ ਚ ਦੱਸ ਕੀ ਗਲਤੀ ਮੇਰੀ ਆ, ਰੱਬਾ ਇੱਕ ਗੱਲ ਪੁੱਛਣੀ ਮੈਂ ਤਾਂ ਤੈਨੂੰ ਆ, ਸਮਝ ਜਿੱਦੀ ਨਾ ਲੱਗ ਰਹੀ ਕੋਈ ਮੈਨੂੰ ਆ, ਤਕਸੀਮਾਂ ਜਰਬਾ ਕਰਦੇ ਹੋ ਗਈ ਦੇਰੀ ਆ, ਵਿਧਵਾ ਹੋਣ ਚ ਦੱਸ ਕੀ ਗਲਤੀ ਮੇਰੀ ਆ, ਵਿਧਵਾ ਹੋਣ ਚ ਦੱਸ ਕੀ ਗਲਤੀ ਮੇਰੀ ਆ।
ਬਿਲਕੁਲ ਉਸ ਪੱਖ ਦੀ ਗੱਲ ਕਰਨਾ ਜਿਸ ਪੱਖ ਦੀ ਗੱਲ ਕਦੀ ਕਿਸੇ ਨੇ ਨਹੀਂ ਕੀਤੀ, ਕਿਉਂਕਿ ਕਹਿੰਦੇ ਕਿ ਔਰਤ ਇੱਕ ਐਸੀ ਸ਼ੈ ਹੈ ਜਿਸ ਦਾ ਦਰਦ ਦੁੱਖ ਸ਼ਾਇਦ ਮਰਦ ਸਮਝ ਵੀ ਨਹੀਂ ਸਕਦਾ। ਉਸੇ ਤੋਂ ਤਿਆਗ ਦੀ ਉਮੀਦ ਰੱਖੀ ਜਾਂਦੀ ਹੈ ਤੇ ਫਿਰ ਉਸੇ ਤੇ ਹੀ ਤੌਮਤਾ ਲਗਾ ਕੇ ਸਮਾਜ ਉਸ ਨੂੰ ਦੱਬਣ ਦੀ ਕੋਸ਼ਿਸ਼ ਕਰਦਾ ਹੈ। ਬਿਲਕੁਲ ਜੀ ਬਿਲਕੁਲ। ਅਸੀਂ ਹੁਣੇ ਰਜਨੀ ਸੈਣੀ ਜੀ ਨੂੰ ਮੈਂ ਦੇਖਦੀ ਹੁੰਨੀ ਆ, ਕਿੰਨੀ ਜੰਗ ਬੱਚੀ ਆਪਣੀ, ਔਰ ਇੱਕ ਬੱਚਾ ਔਰ ਅਮਨ ਸੈਣੀ ਜੀ ਬਹੁਤ ਜਲਦੀ ਸਾਨੂੰ ਵਿਛੋੜਾ ਦੇ ਗਏ। ਬਹੁਤ ਥੋੜੇ ਸਮੇਂ 'ਚ ਉਹਨਾਂ ਨੇ ਬਹੁਤ ਜ਼ਿਆਦੀਆਂ ਪਲੰਘਾਂ ਪੱਟ ਲਈਆਂ। ਔਰ ਕੀ ਉਹ ਜੰਗ ਬੱਚੀ ਸਾਡੀ ਆ? ਕੀ ਉਹਨੂੰ ਜੀਣ ਦਾ ਹੱਕ ਨਹੀਂ? ਕੀ ਉਹਦੇ ਮਨ ਦੇ ਅਰਮਾਨ ਨਹੀਂ? ਕੀ ਉਹਨੇ ਸਮਾਜ ਦੇ ਨਾਲ ਅੱਗੇ ਪਲੰਘਾਂ ਨਹੀਂ ਪੁੱਟਣੀਆਂ? ਤੇ ਮੈਂ ਇਹ ਕਹਿੰਦੀ ਆ ਕਿ ਸਗਾ ਤੇ ਜਿਹੜੀਆਂ ਵਿਧਵਾ ਔਰਤਾਂ ਉਹਨਾਂ ਦਾ ਜ਼ਿਆਦਾ ਸਾਥ ਦੇਣਾ ਚਾਹੀਦਾ। ਸਾਨੂੰ ਉਹਨਾਂ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕਰਨਾ ਚਾਹੀਦਾ ਕਿ ਚਾਰ ਦੀਵਾਰੀ ਦੀਆਂ ਉਹ ਹੱਕਦਾਰ ਨਹੀਂ ਹੈਗੀਆਂ। ਉਹ ਵੀ ਬਿਲਕੁਲ ਆਪਣੀ ਜ਼ਿੰਦਗੀ ਨੂੰ ਆਪਣੇ ਬਹੁਤ ਸਾਰੀਆਂ ਜਿਹੜੀਆਂ ਤਰੱਕੀਆਂ ਆ ਪਰਮਾਤਮਾ ਉਹਨਾਂ ਨੂੰ ਵੀ ਉਹਨਾਂ ਦੀ ਝੋਲੀ ਵਿੱਚ ਵੀ ਪਾਉਂਦਾ। ਜੇ ਅਸੀਂ ਵੀ ਆਪਣੀ ਢੇਰੀ ਢਾਕੇ ਅੰਦਰ ਬਹਿ ਜਾਈਏ ਜੀ, ਆਪਾਂ ਤਾਂ ਕੁਝ ਕਰ ਹੀ ਨਹੀਂ ਪਾਵਾਂਗੇ। ਕਿਉਂ ਕਰੀਏ? ਦੇਖੋ ਜੀ, ਅਸੀਂ ਸਮਾਜ ਦੀ ਪਰਵਾਹ ਤਾਂ ਉਦੋਂ ਕਰੀਏ ਜਦੋਂ ਸਮਾਜ ਸਾਡੀ ਪਰਵਾਹ ਕਰ ਰਿਹਾ ਹੋਵੇ। ਤੇ ਇਹ ਬਿਲਕੁਲ ਸਾਨੂੰ ਸਭ ਤੋਂ ਪਹਿਲਾਂ ਜਿਹੜਾ ਕੁਝ ਆ ਸਭ ਕੁਝ ਆਪਣੇ ਘਰ ਤੋਂ ਸ਼ੁਰੂਆਤ ਕਰਨੀ ਪੈਂਦੀ ਆ ਜੀ, ਆਪਣੇ ਬੱਚਿਆਂ ਤੋਂ ਸ਼ੁਰੂਆਤ ਕਰਨੀ ਪੈਂਦੀ ਆ। ਤੇ ਮੈਂ ਜਿੱਥੇ ਆਪਣੀ ਜ਼ਿੰਦਗੀ ਦੇ ਬੈਲੈਂਸ ਦੀ ਗੱਲ ਕਰਾਂ ਤੇ ਮੈਂ ਇੱਕ ਚੰਗੀ ਮਾਂ ਬਣਨ ਦੀ ਵੀ ਪੂਰੀ ਕੋਸ਼ਿਸ਼ ਕਰੂੰਗੀ ਤੇ ਕਰ ਵੀ ਰਹੀ ਆ, ਕਿਉਂਕਿ ਮੇਰੀਆਂ ਦੋ ਬੇਟੀਆਂ ਇੱਥੇ ਦੀਆਂ ਬਹੁਤ ਜੰਮੀਆਂ ਪਲੀਆਂ ਜੀ। ਮੇਰੀ ਵੱਡੀ ਬੇਟੀ ਕਲਾਸੀਕਲ ਰਾਗਾਂ 'ਚ ਕੀਰਤਨ ਕਰਦੀ ਆ ਜੀ। ਮੇਰੀਆਂ ਬੇਟੀਆਂ ਜਿਹੜੀਆਂ, ਛੋਟੀ ਬੇਟੀ ਨੂੰ 6 ਭਾਸ਼ਾਵਾਂ ਆਉਂਦੀਆਂ ਜੀ, ਉਹਨੇ ਪੰਜਾਬੀ 'ਚੋਂ 97% ਲਿਆ ਕ੍ਰੈਡਿਟ, ਸਪੈਨਿਸ਼ ਦਾ ਕ੍ਰੈਡਿਟ ਲਿਆ, ਇੰਗਲਿਸ਼ ਫ੍ਰੈਂਚ ਸਕੂਲੋਂ ਸਿੱਖੀ, ਹਿੰਦੀ ਉਰਦੂ ਫਸਟ ਕਲਾਸ ਬੋਲਦੀ, ਮਾਂ ਦੀਆਂ ਲਿਖੀਆਂ ਕਿਤਾਬਾਂ ਪੜ੍ਹਦੀਆਂ। ਔਰ ਉਹਨੇ ਪੋਲੀਟੀਕਲ ਸਾਇੰਸ ਕ੍ਰਿਮੀਨੋਲੋਜੀ ਦੀ ਡਿਗਰੀ ਕੀਤੀ ਟੋਰਾਂਟੋ ਯੂਨੀਵਰਸਿਟੀ ਤੋਂ, ਔਰ ਇਹ ਕੈਨੇਡਾ ਨਾਲ ਕੰਮ ਕਰਦੀ ਆ। ਔਰ ਮੇਰੀ ਵੱਡੀ ਬੇਟੀ ਜਿਹੜੀ ਉਹ ਬੈਂਕ ਮੈਨੇਜਰ ਆ, ਔਰ ਉਹਨੇ ਬਹੁਤ ਵਧੀਆ ਕੰਪੀਟੀਸ਼ਨ ਤੇ ਉਹਨੂੰ ਰਾਗਾਂ ਦੇ ਕੀਰਤਨ 'ਚ ਮੈਂ ਲੈ ਕੇ ਜਾਂਦੀ ਰਹੀ ਹਾਂ। 20 ਸਾਲ ਤੋਂ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਘਰੇ ਪ੍ਰਕਾਸ਼, ਮੇਰੀ ਵੱਡੀ ਬੇਟੀ ਨੇ ਸੁੱਖ ਆਸਣ ਦੀ ਸੇਵਾ, ਪ੍ਰਕਾਸ਼ ਦੀ, ਪ੍ਰਸ਼ਾਦੇ ਦੀ ਸੇਵਾ ਵੀ ਨਿਭਾਈ। ਔਰ ਵਾਹਿਗੁਰੂ ਦੀ ਬੜੀ ਕਿਰਪਾ, ਮੈਂ ਇਹ ਵੀ ਕਹਿੰਦੀ ਹਾਂ ਕਿ ਕਿਤੇ ਨਾ ਕਿਤੇ ਮਾਣ ਮਹਿਸੂਸ ਕਰਦੀ ਹਾਂ ਜਦੋਂ ਕਿਤੇ ਮਾਂ ਦਾ ਦਿਨ ਹੁੰਦਾ ਮਦਰਸ ਡੇ, ਤਾਂ ਮੇਰੀ ਬੇਟੀ ਮੈਨੂੰ ਲਿਖ ਕੇ ਦਿੰਦੀ ਆ, ਮਾਮਾ ਠੰਡੀਆਂ ਛਾਵਾਂ ਮੇਰੀ ਮਾਂ ਨੂੰ ਲੱਗਣ ਨਾ ਤੱਤੀਆਂ ਹਵਾਵਾਂ। ਔਰ ਉਹ ਬੱਚੇ ਜਿਹੜੇ ਨੇ ਇੱਥੇ ਦੇ ਜੰਮੇ ਪਲੇ, ਔਰ ਜਦੋਂ ਮਾਂ ਨੂੰ ਪੰਜਾਬੀ ਦੇ ਵਿੱਚ ਮੋਤੀ ਪਰੋਈ ਹੁੰਦੀ ਐਡੀ ਸੋਹਣੀ ਗੱਲ ਲਿਖ ਕੇ ਤੁਹਾਡੇ ਹੱਥ 'ਚ, ਮਾਤਾ ਜੀ ਨੂੰ ਮਾਤਾ ਦੇ ਦਿਨ ਦੀ ਵਧਾਈ ਹੋਵੇ ਜੀ, ਉਹਨਾਂ ਨੇ ਇਹ ਲਿਖ ਕੇ ਮਾਂ ਨੂੰ ਦਿੰਦੀਆਂ ਨਾ, ਉਦੋਂ ਮਾਂ ਕਹਿੰਦੀ ਆ ਕਿ ਮੇਰੀ ਮਿਹਨਤ ਸਫਲ ਹੋ ਗਈ ਹੈ ਨਾ। ਕਿਉਂਕਿ ਸਭ ਤੋਂ ਪਹਿਲਾਂ ਜਿਹੜੀ ਅਸੀਂ ਸੰਦੀਪ ਜੀ ਕਿਸੇ ਵੱਲ ਇੱਕ ਉਂਗਲ ਕਰਦੇ ਹੋ ਨਾ, ਉਹ ਚਾਰ ਉਂਗਲਾਂ ਤੁਹਾਡੇ ਵੱਲ ਵੀ ਹੁੰਦੀਆਂ ਨੇ। ਬਿਲਕੁਲ ਜੀ। ਉਹ ਉਂਗਲ ਆਪਣੇ ਵੱਲ ਕਰਕੇ ਦੇਖੀਏ ਕਿ ਸਾਡੇ 'ਚ ਕੀ ਕਮੀਆਂ ਪੇਸ਼ੀਆਂ ਹਨਾ। ਪਹਿਲਾਂ ਆਪਣੇ ਘਰ ਤੋਂ ਸ਼ੁਰੂਆਤ ਕਰੀਏ, ਫਿਰ ਆਪਾਂ ਗੁਆਂਢੀਆਂ ਦੀ ਗੱਲ ਕਰੀਏ, ਫਿਰ ਅਸੀਂ ਚੌਗਿਰਦਾ ਨੂੰ ਸਵਾਰਨ ਦੀ ਗੱਲ ਕਰੀਏ, ਫਿਰ ਅਸੀਂ ਸਮਾਜ ਦੀ ਗੱਲ ਕਰੀਏ ਹਨਾ। ਸਭ ਤੋਂ ਪਹਿਲਾਂ ਸਾਨੂੰ ਇੱਕ ਸਟੈਪ ਬਾਏ ਸਟੈਪ ਜਿਹੜਾ ਇੱਕ ਕਦਮ ਅੱਗੇ ਲੈ ਕੇ ਜਾਣਾ ਚਾਹੀਦਾ ਹੈਗਾ। ਸੋ ਇਸ ਕਰਕੇ ਕਿਤੇ ਨਾ ਕਿਤੇ ਸਾਡੇ ਲਈ ਬੜੀ ਮਾਣ ਵਾਲੀ ਗੱਲ ਆ। ਤੇ ਜਿੱਥੇ ਤੁਸੀਂ ਇੱਕ ਦਰਸ਼ਕ ਮਾਂ ਵੀ ਬਣਨਾ ਤੁਹਾਡੇ ਲਈ ਬਹੁਤ ਜ਼ਰੂਰੀ ਆ ਆਪਣੇ ਬੱਚਿਆਂ ਦੇ ਲਈ ਹਨਾ। ਤੇ ਦੇਖੋ ਜੀ, ਆਪਾਂ ਕੁਝ ਨਹੀਂ ਕਰਦੇ ਹੈਗੇ, ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ, ਵਾਹਿਗੁਰੂ ਜੀ ਸੱਚੇ ਪਾਤਸ਼ਾਹ ਦਾ, ਕਿ ਮੇਰੇ ਹਸਬੈਂਡ ਬਿਮਾਰ ਹੋਣ ਦੇ ਨਾਤੇ ਵੀ ਬੇਟੀਆਂ ਨੇ ਬਹੁਤ ਸੇਵਾ ਕੀਤੀ ਆਪਣੇ ਫਾਦਰ ਦੀ, ਔਰ ਉਹਨਾਂ ਨੇ ਪੂਰਾ ਸਾਥ ਦਿੱਤਾ। ਔਰ ਮੈਂ ਪਰਮਾਤਮਾ ਦੀ ਸ਼ੁਕਰਗੁਜ਼ਾਰ ਹਾਂ ਕਿ ਉਸ ਸਮੇਂ ਦੇ ਵਿੱਚ ਵੀ ਉਹ ਰਸਤੇ ਤੋਂ ਨਹੀਂ ਭਟਕੇ, ਔਰ ਉਹਨਾਂ ਨੇ ਆਪਣੀ ਮੰਜ਼ਿਲ ਵੱਲ ਵਧਦੀਆਂ ਰਹੀਆਂ। ਤੇ ਅੱਜ ਬੜਾ ਪਰਮਾਤਮਾ ਦਾ ਸ਼ੁਕਰ ਹੈ ਜੀ ਇਹਦੇ ਵਿੱਚ ਹਨਾ। ਕਿਉਂਕਿ ਇੱਕ ਆਦਰਸ਼ ਮਾਂ ਨੂੰ ਪਤਾ ਹੁੰਦਾ ਹੈ ਕਿ ਮੈਂ ਬੱਚਿਆਂ ਨੂੰ ਕਿਸ ਲੀਹ ਤੇ ਪਾਉਣਾ ਹੈ, ਕਿਸ ਪਾਸੇ ਲੈ ਕੇ ਜਾਣਾ ਹੈ, ਤੇ ਤੁਸੀਂ ਉਸ ਦੇ ਵਿੱਚ ਬਾਖੂਬੀ ਹੀ ਆਪਣੇ ਆਪ 'ਚ ਸਫਲ ਹੋਏ ਹੋ ਕਿ ਤੁਸੀਂ ਆਪਣੇ ਬੱਚਿਆਂ ਨੂੰ ਉਹ ਸਿੱਖਿਆ ਦਿੱਤੀ, ਉਹ ਸਿੱਖਿਆ ਦਿੱਤੀ, ਸੇਧ ਦਿੱਤੀ ਕਿ ਉਹ ਆਪਣੀ ਮਾਂ ਬੋਲੀ ਨਾਲ, ਆਪਣੀ ਮਾਂ ਨਾਲ ਤੇ ਆਪਣੇ ਪਿਛੋਕੜ ਨਾਲ ਜੁੜੇ ਰਹਿ ਸਕਣ। ਬਿਲਕੁਲ, ਬੜਾ ਵਧੀਆ ਤੁਸੀਂ ਆਪਣਾ ਰੋਲ ਲਾਈਫ ਦੇ ਵਿੱਚ ਨਿਭਾਇਆ। ਹਾਂ, ਜਿੱਦਾਂ ਮਾਂ ਬੋਲੀ ਦੀ ਆਪਾਂ ਹੁਣੇ ਗੱਲ ਕੀਤੀ ਆ ਹਨਾ, ਕਿਉਂਕਿ ਅਸੀਂ ਆਪਣੀ ਮਾਂ ਬੋਲੀ ਨੂੰ ਵਿਸਾਰ ਗਏ ਆ। ਮੈਂ ਕਿਤੇ ਨਾ ਕਿਤੇ ਇੱਥੇ ਅੱਜ ਆਪਣੇ ਦਰਸ਼ਕਾਂ ਸਰੋਤਿਆਂ ਨਾਲ ਜ਼ਰੂਰ ਗੱਲ ਕਰਨਾ ਚਾਹੁੰਦੀ ਆ ਕਿ ਅਸੀਂ ਜਿੰਨੇ ਇੱਥੇ ਚਿੰਤਤ ਆ, ਸੰਦੀਪ ਜੀ ਤੁਸੀਂ ਵੀ ਦੇਖਿਆ ਹੋਣਾ ਕੈਨੇਡਾ ਦੀ ਧਰਤੀ ਤੇ ਆ ਕੇ, ਜਿੰਨੀ ਅਸੀਂ ਆਪਣੇ ਮਾਂ ਬੋਲੀ ਬੱਚਿਆਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰ ਰਹੇ ਆ, ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਇਹ ਰੁਝਾਨ ਬਹੁਤ ਘਟ ਗਿਆ ਹੈਗਾ ਹਨਾ। ਕਿਤੇ ਨਾ ਕਿਤੇ ਦੁੱਖ ਵੀ ਹੁੰਦਾ ਹੈਗਾ। ਤੇ ਜਦੋਂ ਅਸੀਂ, ਮੈਂ
ਤੁਹਾਨੂੰ ਇੱਥੇ ਦੱਸਣਾ ਚਾਹੁੰਦੀ ਕਿ ਮੈਂ ਪੰਜਾਬੀ ਪੜ੍ਹਾ ਰਹੀ ਹਾਂ ਵਾਟਰਲੂ ਡਿਸਟ੍ਰਿਕਟ ਬੋਰਡ ਆਫ ਹਾਂਜੀ, ਐਜੂਕੇਸ਼ਨ ਤੁਸੀਂ ਨਾਲ। ਦੱਸਿਆ। ਤੇ ਜਿਹੜੇ ਜੇ ਨਾ ਉਹ ਵਧਾਈ ਦੇ ਪਾਤਰ ਮਾਪੇ ਨੇ, ਕਈ ਕੁੜੀਆਂ ਦੇ ਜਿਹੜੇ ਹਸਬੰਡ ਨੇ ਉਹ ਆਪਣੇ ਕੈਨੇਡੀਅਨ ਨੇ ਜੀ। ਤੇ ਉਹ ਕਈਆਂ ਦੀਆਂ ਮਦਰਸ ਕੈਨੇਡੀਅਨ ਆ ਬੱਚਿਆਂ ਦੀਆਂ, ਉਹ ਵੀ ਪੰਜਾਬੀ ਸਕੂਲ ਬੱਚਿਆਂ ਨੂੰ ਲੈ ਕੇ ਆ ਰਹੇ ਨੇ। ਤੇ ਔਰ ਜਿਹੜੇ ਨੌਨ ਪੰਜਾਬੀ ਨੇ ਉਹ ਵੀ ਚਾਹੁੰਦੇ ਕਿ ਅਸੀਂ ਪੰਜਾਬੀ ਸਿੱਖਣੀ ਹੈ। ਜੇ ਮਾਂ ਪੰਜਾਬੀ ਆ ਜਾਂ ਉਹਨਾਂ ਦਾ ਫਾਦਰ ਪੰਜਾਬੀ ਆ, ਵੀ ਸਾਡੇ ਬੱਚੇ ਆਪਣੀ ਮਾਂ ਦੀ ਜਾਂ ਫਾਦਰ ਦੀ ਲੈਂਗੁਏਜ ਨੂੰ ਸਿੱਖਣ। ਔਰ ਇੰਨੇ ਸੋਹਣੇ ਲੱਗਦੇ ਉਹ ਬੱਚੇ, ਜਿੱਦਾਂ ਪੰਜਾਬੀ ਦੀ ਕੋਈ ਪੋਇਮ ਸੁਣਾ ਰਹੇ ਨੇ, ਊੜਾ ਆੜਾ ਕੀ ਵੱਡੀ ਕੋਈ ਗੱਲ ਕਰ ਰਹੇ ਹੈਗੇ ਆ, ਤੇ ਬਹੁਤ ਹੀ ਚੰਗਾ ਲੱਗਦਾ। ਪਰ ਅਸੀਂ ਇੱਥੇ ਕਹਿੰਦੇ ਕਿ ਪੰਜਾਬ ਭਾਵੇਂ ਸਾਰੀਆਂ ਭਾਸ਼ਾਵਾਂ ਸਿੱਖੋ ਜੀ, ਪਰ ਆਪਣੀ ਮਾਂ ਦੀ ਬੋਲੀ ਨਾ ਵਿਸਾਰੋ। ਜੇ ਮਾਂ ਬੋਲੀ ਭੁੱਲ ਜਾਓਗੇ ਤੇ ਕੱਖਾਂ ਵਾਂਗੂ ਰੋਲ ਜਾਓਗੇ। ਤੇ ਆਪਣੀ ਜੜ੍ਹਾਂ ਨਾਲ ਜੁੜੇ ਰਹੋ। ਤੇ ਸਾਨੂੰ ਇਹ ਆ ਕਿ ਅਸੀਂ ਬੱਚਿਆਂ ਨੂੰ ਤਾਂ ਸਿਖਾ ਰਹੇ ਹਾਂ ਪੰਜਾਬੀ, ਕਿ ਸਾਡੇ ਬੱਚੇ ਜਦੋਂ ਕਿਤੇ ਪੰਜਾਬ ਜਾਣ, ਉਹਨਾਂ ਨੂੰ ਕਿਸੇ ਨਾਲ ਗੱਲਬਾਤ ਕਰਕੇ ਕੋਈ ਪੁੱਛਣ ਦੀ ਜ਼ਰੂਰਤ ਹੀ ਨਾ ਪਵੇ ਕਿ ਇੰਗਲਿਸ਼ ਉਹਨਾਂ ਦੀ ਕੋਈ ਸਮਝ ਨਾ ਸਕੇ। ਜੇ ਪੰਜਾਬੀ ਸਮਝਦੇ ਹੋਣਗੇ ਤੇ ਸਾਡੇ ਬੱਚੇ ਬੋਲਦੇ ਹੋਣਗੇ। ਮੇਰੀ ਬੇਟੀ ਹਰ ਸਾਲ ਜਾਂਦੀ ਮੇਰੇ ਨਾਲ ਜੀ, 2-3 ਹਫ਼ਤੇ ਰਹਿ ਕੇ ਆਉਂਦੀ ਆ। ਸਾਰੇ ਉਹਨੇ ਗੁਰਦੁਆਰਿਆਂ 'ਚ ਜਾਣਾ ਹੁੰਦਾ, ਔਰ ਜਦੋਂ ਕਿਸੇ ਦੇ ਘਰ ਬੈਠ ਕੇ ਠੇਠ ਪੰਜਾਬੀ ਬੋਲਦੀ ਜੀ, ਉਹ ਸਾਰੇ ਕਹਿ ਦਿੰਦੇ ਆ, ਕਹਿੰਦੇ ਬੇਟਾ ਤੂੰ ਤਾਂ ਲੱਗਦੀ ਨਹੀਂ ਕੈਨੇਡਾ ਦੀ ਜੰਮੀ ਪਲੀ, ਤੂੰ ਕੈਨੇਡਾ ਤੋਂ ਆਈ ਆ, ਭਈ ਤੂੰ ਤਾਂ ਸਾਡੇ ਨਾਲ ਵੀ ਵਧੀਆ ਪੰਜਾਬੀ ਬੋਲਦੀ ਆ ਨਾ। ਤੇ ਉਹ ਕਿਤੇ ਨਾ ਕਿਤੇ ਬੜਾ ਚੰਗਾ ਲੱਗਦਾ। ਜਦੋਂ ਕਿਸੇ ਸ਼ਾਪਿੰਗ ਤੇ ਜਾਂਦੇ, ਅਸੀਂ ਕਿਸੇ ਦੁਕਾਨ ਤੇ ਵੀ ਜਾਂਦੇ ਆ ਨਾ, ਉਹ ਰੰਗ ਵੀ ਸਾਨੂੰ ਪੀਲੇ ਰੰਗ ਦਾ ਦਿਖਾ ਦਿਓ ਜੀ, ਗੁਲਾਬੀ ਰੰਗ ਦਾ ਦਿਖਾ ਦਿਓ ਜੀ, ਤੇ ਉਹ ਫਿਰ ਉਹਨਾਂ ਨੂੰ ਸੂਟ ਵੀ ਉਹ ਪੰਜਾਬੀ ਦੇ ਵਿੱਚ ਗੱਲਬਾਤ ਕਰਕੇ ਹੀ ਉਹਨਾਂ ਤੋਂ ਲੈਂਦੀ ਆ। ਤੇ ਉਹ ਬੜਾ ਉਸ ਵੇਲੇ ਚੰਗਾ ਲੱਗਦਾ। ਤੇ ਇੱਕ ਮੈਂ ਸੰਦੀਪ ਜੀ, ਇੱਕ ਨਾ ਮੈਂ ਪੰਜਾਬੀ ਮਾਂ ਬੋਲੀ ਤੇ ਮੈਂ ਇੱਕ ਗੀਤ ਲਿਖਿਆ ਸੀਗਾ, ਤੇ ਮੈਂ ਇਹਦੇ ਨਾਲ ਹੀ ਅਸੀਂ ਕੜੀ ਨੂੰ ਜੋੜਦੇ ਹੋਏ ਇੱਕ ਉਹ ਗੀਤ ਜਿਹੜਾ ਫਿਰ ਅਸੀਂ ਉਹ ਜ਼ਰੂਰ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ ਜੀ। ਤੇ ਮੈਂ ਪੰਜਾਬੀ ਮਾਂ ਬੋਲੀ ਦੀ ਜਦੋਂ ਗੱਲ ਕਰਦੇ ਆ ਤੇ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਉਚੇਚਾ ਹੀ ਆ ਜਾਂਦੀਆਂ। ਬਿਲਕੁਲ ਜੀ, ਬਿਲਕੁਲ। ਕਹਿੰਦੇ ਕਿ ਟਾਹਣੀ ਨਾਲੋਂ ਜੋ ਟੁੱਟ ਜਾਂਦਾ ਪੱਤਾ ਹਰਾ ਨਹੀਂ ਰਹਿੰਦਾ, ਪਿੱਛਾ ਆਪਣਾ ਭੁੱਲ ਜਾਵੇ ਉਹਦਾ ਅੱਗਾ ਵੀ ਨਹੀਂ ਰਹਿੰਦਾ। ਬਿਲਕੁਲ 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 ਜੀ, ਉਹ ਤਾਂ ਰਹਿਣਾ ਹੀ ਨਹੀਂ ਜੀ। ਬਿਲਕੁਲ। ਨਾ ਆਪਣੀ ਮਾਂ ਬੋਲੀ ਨੂੰ ਭੁੱਲਿਓ ਤੇ ਭੁਲਾਇਓ ਜੀ, ਮਾਂ ਬੋਲੀ ਨੂੰ ਭੁੱਲ ਕੇ ਨਾ ਰੁਲਿਓ ਤੇ ਰਲਾਇਓ ਜੀ। ਇਹ ਤਾਂ ਗੁਰੂਆਂ ਦੇ ਮੁਖ ਚੋਂ ਨਿਕਲੀ ਬੋਲੀ ਏ, ਤਾਈਓ ਮਾਖੀਓ ਮਿੱਠੀ ਕੰਨਾਂ ਵਿੱਚ ਮਿਚਰੀ ਕੋਲੀਏ। ਥੋੜਾ ਜਿਹਾ ਤੁਸੀਂ ਤਰਸ ਵੀ ਕਰਿਓ, ਨਾ ਕੋਈ ਕਹਿਰ ਕਮਾਇਓ ਜੀ, ਨਾ ਆਪਣੀ ਮਾਂ ਬੋਲੀ ਨੂੰ ਭੁੱਲਿਓ ਤੇ ਭੁਲਾਇਓ ਜੀ। ਇਹਦੀ ਅਹਿਮੀਅਤ ਨੂੰ ਬਰਕਰਾਰ ਵੀ ਰੱਖਣਾ ਏ, ਨਹੀਂ ਤਾਂ ਮਾਂ ਬੋਲੀ ਬਿਨ ਰਹਿਣਾ ਬੇੜਾ ਸਖਣਾ ਏ। ਵਿਦੇਸ਼ਾਂ ਵਿੱਚ ਵਸਦੇ ਲੋਕੋ ਘਰ ਘਰ ਧੁੰਮਾਂ ਪਾਇਓ ਜੀ, ਨਾ ਆਪਣੀ ਮਾਂ ਬੋਲੀ ਨੂੰ ਭੁੱਲਿਓ ਤੇ ਭੁਲਾਇਓ ਜੀ। ਇਹ ਬੋਲੀ ਮਾਣ ਵਧਾਉਂਦੀ ਸੂਫੀ ਗੁਰੂਆਂ ਸੰਤ ਫਕੀਰਾਂ ਦੇ, ਕਿਸੇ ਕਾਰਾਂ ਕਿਸੇ ਲਿਖਤੇ ਸੋਹਣੀ ਸੱਸੀ ਹੀਰਾਂ ਦੇ। ਸਾਰੇ ਵੱਧ ਚੜ ਕੇ ਮਾਂ ਬੋਲੀ ਦਾ ਦਿਵਸ ਮਨਾਇਓ ਜੀ, ਨਾ ਆਪਣੀ ਮਾਂ ਬੋਲੀ ਨੂੰ ਭੁੱਲਿਓ ਤੇ ਭੁਲਾਇਓ ਜੀ। ਸਭ ਨੂੰ ਦੱਸੋ ਇਹ ਬੋਲੀ ਨਹੀਂ ਗਵਾਰਾਂ ਦੀ, ਕੌਣ ਸਮਝਾਵੇ ਇਹਨਾਂ ਨੂੰ, ਇਹ ਤਾਂ ਸੱਭਿਆਚਾਰਾਂ ਦੀ ਸ਼ਾਨ ਨਾਲ ਪੰਜਾਬੀ ਬੋਲੋ, ਨਾ ਬੋਲਣ ਤੋਂ ਘਬਰਾਇਓ ਜੀ, ਨਾ ਆਪਣੀ ਮਾਂ ਬੋਲੀ ਨੂੰ ਭੁੱਲਿਓ ਤੇ ਭੁਲਾਇਓ ਜੀ। ਇਹ ਮਾਂ ਬੋਲੀ ਦੇ ਨਾਲ ਨੇ ਜੁੜੀਆਂ ਮੋਹ ਮਾਇਆ ਦੀਆਂ ਤੰਦਾਂ ਨੇ, ਮਾਂ ਬੋਲੀ ਨੂੰ ਬੋਲ ਬੋਲ ਕੇ ਹੁਣ ਪੀੜ੍ਹੀਆਂ ਗੰਢਾਂ ਏ। ਨਾਨੀ ਦਾਦੀ ਮਾਂ ਬੋਲੀ ਵਿੱਚ ਲੋਰੀ ਤੁਸੀਂ ਸੁਣਾਇਓ ਜੀ, ਨਾ ਆਪਣੀ ਮਾਂ ਬੋਲੀ ਨੂੰ ਭੁੱਲਿਓ ਤੇ ਭੁਲਾਇਓ ਜੀ। ਤਾਏ ਚਾਚੇ ਭੂਆ ਫੁੱਫੜ ਕਹਿ ਕੇ ਘਰ ਵਿੱਚ ਰੀਤ ਚਲਾਉਣੀ ਏ, ਆਂਟੀ ਅੰਕਲ ਕਹਿ ਕੇ ਕਾਨੂੰ ਫੋਕੀ ਸ਼ਾਨ ਵਧਾਉਣੀ ਏ। ਤਾਏ ਚਾਚੇ ਭੂਆ ਫੁੱਫੜ ਕਹਿ ਕੇ ਘਰ ਵਿੱਚ ਰੀਤ ਚਲਾਉਣੀ ਏ, ਆਂਟੀ ਅੰਕਲ ਕਹਿ ਕੇ ਕਾਨੂੰ ਫੋਕੀ ਸ਼ਾਨ ਵਧਾਉਣੀ ਏ। ਸਭ ਰਿਸ਼ਤੇ ਨਾਤੇ ਆਪਣੀ ਬੋਲੀ ਵਿੱਚ ਸਮਝਾਇਓ ਜੀ, ਨਾ ਆਪਣੀ ਮਾਂ ਬੋਲੀ ਨੂੰ ਭੁੱਲਿਓ ਤੇ ਭੁਲਾਇਓ ਜੀ। ਬੋਲਣਾ ਪੜ੍ਹਨਾ ਲਿਖਣਾ ਆਪਣੀ ਮਾਂ ਬੋਲੀ ਵਿੱਚ ਸਿੱਖੋ ਜੀ, ਹੱਥ ਪੋਚਵੀਂ ਫੱਟੀ ਫੜ ਕੇ ਉਸ ਦੇ ਉੱਪਰ ਲਿਖੋ ਜੀ। ਪਾਲ 35 ਅੱਖਰੀ ਵਾਲਾ ਕਹਿਦਾ, ਪਾਲ 35 ਅੱਖਰੀ ਵਾਲਾ ਕਹਿਦਾ,
ਸਭ ਦੇ ਹੱਥ ਫੜਾਇਓ ਜੀ, ਨਾ ਆਪਣੀ ਮਾਂ ਬੋਲੀ ਨੂੰ ਭੁੱਲਿਓ ਤੇ ਭੁਲਾਇਓ ਜੀ, ਨਾ ਆਪਣੀ ਮਾਂ ਬੋਲੀ ਨੂੰ ਰੁਲਿਓ ਤੇ ਰਲਾਇਓ ਜੀ, ਨਾ ਆਪਣੀ ਮਾਂ ਬੋਲੀ ਨੂੰ ਭੁੱਲਿਓ ਤੇ ਭੁਲਾਇਓ ਜੀ। ਬਿਲਕੁਲ ਬਿਲਕੁਲ ਬਿਲਕੁਲ, ਕਿਉਂਕਿ ਮਾਂ ਬੋਲੀ ਨਾਲ ਹੀ ਸਾਡਾ ਵਜੂਦ ਹੈ। ਬਿਲਕੁਲ ਜੀ ਬਿਲਕੁਲ, ਆਪਣੀ ਮਾਂ ਬੋਲੀ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਇੱਕ ਕੰਟਰੀ ਆ, ਉਹਦੇ ਵਿੱਚ ਜੇ ਕਿਸੇ ਨੂੰ ਸਰਾਫ ਦੇਣਾ ਹੋਵੇ ਨਾ ਤੇ ਉਹਦੇ ਵਿੱਚ ਇਹ ਕਿਹਾ ਜਾਂਦਾ ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾ। ਬਿਲਕੁਲ। ਤੇ ਦੇਖੋ ਕਿੱਡੀ ਵੱਡੀ ਮਾਂ ਬੋਲੀ ਦੀ ਅਹਿਮੀਅਤ ਹੈਗੀ ਆ ਕਿ ਇੱਕ ਸਰਾਫ ਵੀ ਦੇਣਾ ਹੋਵੇ ਤੇ ਉਹਨੂੰ ਵੀ ਇਹ ਗੱਲ ਕਹਿੰਦੇ। ਤੇ ਅਸੀਂ ਕਹਿੰਦੇ ਕਿ ਆਪਣਾ ਵਿਰਸਾ ਜਿਹੜਾ ਸੱਭਿਆਚਾਰ ਇਹਦੇ ਦੇ ਨਾਲ ਸਾਨੂੰ ਹਮੇਸ਼ਾ ਹੀ ਜੁੜੇ ਰਹਿਣਾ ਚਾਹੀਦਾ ਹੈਗਾ ਆ। ਤੇ ਬਾਕੀ ਉਹ ਜ਼ਿੰਦਗੀ ਦੀਆਂ ਜਿਹੜੀਆਂ ਪਲਾਂਘਾਂ ਹੈਗੀਆਂ, ਜੇ ਤਾਂ ਤੁਸੀਂ ਤਾਂ ਕਿਸੇ ਦੇ ਕਹਿਣ ਤੇ ਬਸ ਕਿਸੇ ਨੇ ਤੁਹਾਨੂੰ ਕਹਿਤਾ ਲੈ ਬਈ ਹੁਣ ਇਹ ਕੰਮ ਕਰਨਾ ਹੀ ਨਹੀਂ, ਕੀ ਕਰਦੇ ਫਿਰਦੇ ਨੇ। ਮੈਨੂੰ ਜਿੱਦਾਂ ਆਪਣੇ ਬਾਰੇ ਮੈਂ ਇਹ ਵੀ ਦੱਸ ਰਹੀ ਹਾਂ ਤੁਹਾਨੂੰ ਕਿ ਆਪਣੇ ਤੁਹਾਨੂੰ ਪਤਾ ਹੀ ਹੈਗਾ ਆ ਕਿ ਮੈਂ ਜਿੱਦਾਂ ਆਪਣਾ ਜਿੱਥੇ ਟੀਚਿੰਗ ਦਾ ਮੈਨੂੰ ਹੈਗਾ ਆ, ਟੀਚਰਾਂ ਨਾਲ ਹੀ ਮੈਂ ਆਪਣਾ ਲਿਖਦੀ ਵੀ ਹਾਂ। ਤੇ ਜਿੱਥੇ ਆਪਾਂ ਮੈਂ ਕਹਾਣੀਆਂ ਵੀ ਲਿਖ ਲੈਂਦੀ ਹਾਂ, ਗੀਤ ਲਿਖਦੀ ਹਾਂ, ਗਜ਼ਲਾਂ ਲਿਖਦੀ ਹਾਂ। ਮੈਂ ਉਹ ਕਵੀਸ਼ਰੀ ਦੀ ਵੀ ਇੱਕ ਬਣ ਗਈ ਤੁਹਾਨੂੰ ਸੁਣਾਉਂਗੀ। ਮੈਂ ਬੱਚਿਆਂ ਨੂੰ ਕਵੀਸ਼ਰੀ ਸਿਖਾਉਂਦੀ ਵੀ ਹਾਂ। ਸਾਡੇ ਉਸਤਾਦ ਗੁਰੂ ਦਰਸ਼ਨ ਸਿੰਘ ਭੰਬੇ ਨੇ ਸਾਬੋ ਦੀ ਤਲਵੰਡੀ ਤੋਂ ਕਵੀਸ਼ਰੀ ਮੰਚ ਚਲਾ ਰਹੇ ਨੇ। ਅਸੀਂ ਬਹੁਤ ਕੁਛ ਉਹਨਾਂ ਤੋਂ ਕੋੜਾ ਛੰਦ, ਕਵਿਤ ਛੰਦ, ਕੇਸਰੀ ਕਵਿਤ ਛੰਦ, ਮਨੋਹਰ ਭਵਾਨੀ ਛੰਦ, ਦੋ ਤਾਰਾ ਛੰਦ, ਦੋਹਰਾ ਛੰਦ, ਲਹਿਰੀਆ ਛੰਦ, ਅਸੀਂ ਸਾਰੇ ਉਹਨਾਂ ਤੋਂ ਸਿੱਖੇ ਆ ਜੀ। ਤੇ ਅਸੀਂ ਸਾਡਾ ਅਭਿਆਸ ਚੱਲਦਾ ਰਹਿੰਦਾ। ਇੱਥੇ ਬੱਚਿਆਂ ਨੂੰ ਵੀ ਕਹਿੰਦੇ ਆ ਕਿ ਆਪਣੇ ਕਵੀਸ਼ਰੀ ਸਿਖਾਈ ਦੀ ਆ ਤਾਂ ਕਿ ਨਾਲੇ ਤੇ ਗੁਰੂ ਘਰਾਂ ਨਾਲ ਜੁੜੇ ਰਹਿੰਦੇ ਨੇ, ਨਾਲੇ ਪੰਜਾਬੀ ਮਾਂ ਬੋਲੀ ਨਾਲ ਜੁੜਦੇ ਨੇ, ਤੇ ਨਾਲੇ ਉਹਨਾਂ ਨੂੰ ਕਿਤੇ ਨਾ ਕਿਤੇ ਚੰਗੇ ਰਾਹ ਤੇ ਬੰਦਾ ਪਾ ਦਿੰਦਾ ਜੀ ਬੱਚਿਆਂ ਨੂੰ, ਹਨਾ। ਨਾਲੇ ਉਹਨਾਂ ਦਾ ਗੁਰੂ ਘਰ ਨਾਲ ਵੀ ਏਦੇ ਪ੍ਰੇਮ ਬਣ ਜਾਂਦਾ। ਤੇ ਹਰ ਇੱਕ ਵਿਸ਼ੇ ਤੇ ਲਿਖਦੇ ਆ, ਹਰ ਇੱਕ ਪੱਖ ਤੇ ਲਿਖੀ ਦੀ ਆ। ਤੇ ਆਪਾਂ ਇਹ ਵੀ ਹੁੰਦਾ ਕਿ ਨਾਲ ਨਾਲ ਮੈਂ ਇੱਥੇ ਬਰੰਪਟਨ ਦੀ ਧਰਤੀ ਨੂੰ ਅਸੀਂ 5 ਨਾਟਕ ਦਿੱਤੇ ਜਿਨ੍ਹਾਂ ਦੇ ਵਿੱਚ ਮੈਂ ਕੰਮ ਕੀਤਾ ਜੀ। ਪੀੜ ਪਰਦੇਸਾਂ ਦੀ ਖੇਡੀ ਅਸੀਂ, ਸੁੱਚਾ ਸਿੰਘ ਕੈਨੇਡੀਅਨ, ਸੁਪਰ ਵੀਜ਼ਾ, ਤੇ ਬਾਕੀ ਆਪਣਾ ਹੁਣੇ ਵੀ ਇੱਕ ਸੀ ਨਾਟਕ ਕਿਲ ਮਾਤਾ ਗੁਜਰੀ ਸਾਕਾ ਸਰਹੰਦ, ਤੇ ਆਪਾਂ ਪ੍ਰਣਾਮ ਸ਼ਹੀਦਾਂ ਨੂੰ। ਤੇ ਮਾਤਾ ਗੁਜਰੀ ਸਾਕਾ ਸਰਹੰਦ ਜਦੋਂ ਖੇਡਿਆ ਸੀ $10,000 ਅਸੀਂ ਸਿੱਖ ਚਿਲਡਰਨ ਹਸਪੀਟਲ ਨੂੰ ਇਕੱਠਾ ਕਰਕੇ ਦਿੱਤਾ ਸੀਗਾ, ਹਨਾ। ਤੇ ਬਹੁਤ ਜ਼ਿਆਦਾ ਸਾਡੇ ਇੱਥੇ ਜਿਹੜੇ ਆ ਇੱਥੇ ਅਸੀਂ ਡਰਾਮੇ ਖੇਡਦੇ ਹਾਂ ਤੇ ਅਸੀਂ ਉਹ ਮੰਚ ਨਾਲ ਜੁੜੇ ਹੋਏ ਹਾਂ। ਜਿੱਦਾਂ ਆਪਣਾ ਹੈਗਾ ਹੈਟਸਅਪ ਦਾ ਹੋ ਗਿਆ, ਚੇਤਨਾ ਮੰਚ ਹੋ ਗਿਆ, ਤੇ ਅਸੀਂ ਵੱਖਰੇ ਵੱਖਰੇ ਮੰਚ ਦੇ ਨਾਲ ਅਸੀਂ ਡਰਾਮਾ ਖੇਡਦੇ ਹਾਂ। ਤੇ ਉੱਥੋਂ ਹੀ ਬਸ ਪਰਮਾਤਮਾ ਦੀ ਉਹ ਕਹਿ ਦੋ ਸ਼ੁਕਰਾਨਾ ਹੀ ਆ, ਉਹਦੀ ਮਿਹਰ ਹੀ ਆ, ਬਸ ਉਹਦੀ ਕਿਰਪਾ ਹੀ ਕਹਿ ਦੇਣੀ ਹੁੰਦੀ ਹੈ ਨਾ। ਤੇ ਬਸ ਉਹ ਕਿਰਪਾ ਕਰਕੇ ਹੀ ਸਾਰਾ ਕੁਝ ਹੋ ਰਿਹਾ। ਤੇ ਫਿਰ ਮੈਂ ਪਹਿਲਾਂ ਮਾਰਿਆ ਪੰਜਾਬ ਮੂਵੀ ਕੀਤੀ ਸੀਗੀ, ਮੈਡਮ ਜਤਿੰਦਰ ਕੌਰ ਸੀ ਸਾਡੇ ਨਾਲ, ਘੁੱਲੇ ਸ਼ਾਹ ਸੀ, ਚਾਚਾ ਬਿਸ਼ਨਾ, ਅੰਮ੍ਰਿਤਪਾਲ ਬਿੱਲਾ ਭਾਜੀ। ਔਰ ਬੜਾ ਮਾਣ ਮਹਿਸੂਸ ਕਰ ਰਹੀ ਹਾਂ ਕਿਉਂਕਿ ਏਡੇ ਵੱਡੇ ਐਕਟਰ ਨਾਲ ਮੈਂ ਕੰਮ ਕੀਤਾ। ਔਰ ਮੈਡਮ ਜਤਿੰਦਰ ਦੀ ਗੱਲ ਮੈਂ ਬੜੀ ਪੱਲੇ ਬੰਨ੍ਹ ਲਈ। ਉਹ ਦੇਖ ਲਓ ਵੀ ਹੁਣ ਵੀ ਮੈਨੂੰ, ਮੈਂ ਭਾਰਤ ਗਈ ਸੀਗੀ ਪੰਜਾਬ, ਤਾਂ ਉਹਨਾਂ ਨੂੰ ਸਨਮਾਨਿਤ ਕੀਤਾ ਸੀ ਵਿਰਸਾ ਵਿਹਾਰ ਦੇ ਵਿੱਚ, ਤੇ ਉਹਨੂੰ ਕਿਹਾ ਵੀ ਬੇਟਾ ਆਉਣਾ ਆ, ਤੇ ਮੈਂ ਉੱਥੇ ਵੀ ਗਈ। ਜਦੋਂ ਮੈਂ ਪਹਿਲੀ ਵਾਰੀ ਕੰਮ ਕੀਤਾ, ਉਹਨਾਂ ਨੇ ਸਾਡੀ ਇੱਕ ਬੇਟੀ ਦੀ ਵਿਚੋਲਣ ਦਾ ਰੋਲ ਕੀਤਾ, ਤੇ ਉਹਨਾਂ ਨੇ ਇੱਕੋ ਗੱਲ ਮੈਨੂੰ ਕਹੀ, ਕਹਿੰਦੇ ਬੇਟਾ ਬਹੁਤ ਸੋਹਣਾ ਕਰਦੇ ਹੋ, ਕਰਦੇ ਹੀ ਰਹੀਓ, ਕਿਸੇ ਦੀ ਪਰਵਾਹ ਨਹੀਂ ਕਰਨੀ, ਆਪਣੀ ਕਲਾ ਨੂੰ ਮਾਰਨ ਨਹੀਂ ਦੇਣਾ ਜੀ। ਤੇ ਐਡਾ ਵੱਡਾ ਉਹਨਾਂ ਦੀ ਗੱਲ ਕਹਿ ਦੇਣੀ ਸੰਦੀਪ ਜੀ, ਉਹ ਤੁਸੀਂ ਯਕੀਨ ਨਹੀਂ ਕਰ ਸਕਦੇ, ਹਨਾ। ਉਹਨਾਂ ਨੇ ਕਿਹਾ ਜਦੋਂ ਮੈਂ ਸ਼ੁਰੂਆਤ ਕੀਤੀ ਸੀ ਨਾ, ਮੈਨੂੰ ਬਹੁਤ ਕਹਿੰਦੇ ਅਪਸ਼ਬਦ ਲੋਕਾਂ ਨੇ ਬੋਲੇ ਸੀ, ਉਹ ਮੈਂ ਸ਼ਬਦ ਵੀ ਨਹੀਂ ਯੂਜ਼ ਕਰਨਾ ਚਾਹੁੰਦੀ। ਕਹਿੰਦੇ ਕਿ ਇਹ ਕਿਹੜਾ ਕੰਮ ਇਹੋ ਫੜ ਲਿਆ, ਤੇ ਮੈਨੂੰ ਉਹ ਲਫ਼ਜ਼ ਨੇ ਮੈਂ ਯੂਜ਼ ਕਰਦੀ। ਔਰ ਕਹਿੰਦੇ ਬੜਾ ਬੁਰਾ ਭਲਾ ਵੀ ਕਿਹਾ, ਬਹੁਤ ਕੁਝ ਕਿਹਾ ਮੈਨੂੰ, ਹਨਾ। ਪਰ ਕਹਿੰਦੇ ਮੈਂ ਉਹਨਾਂ ਦੀ ਪਰਵਾਹ ਨਹੀਂ ਕੀਤੀ, ਮੈਂ ਚੱਲਦੀ ਰਹੀ। ਕਹਿੰਦੇ ਅੱਜ ਉਹੀ ਲੋਕ ਮੈਨੂੰ, ਜਿਨ੍ਹਾਂ ਨੇ ਮੈਨੂੰ ਬੁਰਾ ਭਲਾ ਕਿਹਾ ਸੀ, ਅਪਸ਼ਬਦ ਬੋਲੇ ਸੀ, ਮੇਰੇ ਰਿਸ਼ਤੇਦਾਰ ਵੀ ਮੇਰੇ ਤੋਂ ਮੂੰਹ ਮੋੜ ਗਏ ਸੀਗੇ। ਤੇ ਉਹਨਾਂ ਨੇ ਕਿਹਾ ਕਿ ਮੈਨੂੰ, ਪਰ ਮੈਂ ਉਹਨਾਂ ਦੀ ਪਰਵਾਹ ਨਹੀਂ ਕੀਤੀ। ਔਰ ਮੈਂ ਹਮੇਸ਼ਾ ਕਿਹਾ ਕਿ ਨਹੀਂ ਮੈਂ ਕਰਨਾ ਹੀ ਆ। ਤੇ ਕਹਿੰਦੇ ਬਸ ਬੇਟਾ ਬਹੁਤ ਕੁਝ ਲੋਕ ਕਹਿੰਦੇ ਅੱਜ ਉਹੀ ਕਹਿੰਦੇ ਖੜ ਕੇ ਫੋਟੋ ਖਿਚਾ ਲਓ, ਤੇ ਕਹਿੰਦੇ ਬੇਟਾ ਕਰਦੇ ਹੀ ਰਹਿਣਾ, ਛੱਡਣਾ ਨਹੀਂ, ਆਪਣੀ ਕਲਾ ਨਾਲ ਕਦੀ ਸਮਝੌਤਾ ਨਹੀਂ ਕਰਨਾ, ਇਹਨੂੰ ਮਰਨ ਨਹੀਂ ਦੇਣਾ। ਔਰ ਬਹੁਤ ਸੋਹਣਾ ਕਰਦੇ ਹੋ ਤਾਂ ਕਰਦੇ ਹੀ ਰਹੀਓ। ਤੇ ਹੁਣੇ ਉਹ ਤੋਂ ਬਾਅਦ ਜਾਗੋ ਪੰਜਾਬ ਮੂਵੀ 'ਚ ਕੰਮ ਕੀਤਾ ਸੁਖਵੀਰ ਬਾਠ ਜੀ ਦੇ ਨਾਲ। ਔਰ ਤੁਸੀਂ ਬਹੁਤ ਕੁਝ ਸਿੱਖਦੇ ਹੋ। ਔਰ ਇੱਥੇ ਅਸੀਂ ਬੇਨਕਾਬ ਚਿਹਰੇ ਇੱਥੇ ਅਸੀਂ ਬਣਾਈ ਆ,
ਉਹਦੇ 'ਚ ਵੀ ਮੈਂ ਇੱਕ ਮਾਂ ਦਾ ਰੋਲ ਕੀਤਾ। ਬੜੀ ਅੱਛੀ ਉਹ ਵੀ ਮੂਵੀ ਬਣੀ ਆ, ਚੁਪਾਲ ਵਾਲਿਆਂ ਨੇ ਉਹ ਸਾਡੀ ਮੂਵੀ ਲਈ ਆ। ਔਰ ਇੱਥੇ ਹੁਣ ਅਸੀਂ ਇੱਕ ਬ੍ਰਹਮਟਨਪੁਰਾ ਜਿਹੜਾ ਆ 10 ਵੈਬ ਸੀਰੀਜ਼ ਜਿਹੜੀਆਂ ਅਸੀਂ ਬੜੀ ਜਲਦੀ ਸ਼ੁਰੂ ਕਰਨਾ, ਔਰ ਉਹਦੇ ਵਿੱਚ ਵੀ ਮੈਂ ਕੰਮ ਕਰ ਰਹੀ ਹਾਂ। ਔਰ ਬੜੇ ਸਾਡੇ ਲਈ ਬੜੇ ਮਾਣ ਵਾਲੀ ਗੱਲ ਆ। ਤੇ ਹੁਣ ਇੱਕ ਹੋਰ ਮੂਵੀ ਦੇ ਵਿੱਚ ਵੀ ਮੈਂ ਜਨਵਰੀ 'ਚ ਸ਼ੂਟਿੰਗ ਕਰਨ ਜਾਣਾ। ਤੇ ਪੰਜਾਬਣ ਤੇ ਪੰਜਾਬੀ ਦਾ ਇੱਥੇ ਇੱਕ ਵਰਲਡ ਵਾਈਡ ਅਸੀਂ ਸ਼ੋਅ ਲੈ ਕੇ ਜਾ ਰਹੇ ਹੈਗੇ ਆ, ਕਿਉਂਕਿ ਇਹਦੇ ਵਿੱਚ ਅਸੀਂ ਕਹਿੰਦੇ ਕਿ ਹਰ ਇੱਕ ਨੂੰ, ਤੁਸੀਂ ਦੇਖੋ ਕਿੰਨੀਆਂ ਮੱਲਾਂ ਮਾਰ ਰਹੀਆਂ ਸੰਦੀਪ ਜੀ, ਪਹਿਲਾਂ ਤਾਂ ਤੁਹਾਨੂੰ ਸਲੂਟ। ਤੇ ਤੁਸੀਂ ਇੱਕ ਤਾਂ ਧੀ ਹੋ ਜੀ, ਮਾਂ ਹੋ ਤੇ ਰੋਲ ਮਾਡਲ ਹੋ, ਤੇ ਤੁਹਾਨੂੰ ਦੇਖ ਕੇ ਕਿੰਨੀਆਂ ਲੋਕਾਂ ਕੁੜੀਆਂ ਦਾ ਉਤਸ਼ਾਹ ਵਧੀਆ ਤੇ ਕਿੰਨਿਆਂ ਨੇ ਅੱਗੇ ਆਉਣ ਦਾ ਸੋਚਣਾ। ਤੇ ਅਸੀਂ ਇਹ ਕਹਿੰਦੇ ਆ ਕਿ ਕਈ ਕੁਝ ਕੁੜੀਆਂ ਨੂੰ ਮੌਕਾ ਨਹੀਂ ਮਿਲਦਾ ਹੈ ਨਾ, ਤੇ ਉਹਨਾਂ ਨੂੰ ਜ਼ਰੂਰ ਮੌਕਾ ਮਿਲਣਾ ਚਾਹੀਦਾ ਅੱਗੇ ਜ਼ਿੰਦਗੀ 'ਚ ਵਧਣ ਦਾ। ਤੇ ਕਿਤੇ ਨਾ ਕਿਤੇ ਉਹ ਮੈਂ ਇਹ ਕਹਿੰਦੀ ਕਿ ਅਸੀਂ ਭਰੂਣ ਹੱਤਿਆ ਦੀ ਗੱਲ ਕਰ ਦਿੰਦੇ, ਜੇ ਮਾਂ ਕੁੱਖ 'ਚ ਹੀ ਮਾਰ ਦਿੰਦੀ ਤਾਂ ਕਹਿੰਦੇ ਅੱਜ ਸੰਦੀਪ ਕੌਰ ਨੇ ਕਿੱਥੋਂ ਮਿਸਿਜ ਪੰਜਾਬਣ ਬਣ ਜਾਣਾ ਸੀ। ਜੀ 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 ਬਿਲਕੁਲ। ਤੁਹਾਡੇ ਮਾਪੇ ਵੀ ਵਧਾਈ ਦੇ ਪਾਤਰ ਆ ਜਿਹਨੇ ਤੁਹਾਨੂੰ ਇਸ ਦੁਨੀਆ ਤੇ ਆਉਣ ਦਿੱਤਾ ਹੈ। ਤੇ ਉਹ ਕਿਤੇ ਨਾ ਕਿਤੇ ਇਹੋ ਜਿਹੜੀਆਂ ਕੁੜੀਆਂ ਸਾਡੀਆਂ ਨੇ ਬੁਲੰਦੀਆਂ ਚੋਣਾ ਕਿੱਥੇ ਤੱਕ ਪਹੁੰਚ ਗਈਆਂ ਕਿ ਜਿਹੜੇ ਮਰਜ਼ੀ ਗੱਲ ਕਰ ਲਓ, ਮਾਤਾ ਭਾਗ ਕੌਰ ਦੀ ਗੱਲ ਕਰ ਲਓ, ਮਾਂ ਗੁਜਰੀ ਦੀ ਗੱਲ ਕਰ ਲਓ, ਔਰ ਕਿੱਥੇ ਤੱਕ ਚੰਦ ਤੱਕ ਪਹੁੰਚ ਗਈਆਂ ਸਾਡੀਆਂ ਧੀਆਂ। ਕਿਹੜਾ ਫੀਲਡ ਆ ਜਦੋਂ ਕਿਤੇ ਨਾ ਕਿਤੇ ਹੁੰਦਾ ਹੈਗਾ ਆ, ਅਖਬਾਰ ਆਉਂਦੀ ਆ ਤੇ ਮੱਲਾਂ ਤੇ ਕੁੜੀਆਂ ਨੇ ਮਾਰੀਆਂ ਹੁੰਦੀਆਂ, ਸਭ ਤੋਂ ਵੱਧ ਫੋਟੋ ਅਖਬਾਰ ਦੇ ਵਿੱਚ ਫਸਟ ਡਿਵੀਜ਼ਨ ਲੈਣ ਵਾਲੀਆਂ ਸਾਡੀਆਂ ਕੁੜੀਆਂ ਹੁੰਦੀਆਂ। ਤੇ ਇਸ ਕਰਕੇ ਮੈਂ ਕਹਿੰਦੀ ਕਿ ਬਹੁਤ ਚੰਗਾ ਉਪਰਾਲਾ ਇਹੋ ਜਿਹੜਾ ਆ ਆਪੇ ਆਪਣੇ ਪ੍ਰਦੀਪ ਭਾਜੀ ਦਾ ਵੀ ਜਿਹੜਾ ਵੈਬ ਸੀਰੀਜ਼ ਵਿੱਚ ਬਣਾ ਰਹੇ ਨੇ, ਸਾਰਿਆਂ ਨੂੰ ਮੌਕਾ ਮਿਲੂਗਾ। ਇੱਥੇ ਦੀ ਜਿਹੜੀ ਜ਼ਿੰਦਗੀ ਆ ਕੈਨੇਡਾ ਦੀ, ਉਹਨਾਂ ਪਹਿਲੂਆਂ ਤੇ ਵੀ ਗੱਲਬਾਤ ਕੀਤੀ ਜਾਊਗੀ ਕਿ ਕੀ ਕੁਛ ਸਾਨੂੰ ਆਉਣ ਵਾਲੇ ਜਿਹੜੇ ਹੈਗੇ ਉਹਨਾਂ ਨੂੰ ਕੀ ਕਰਨਾ ਚਾਹੀਦਾ, ਜਿਹੜੇ ਵਿਦੇਸ਼ਾਂ ਤੋਂ ਇਸ ਧਰਤੀ ਤੇ ਆਉਂਦੇ ਨੇ। ਤੇ ਉਹ ਵੀ ਬੜੀ ਚੰਗੀ, ਤੇ ਇੱਕ ਜਿਹੜਾ ਇਹ ਵਰਲਡ ਵਾਈਡ ਸ਼ੋਅ ਲੈ ਕੇ ਜਾ ਰਹੇ ਨੇ, ਉਹਦੀਆਂ ਵੀ ਸਾਰਿਆਂ ਨੂੰ ਅਸੀਂ ਵਧਾਈਆਂ ਵੀ ਦਿੰਦੇ ਹਾਂ। ਤੇ ਬਹੁਤ ਚੰਗਾ ਇਹ ਕੰਮ ਕਰ ਰਹੇ ਹੈਗੇ। ਤੇ ਇਸੇ ਤਰ੍ਹਾਂ ਤੇ ਮੈਂ ਵੀ ਇਹਨਾਂ ਦੇ ਨਾਲ ਜੁੜੀ ਹੋਈ ਹਾਂ। ਤੇ ਬਸ ਇੱਦਾਂ ਹੀ ਕਿਤੇ ਨਾ ਕਿਤੇ ਕੁਛ ਨਾ ਕੁਛ ਜਿਹੜੇ ਆ ਜ਼ਿੰਦਗੀ ਦੇ ਵਿੱਚ ਕਰਦੇ ਰਹੀਦਾ, ਤੇ ਉਹ ਕਰਨਾ ਵੀ ਚਾਹੀਦਾ ਹੈਗਾ। ਤੇ ਬਾਕੀ ਜਿਹੜਾ ਮੇਰੀ ਇੱਕ ਸੰਸਥਾ ਬਣੀ ਹੋਈ ਆ ਸਾਈਂ ਮੀਆਂ ਮੀਰ ਹੰਬਲ ਫਾਊਂਡੇਸ਼ਨ ਕੈਨੇਡਾ, ਤੇ ਮੈਂ ਆਪਣੇ ਆਪ ਨੂੰ ਬਹੁਤ ਪਰਮਾਤਮਾ ਦਾ ਸ਼ੁਕਰਗੁਜ਼ਾਰ ਮੰਨਦੀ ਆ। ਮੈਂ ਦੱਸਦੀ ਨਹੀਂ ਹੁੰਦੀ ਕਦੀ ਵੀ, ਨਾ ਮੈਂ ਤਾਂ ਕਦੀ ਅਖਬਾਰ 'ਚ ਨਹੀਂ ਕਦੀ ਖਬਰ ਦਿੱਤੀ, ਨਾ ਮੈਂ ਕਦੀ ਫੇਸਬੁੱਕ ਤੇ ਪਾਇਆ ਜੀ। ਤੇ ਅਸੀਂ ਉੱਥੇ ਮੇਰੀ ਸੰਤ ਕੁੜੀਆਂ ਦੇ ਵਿਆਹ ਕਰਦੀ ਆ, ਉਹਨੇ ਅਸੀਂ 25 ਕੁੜੀਆਂ ਦੇ ਵਿਆਹ ਕੀਤੇ, 3 ਸਿਲਾਈ ਸੈਂਟਰ ਖੋਲ੍ਹੇ ਨੇ ਅਸੀਂ, 400 ਪੌਦਾ ਵੰਡਿਆ ਸਕੂਲ ਦੇ ਵਿੱਚ। ਤੇ ਅਸੀਂ ਬਾਕੀ ਉਹ ਪਰਮਾਤਮਾ ਦੀ ਕਿਰਪਾ ਨਾਲ ਦਸਤਾਰਾਂ ਦਾ ਲੰਗਰ ਲਾਈਦਾ ਜੀ। ਤੇ ਵਾਹਿਗੁਰੂ ਜਿਵੇਂ ਵੀ ਕਰਾਉਂਦਾ, ਕਹਿੰਦੇ ਕਹੋ ਨਾਨਕ ਸਭ ਤੇਰੀ ਵਡਿਆਈ, ਕੋ ਨਾਮ ਨਾ ਜਾਣੇ ਮੇਰਾ। ਵਡਿਆਈਆਂ ਤਾਂ ਬਾਬੇ ਨਾਨਕ ਦੀਆਂ ਕਰਨੀਆਂ, ਤੇ ਕਰਨ ਕਰਾਵਣ ਆਪੇ ਆਪ ਮਾਨਸ ਕੇ ਕੁਛ ਨਾ ਹੀ ਹੱਥ। ਕਿਉਂਕਿ ਉਹਦਾ ਸ਼ੁਕਰਾਨਾ ਕਰੀਏ ਦਾਤੇ ਦਾ ਕਿ ਜਿਹਨੇ ਇਹ ਸੇਵਾ ਸਾਡੇ ਤੋਂ ਲੈ ਲਈ ਆ ਜੀ। ਤੇ ਉਹ ਪਰਮਾਤਮਾ ਹੀ ਕਰਾਉਣ ਵਾਲਾ, ਹਮੇਸ਼ਾ ਉਹਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ। ਬਾਕੀ ਅਸੀਂ ਕਿਸੇ ਬੱਚਿਆਂ ਨੂੰ ਅਸੀਂ ਸਾਈਕਲ ਲੈ ਕੇ ਦਿੱਤਾ ਸੀਗੇ ਜਿਹਨਾਂ ਨੂੰ ਲੋੜ ਸੀਗੀ। ਤੇ ਮੈਂ ਜ਼ਿਆਦਾ ਮਾਣ ਇਹ ਮਹਿਸੂਸ ਕਰਦੀ ਹਾਂ ਕਿ ਮੈਂ 2 ਬੱਚੇ, ਇੱਕ ਭੈਣ ਤੇ ਭਰਾ ਸੀ, ਉਹਨਾਂ ਦੀ 11ਵੀਂ 12ਵੀਂ ਦੇ ਵਿੱਚ ਨਾ ਮੈਂ ਫੀਸ ਤਾਰੀ ਸੀ ਉਹਨਾਂ ਦੀ ਜੀ। ਹੈਗੇ ਤਾਂ ਆਪਣੇ ਰਿਸ਼ਤੇਦਾਰਾਂ 'ਚੋਂ ਸੀ ਉਹ, ਪਰ ਉਹਨਾਂ ਦੇ ਪਿੰਡ 10ਵੀਂ ਤੱਕ ਸਕੂਲ ਸੀਗਾ। ਉਹ ਕਹਿੰਦੇ ਸੀ ਕਿ ਅਸੀਂ ਅੱਗੇ ਪੜ੍ਹਾਉਣਾ ਨਹੀਂ, ਬੱਚਿਆਂ ਨੂੰ ਪੜ੍ਹਾਉਣਾ ਹੀ ਨਹੀਂ, ਭੇਜਣੇ ਨਹੀਂ। ਤਾਂ ਜਿਹੜੀ ਮੇਰੀ ਦੋਸਤ ਸੀ ਮੇਰੀ ਕਲਾਸ ਫੈਲੋ, ਉਹ ਨਾ ਸਕੂਲ ਦੀ ਪ੍ਰਿੰਸੀਪਲ ਸੀ। ਮੈਂ ਉਹਨੂੰ ਪੈਸੇ ਦੇ ਦਿੱਤੇ 2-2 ਸਾਲ ਦੀ ਫੀਸ ਦੋਨਾਂ ਦੀ, ਤੇ ਉਹਨਾਂ ਨੂੰ ਕਹਤਾ ਤੁਸੀਂ ਜਾਣਾ ਸਕੂਲ। ਉਹਨੂੰ ਕਿਹਾ ਵੀ ਇਹਨਾਂ ਨੂੰ ਨਾ +2 ਕਰਾਉਣੀ ਹੀ ਕਰਾਉਣੀ ਹੈ, ਜੋ ਮਰਜ਼ੀ ਹੋ ਜਾਏ। ਔਰ ਮੈਨੂੰ ਬੜੀਆਂ ਗੱਲਾਂ ਸੁਣਨੀਆਂ ਪੈਂਦੀਆਂ, ਲੈ ਕੈਨੇਡਾ ਵਾਲੇ ਤਾਂ ਪੁੱਠਾ ਕੰਮ ਕਰਕੇ ਇਸ ਤਾਂ ਬੱਚੇ ਨਹੀਂ ਪੜ੍ਹਾਉਣੇ ਸੀਗੇ, ਲੈ ਉਹ ਤਾਂ ਸਾਡੇ ਬੱਚੇ ਪੜ੍ਹਨੇ ਪਾਤੇ, ਐਡੀ ਵੱਡੀ ਗਲਤੀ ਕਰ ਗਏ ਨੇ। ਤੇ ਮੈਂ ਕਿਹਾ ਚਲੋ ਸੁਣ ਲਈਆਂ ਗੱਲਾਂ ਤਾਂ ਵੀ ਕੋਈ ਨਹੀਂ। ਮੈਂ ਕਿਹਾ ਜੇ ਉਹ ਮੁੰਡਾ ਸਾਈਪ੍ਰੇਸ ਵਿੱਚ ਪੱਕਾ ਹੋ ਗਿਆ, ਉਹਦਾ ਵਿਆਹ ਵੀ ਹੋ ਗਿਆ, ਪੜ੍ਹਨ ਆਇਆ ਸੀ, ਆਈਲੈਟਸ ਕਰ ਲਈ, ਉਹਦੇ ਛੋਟੀ ਜਿਹੀ ਬੇਬੀ ਆ। ਤੇ ਜਿਹੜੀ ਉਹ ਲੜਕੀ ਸੀਗੀ ਉਹ ਇੰਗਲੈਂਡ, ਉਹਨੇ ਮਾਨਚੈਸਟਰ ਯੂਨੀਵਰਸਿਟੀ ਦੇ ਵਿੱਚ ਡਿਗਰੀ ਕੀਤੀ ਸੀ, ਉਹਦਾ ਵਿਆਹ ਹੋ ਗਿਆ, ਉਹਦੇ ਵੀ ਇੰਗਲੈਂਡ ਦਾ ਬੋਰਨ ਇੱਕ ਬੱਚਾ ਆ 6 ਮਹੀਨੇ ਦਾ। ਤੇ ਅੱਜ ਉਹ ਸੈੱਟ ਨੇ। ਤੇ ਮੈਂ ਕਹਿੰਦੀ ਹੁੰਦੀ ਕਿ ਉਹਨਾਂ ਦੇ ਘਰ ਦੇ ਕਹਿੰਦੇ ਸੀ ਕਿੱਡੀ ਵੱਡੀ ਗਲਤੀ ਕਰ ਦਿੱਤੀ ਕਿ ਸਾਡੇ ਬੱਚੇ ਪੜ੍ਹਨੇ ਪਾ ਗਏ। ਔਰ ਮੈਂ ਕਹਿੰਦੀ ਕਿ ਪਰਮਾਤਮਾ ਇਦਾਂ ਦੀ ਗਲਤੀ ਵਾਰ-ਵਾਰ ਮੇਰੇ ਤੋਂ ਕਰਾਵੇ ਜੇ ਕਿਸੇ ਦੇ ਬੱਚੇ ਦੀ ਜ਼ਿੰਦਗੀ ਬਣ ਜਾਏ। ਤੇ ਉਹ ਕੁੜੀ ਨੇ ਮੈਨੂੰ ਇੱਕੋ ਗੱਲ ਹੀ ਕਹੀ, ਕਹਿੰਦੀ
ਬਈ ਹੁਣ ਅਸੀਂ ਕੀ ਕਰੀਏ। ਮੈਂ ਕਿਹਾ ਤੁਸੀਂ ਕੁਝ ਨਹੀਂ ਕਰਨਾ, 2 ਬੱਚਿਆਂ ਦੀ ਤੁਸੀਂ ਫੀਸ ਤਾਰ ਦਿਓ ਕਿ ਜਿੱਦਾਂ ਤੁਹਾਡੀ ਜ਼ਿੰਦਗੀ ਬਣੀ ਆ ਅੱਗੇ ਕਿਸੇ ਹੋਰ ਦੀ ਵੀ ਜ਼ਿੰਦਗੀ ਬਣ ਜਾਏ। ਤੇ ਇਸ ਕਰਕੇ ਆਪਾਂ ਚਾਹੁੰਦੇ ਹਾਂ ਕਿ ਆਪਾਂ ਕੁਝ ਕਰ ਤੇ ਸਕਦੇ ਨਹੀਂ, ਪਰ ਥੋੜਾ ਬਹੁਤਾ ਜਿੰਨਾ ਵੀ ਪਰਮਾਤਮਾ। ਇੱਕ ਵੱਲੜਵਾਲ ਪਿੰਡ ਆ ਅਜਨਾਲਾ ਰੋਡ ਤੇ, ਪਾਕਿਸਤਾਨ ਦੇ ਬਾਰਡਰ ਤੋਂ ਪਹਿਲਾਂ ਪਿੰਡ ਆ ਜੀ। ਅਸੀਂ ਨਾ ਉੱਥੇ ਸੰਦੀਪ ਆਪਾਂ ਉੱਥੇ ਨਾ ਇੱਕ ਸਿਲਾਈ ਸੈਂਟਰ ਖੋਲ੍ਹਿਆ, 30-40 ਬੱਚੀਆਂ, ਉਹ ਵੀ ਨਾ ਜਿਹੜਾ ਬਾਰਡਰ ਦੇ ਇਲਾਕੇ ਵਾਲੇ, ਉੱਥੇ ਬੜਾ ਸਹਿਮ ਦਾ ਮਾਹੌਲ ਆ ਤੇ ਉਹ ਨਹੀਂ ਕਰ ਰਹੇ ਹੈਗੇ ਜਿੱਦਾਂ ਕੁੜੀਆਂ ਨੂੰ ਪੜ੍ਹਾਉਂਦੇ ਨਹੀਂ। 10ਵੀਂ 12ਵੀਂ ਭਾਵੇਂ ਸਕੂਲ ਵੀ ਹੋਵੇ ਨਾ, ਅੱਗੇ ਨਹੀਂ ਪੜ੍ਹਨ ਦਿੰਦੇ। ਫਿਰ ਉਹ ਵਿਚਾਰੀਆਂ ਪਿੰਡ 'ਚ ਹੀ ਉੱਥੇ ਰਹਿ ਜਾਂਦੀਆਂ ਹਨਾ, ਉੱਥੇ ਬਹੁਤ ਡਰਦੇ ਨੇ ਬਾਰਡਰ ਏਰੀਆ ਕਰਕੇ। ਤੇ ਅਸੀਂ ਉੱਥੇ ਬੱਚੀਆਂ ਦਾ 30-40 ਬੱਚੀਆਂ ਦਾ ਇੱਕ ਸਿਲਾਈ ਸੈਂਟਰ ਖੋਲ੍ਹ ਕੇ ਆਏ ਹਾਂ। ਤੇ ਅਸੀਂ ਇਹ ਸੋਚਦੇ ਹੁੰਦੇ ਵੀ ਚਲੋ ਜਿਹੜੀਆਂ ਬੱਚੀਆਂ ਹੈਗੀਆਂ ਆ, ਜਦੋਂ ਉਹ ਸਿਲਾਈ ਸਿੱਖ ਕੇ ਕੋਈ ਬੁਟੀਕ ਖੋਲੂਗੀ, ਸਹੁਰੀ ਜਾ ਕੇ 5-7 ਹਜ਼ਾਰ ਕਮਾਊਗੀ ਤੇ ਪ੍ਰਾਊਡ ਫੀਲ ਕਰੂਗੀ ਕਿ ਪੜ੍ਹੀਆਂ ਲਿਖੀਆਂ ਦੇ ਬਰਾਬਰ ਅਸੀਂ ਕੁਝ ਕਮਾ ਲਈਏ ਹਨਾ। ਤੇ ਬਾਕੀ ਉਹ ਕਿਤੇ ਵਿਧਵਾ ਔਰਤਾਂ ਉਹਨਾਂ ਨੂੰ ਵੀ, ਜਾਂ ਘਰ 'ਚ ਕੋਈ ਝਾੜੂ ਪੋਚਾ ਲਾ ਰਹੀ ਆ, ਉਸ ਬੱਚੀ ਨੂੰ ਵੀ ਪਈ ਨਾਲ ਸਿਲਾਈ ਸਿੱਖ ਲਵੇ। ਤੇ ਇੱਕ ਪਟਿਆਲੇ ਅਸੀਂ ਹੁਣ ਸੈਂਟਰ ਖੋਲ੍ਹਣਾ ਜੀ, ਉਹਦੇ ਵਿੱਚ ਅਸੀਂ ਵਿਧਵਾ ਔਰਤਾਂ ਤੇ ਜਿਹੜੀਆਂ ਘਰਾਂ 'ਚ ਝਾੜੂ ਪੋਚਾ ਬੱਚੀਆਂ ਜਾਂ ਛੋਟੀਆਂ ਬੱਚੀਆਂ ਕਰ ਰਹੀਆਂ ਉਹਨਾਂ ਲਈ, ਤੇ ਨਾਲ ਅਸੀਂ ਉਹਨਾਂ ਨੂੰ ਸਿਲਾਈ ਦੀ ਸਿੱਖਿਆ, ਤੇ ਨਾਲ ਹੀ ਉਹਨਾਂ ਦੇ ਨਾਲ ਅਸੀਂ ਸੰਥਿਆ ਦੇ ਰਹੇ ਹਾਂ ਗੁਰਬਾਣੀ ਦੀ, ਤੇ ਨਾਲ ਹੀ ਉਹਨਾਂ ਨੂੰ ਵਾਜੇ ਤਬਲੇ ਦੀ ਜਿਹੜੇ ਉਹਨਾਂ ਦੇ ਬੱਚੇ ਹੋਣਗੇ ਨਾਲ। ਤੇ ਉਹ ਪਰਮਾਤਮਾ ਜਿੱਥੇ ਕਿਤੇ ਤੁਹਾਡੀ ਡਿਊਟੀ ਲਾਉਂਦਾ ਜੀ, ਉੱਥੇ ਤੁਹਾਡੀ ਲੱਗ ਜਾਂਦੀ ਆ। ਤੇ ਉਹ ਮਿਹਰ ਤੇ ਉਹਦੀ ਆ, ਸਤਿਗੁਰ ਦੀ ਆ, ਸਾਡਾ ਤਾਂ ਕੁਝ ਵੀ ਨਹੀਂ ਹੈਗਾ ਹਨਾ, ਤਾਂ ਜੇ ਸੋਚਿਆ ਜਾਵੇ ਤਾਂ ਨਾ। ਪਰ ਮੈਂ ਇਹ ਕਹਿੰਦੀ ਹਾਂ ਕਿ ਮੈਂ ਕਦੀ ਕਿਸੇ ਨੂੰ ਦੱਸਿਆ ਨਹੀਂ ਸੇਵਾ ਕਰਕੇ, ਪਰ ਇਹ ਹੁੰਦਾ ਕਿ ਚਲੋ ਕੋਈ ਨਾ ਕੋਈ ਆਪੇ ਹੀ ਕਰ ਲੈਂਦੇ ਨੇ, ਦੱਸ ਦਿੰਦੇ ਨੇ। ਤੇ ਬਾਕੀ ਜੇ ਸੱਭਿਆਚਾਰ ਤਾਂ ਵਿਰਸੇ ਦੀ ਆਪਾਂ ਗੱਲ ਕਰੀਏ, ਬਾਤ ਪਾਈਏ, ਪਰ ਜੇ ਉਹ ਗੱਲ ਤੇ ਆਪਾਂ ਆਈਏ ਤਾਂ ਅਸੀਂ ਕਹਿੰਦੇ ਕਿ ਅਸੀਂ ਵੀ ਸੱਭਿਆਚਾਰ ਇੱਥੇ ਸਾਂਭ ਕੇ ਰੱਖਿਆ ਹੋਇਆ, ਅਸੀਂ ਆਪਣੇ ਵਿਰਸੇ ਨੂੰ ਪ੍ਰਫੁੱਲਤ ਕੀਤਾ ਹੋਇਆ। ਔਰ ਸਾਡੇ ਬੱਚੇ ਜਿਹੜੇ ਨੇ ਇੱਥੇ ਬੜੇ ਵਧੀਆ ਤਰੀਕੇ ਨਾਲ ਪੰਜਾਬ ਦਾ ਜਿਹੜਾ ਵਿਰਸਾ ਤੇ ਸੱਭਿਆਚਾਰ ਸਗਾ। ਤੇ ਮੈਂ ਆਪਣੀ ਜਦੋਂ ਬੱਚੀ ਨੂੰ ਲੈ ਕੇ ਗਈ ਸੀਗੀ ਤੇ ਉਦੋਂ ਬਹੁਤ ਕੁਝ ਡਿਫਰੈਂਟ ਜਿਹਾ ਉੱਥੇ ਸੀਗਾ। ਤੇ ਅਸੀਂ ਆਪਣੇ ਬੱਚਿਆਂ ਦੇ ਜਨਮ ਤੋਂ ਲੈ ਕੇ ਹੁਣ ਤੱਕ ਨਹੀਂ, ਸਾਡਾ ਪੰਜਾਬ ਐਡਾ ਸੋਹਣਾ, ਸਾਡਾ ਪੰਜਾਬ ਚਾਹ ਹੁੰਦਾ, ਸਾਡਾ ਪੰਜਾਬ ਦਾ ਵਿਰਸਾ ਸੱਭਿਆਚਾਰ। ਤੇ ਮੇਰੀ ਵੱਡੀ ਬੇਟੀ ਉਦੋਂ ਥੋੜੀ ਸੀ ਛੋਟੀ, ਕਹਿੰਦੀ ਤੁਹਾਡਾ ਪੰਜਾਬ ਦਾ ਸੱਭਿਆਚਾਰ ਤੇ ਵਿਰਸਾ, ਤੇ ਕਹਿੰਦੀ ਮਾਂ ਤੂੰ ਤੇ ਸਾਨੂੰ ਕੁਝ ਹੋਰ ਹੀ ਦੱਸਦੀ ਹੁੰਦੀ ਸੀ ਹਨਾ। ਤੇ ਉਹ ਕਈ ਵਾਰੀ ਹੁਣ ਕਾਫੀ ਕੁਛ ਉੱਥੇ ਬਦਲ ਗਿਆ ਜੀ, ਪਰ ਸਾਨੂੰ ਬਹੁਤ ਕੁਝ ਬਚਾਉਣ ਦੀ ਲੋੜ ਆ। ਤੇ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਲੋਪ ਹੋ ਗਈਆਂ, ਕਿਤੇ ਉਹ ਪੁਰਾਣਾ ਵਿਰਸਾ ਤੇ ਸੱਭਿਆਚਾਰ ਆ ਜਾਏ। ਜੇ ਅਸੀਂ ਧੀਆਂ ਦੀ ਗੱਲ ਕਰਦੇ, ਤੀਆਂ ਦੀ ਗੱਲ ਕਰਦੇ ਹਾਂ, ਉੱਥੇ ਤਾਂ ਪੀਪਲ ਬੋਰਡ ਹੀ ਹੈ ਨਹੀਂ, ਤੇ ਪੀਂਘ ਕਿੱਥੇ ਪਾਉਣੀ ਆ? ਉਹ ਤਾਂ ਸਟੇਜੀ ਤੀਆਂ ਬਣ ਕੇ ਰਹਿ ਗਈਆਂ, ਆਰਟੀਫਿਸ਼ਲ ਹੀ ਅੱਜ ਕੱਲ੍ਹ ਬਣਾਵਟੀ ਆ। ਬਣਾਵਟੀ ਤੀਆਂ ਤਾਂ ਬਹੁਤ ਲੱਗ ਰਹੀਆਂ, ਹਾਲਾਂ ਦੇ ਵਿੱਚ ਲੱਗ ਰਹੀਆਂ। ਉੱਥੇ ਹੀ ਉਹ 2 ਡੰਡੇ ਕੱਢ ਕੇ ਪੀਂਘ ਪਾ ਦਿੰਦੇ ਨੇ, ਤੇ ਉਹ ਪਿੱਪਲ ਤੇ ਬੋਰਡ ਤੇ ਉਹ ਨਹੀਂ ਮਿਲਦੇ ਜੀ। ਮੈਂ ਨਾ 2 ਇੱਥੇ ਆਪਣੇ ਵਿਰਸੇ ਤੇ ਲਿਖਿਆ ਸੀਗਾ ਕੋਟਲਾ ਛੰਦ 'ਚ, ਤਾਂ ਮੈਂ ਥੋੜਾ ਜਿਹਾ ਤੁਹਾਨੂੰ ਸੁਣਾ ਦਿੰਦੀ ਹਾਂ, ਤੇ ਮੈਂ ਤੁਹਾਡੇ ਨਾਲ ਉਹ ਗੱਲ ਕਰਦੀ ਹਾਂ। ਮੇਰੀ ਟੇਕ ਸੀਗੀ ਕੋਟਲਾ ਛੰਦ 'ਚ, ਰੱਬ ਰਾਜੀ ਰੱਖੇ ਰੰਗਲੇ ਪੰਜਾਬ ਨੂੰ ਜੀ। ਨਸ਼ਿਆਂ ਤੋਂ ਹੋਵੇ ਸਾਰੇ ਕੀਤੇ ਮੁਕਤੀ, ਰੱਬਾ ਦੱਸੀ ਕੋਈ ਸੋਹਣੀ ਜਿਹੀ ਜੁਗਤੀ, ਲੱਗੀ ਨਜ਼ਰ ਹੈ ਪੁੱਛ ਪਗਲਾਵ ਨੂੰ, ਰੱਬ ਰਾਜੀ ਰੱਖੇ ਰੰਗਲੇ ਪੰਜਾਬ ਨੂੰ, ਰੱਬ ਰਾਜੀ ਰੱਖੇ ਰੰਗਲੇ ਪੰਜਾਬ ਨੂੰ। ਤੂੰ ਕੀ ਖੱਟਿਆ ਹੈ ਬੇਰ ਸਭ ਸਾਰ ਕੇ, ਨੰਨੀ ਜਿਹੀ ਜਾਨ ਕੁੱਖ ਵਿੱਚ ਮਾਰ ਕੇ, ਵੱਢ ਦਿੱਤੇ ਰੁੱਖ ਛੱਡਿਆ ਨਾ ਟਾਬ ਨੂੰ, ਰੱਬ ਰਾਜੀ ਰੱਖੇ ਰੰਗਲੇ ਪੰਜਾਬ ਨੂੰ, ਰੱਬ ਰਾਜੀ ਰੱਖੇ ਰੰਗਲੇ ਪੰਜਾਬ ਨੂੰ। ਹੁਣ ਭੁੱਲੀ ਨਾਨੀ ਦਾਦੀ ਵਾਲੀ ਬਾਤ ਜੀ, ਚੇਤੇ ਕਰੋ ਮੰਜੇ ਕੋਠੇ ਉੱਤੇ ਰਾਤ ਜੀ। ਹੁਣ ਭੁੱਲੀ ਨਾਨੀ ਦਾਦੀ ਵਾਲੀ ਬਾਤ ਜੀ, ਚੇਤੇ ਕਰੋ ਮੰਜੇ ਕੋਠੇ ਉੱਤੇ ਰਾਤ ਜੀ। ਕਿਤੇ ਮੋੜ ਪੂਰਾ ਕਰੀਏ ਸਖਾਬ ਨੂੰ, ਰੱਬ ਰਾਜੀ ਰੱਖੇ ਰੰਗਲੇ ਪੰਜਾਬ ਨੂੰ, ਰੱਬ ਰਾਜੀ ਰੱਖੇ ਰੰਗਲੇ ਪੰਜਾਬ ਨੂੰ। ਸੱਥਾਂ ਬਹਿ ਕੇ ਉਮਰ ਗੁਜ਼ਾਰੀ ਸੀ, ਹੱਸ ਖੇਡ ਨਾਲ ਸੀਪ ਬਾਜੀ ਮਾਰੀ ਸੀ, ਪਾਲ ਭੁੱਲੀ ਨਹੀਂ ਛਿੰਝ ਦੇ ਖਤਾਬ ਨੂੰ, ਰੱਬ ਰਾਜੀ ਰੱਖੇ ਰੰਗਲੇ ਪੰਜਾਬ ਨੂੰ, ਰੱਬ ਰਾਜੀ ਰੱਖੇ ਰੰਗਲੇ ਪੰਜਾਬ ਨੂੰ, ਰੱਬ ਰਾਜੀ ਰੱਖੇ ਰੰਗਲੇ ਪੰਜਾਬ ਨੂੰ। ਤੇ ਅਸੀਂ ਤਾਂ ਹਮੇਸ਼ਾ ਆਪਣੇ ਪੰਜਾਬ ਲਈ ਸਦਾ ਹੀ ਸੁੱਖਾ ਮੰਗਦੇ ਹਾਂ ਕਿ ਅਸੀਂ ਸਾਡਾ ਪੰਜਾਬ ਚੜ੍ਹਦੀ ਕਲਾ 'ਚ ਜਾਵੇ, ਤੇ ਹਮੇਸ਼ਾ ਸਾਨੂੰ ਆਪਣੇ ਪੰਜਾਬ ਤੋਂ ਠੰਡੀਆਂ ਖਬਰਾਂ ਆਉਣ, ਤੇ ਕੋਈ ਨਜ਼ਰ ਨਾ ਲੱਗੇ। ਨਜ਼ਰ ਤਾਂ ਲੱਗ ਚੁੱਕੀ ਆ,
ਸੰਦੀਪ ਬਿਲਕੁਲ ਜੀ। ਬਿਲकुल बहुत कुछ हो गया कि ਮੈਨੂੰ ਲਾਈਨਾਂ ਯਾਦ ਆਉਂਦੀ ਕਹਿੰਦੇ ਲੱਗੀ ਨਜ਼ਰ ਪੰਜਾਬ ਨੂੰ ਕੋਈ ਦੀ ਨਜ਼ਰਾਂ ਤਾਰੋ ਕਰਕੇ ਕੋਈ ਮਿਰਚਾਂ ਮਿਰਚਾਂ, ਕੋੜੀਆਂ ਕੋਈ ਸਿਰ ਤੋਂ ਵਾਰੋ, ਕਿਉਂਕਿ ਬਿਲਕੁਲ। ਬਹੁਤ ਕੁਝ ਪੰਜਾਬ ਦੇ ਵਿੱਚ ਜਿਹੜਾ ਹੈ ਕਿ ਨੌਜਵਾਨ ਪੀੜ੍ਹੀ ਪਿੱਛੇ ਛੱਡ ਚੁੱਕੀ ਹੈ, ਚਾਹੇ ਉਹ ਨਸ਼ਿਆਂ ਦੇ ਰੁਝਾਨ ਚ ਹੈ ਜਾਂ ਫਿਰ ਆਪਾਂ ਵਿਰਸੇ ਦੀ ਜਾਂ ਸੱਭਿਆਚਾਰ ਦੀ ਗੱਲ ਕਰਦੇ ਹਾਂ ਤੇ ਟੁੱਟਦੇ ਜਾ ਰਹੇ ਨੇ। ਤੇ ਬੋਲੀ ਦੀ ਖਾਸ ਕਰਕੇ ਆਪਾਂ ਪਹਿਲਾਂ ਗੱਲ ਬਿਲਕੁਲ ਜੀ, ਕੀਤੀ ਹੈ ਬਿਲਕੁਲ। ਤੇ ਸੁਰਜੀਤ ਪਾਤਰ ਜੀ ਨੇ ਇੱਥੇ ਲਾਈਨਾਂ ਸੀ ਨਾ ਕਿ ਕਲਕਲ ਕਰਦੀ ਚਿੜੀਆਂ ਦਾ ਆਪਣਾ ਹੀ ਆਪਣਾ ਹੀ ਇੱਕ ਹੁੰਦਾ ਹੈ। ਬਿਲਕੁਲ। ਮੈਂ ਸੁਣਿਆ ਧਰਤੀ ਤੇ ਇੱਕ ਐਸਾ ਦੇਸ਼ ਵੀ ਹੈ ਜਿੱਥੇ ਆਪਣੀ ਮਾਂ ਬੋਲੀ ਬੋਲਣ ਤੇ ਜੁਰਮਾਨਾ ਬਿਲਕੁਲ ਹੁੰਦਾ ਹੈ। ਬਿਲਕੁਲ ਤੇ ਕਿਤੇ ਨਾ ਕਿਤੇ ਪੰਜਾਬ ਜਾਂ ਪੰਜਾਬੀਅਤ ਦੇ ਨਿਗਾਰ ਵੱਲ ਅਸੀਂ ਖੁਦ ਹੀ ਜਾ ਰਹੇ ਹਾਂ। ਬਿਲਕੁਲ ਜੀ, ਬਿਲਕੁਲ। ਸਾਡੇ ਹੱਥਾਂ 'ਚ ਜੇ ਉਹ ਚੀਜ਼ ਹੈ, ਜੇ ਅਸੀਂ ਉਸ ਨੂੰ ਬਚਾ ਲਈਏ ਤੇ ਸਾਡੇ ਲਈ ਬਹੁਤ ਬਹੁਤ ਕੁਝ ਸੰਭਿਆ ਰਹਿ ਸਕਦਾ ਆਉਣ ਵਾਲੀ ਨੌਜਵਾਨ ਪੀੜ੍ਹੀ ਬਿਲਕੁਲ ਦੇ ਜੀ, ਲਈ। ਬਿਲਕੁਲ। ਤੇ ਖੁਸ਼ ਨਸੀਬ ਹਾਂ ਅਸੀਂ ਕਿ ਤੁਹਾਡੇ ਵਰਗੀ ਸ਼ਖਸੀਅਤ ਇੱਥੇ ਹੈ ਜੋ ਪੰਜਾਬ ਪੰਜਾਬੀ ਵਿਰਸੇ ਦੀ ਹਰ ਤਰ੍ਹਾਂ ਦੀ ਗੱਲ ਕਰਕੇ ਹਰ ਇੱਕ ਦੇ ਪੱਖ ਵਿੱਚ ਬੋਲਦੇ ਨੇ ਤੇ ਚੰਗਾ ਲੱਗਦਾ ਹੈ ਜਦੋਂ ਕੋਈ ਜਿਉਂਦਾ ਰੱਖਦਾ ਹੈ ਆਪਣੇ ਪੰਜਾਬ ਨੂੰ। ਬਿਲਕੁਲ ਜੀ, ਇਹ ਸਾਡਾ ਹਰ ਇੱਕ ਦਾ, ਮੇਰੀ ਇਕੱਲੀ ਦੀ ਜ਼ਿੰਮੇਵਾਰੀ ਨਹੀਂ, ਜਿਹੜੀ ਇੱਕ ਕਾਫਲਾ ਬਣਾ ਕੇ ਸਾਰਿਆਂ ਨੂੰ ਚੱਲਣਾ ਚਾਹੀਦਾ। ਜੇ ਅਸੀਂ ਇਕਜੁੱਟ ਹੋ ਜਾਾਂਗੇ ਨਾ, ਕਿਹੜੀ ਗੱਲ ਆ ਕਿ ਕੁਝ ਬਦਲਿਆ ਨਹੀਂ ਜਾ ਸਕਦਾ। ਤੁਸੀਂ ਸਮਾਜ ਨੂੰ ਬਦਲ ਸਕਦੇ ਹੋ ਕਿ ਪੰਜਾਬ ਨੂੰ ਨਹੀਂ ਬਦਲ ਸਕਦੇ, ਪਰ ਉੱਥੇ ਇਕਜੁੱਟਤਾ ਦੀ ਲੋੜ ਆ, ਸਾਨੂੰ ਏਕੇ ਦੀ ਬਹੁਤ ਲੋੜ ਆ ਕਿ ਉੱਥੇ ਕਿਤੇ ਇਹਨਾਂ ਚੀਜ਼ਾਂ ਤੋਂ ਅਸੀਂ ਆਪਣੇ ਪੰਜਾਬ ਨੂੰ ਕਿਤੇ ਬਚਾ ਨਹੀਂ ਸਕਦੇ। ਇਸ ਜਿਹੜੀ ਜਹਾਲਤ ਭਰੀ ਜ਼ਿੰਦਗੀ ਆ ਉਹ ਬੱਚਿਆਂ ਨੂੰ ਅਸੀਂ ਕਿਤੇ ਬਾਹਰ ਨਹੀਂ ਕੱਢ ਸਕਦੇ ਕਿ ਜੇ ਸਾਡਾ ਪੰਜਾਬ ਹੀ ਰੰਗਲਾ ਬਣ ਜਾਏ ਤਾਂ ਮੈਨੂੰ ਲੱਗਦਾ ਕਿਸੇ ਨੂੰ ਵਿਦੇਸ਼ਾਂ ਦੇ ਵਿੱਚ ਆਉਣ ਦੀ ਜ਼ਰੂਰਤ ਵੀ ਨਾ ਪਵੇ ਤੇ ਉੱਥੇ ਬੜੀਆਂ ਸੁੱਖ ਸਹੂਲਤਾਂ ਬਣ ਜਾਣ। ਤੇ ਹੋਰ ਫਿਰ ਆਪੇ ਸੰਦੀਪ ਜੀ ਬਾਕੀ ਇਹ ਹੈਗਾ ਕਿ ਆਪਾਂ ਜਿੱਥੇ ਆਪਣੀ ਜ਼ਿੰਦਗੀ ਦੇ ਨਾਲ ਨਾਲ ਇੱਥੇ ਰੁਝੇਵੇਂ ਵੀ ਸਾਡੇ ਹੁੰਦੇ ਨੇ। ਤਾਂ ਮੈਂ ਵੀ ਦੱਸਣਾ ਚਾਹੁੰਦੀ ਹਾਂ ਕਿ ਆਪਣੇ ਰੁਝੇਵਿਆਂ ਦੇ ਨਾਲ ਨਾਲ ਆਪਾਂ ਆਪਣੇ 2-3 ਮਹੀਨੇ ਆਪਾਂ ਨੂੰ ਮਿਲਦੇ ਹਨ ਨਾ ਗਰਮੀਆਂ ਦੇ ਵਿੱਚ, ਤੇ ਆਪਾਂ ਤਾਂ ਸਨੋ ਪੈ ਜਾਣੀ ਆ, ਸਾਰਿਆਂ ਨੇ ਅੰਦਰ ਭਰ ਜਾਣਾ ਤੇ ਆਪਣੀਆਂ ਜਿਹੜੀਆਂ ਸਿਆਣੀਆਂ ਬੀਬੀਆਂ ਉਹਨਾਂ ਨੂੰ ਵੀ ਗਰਮੀਆਂ 'ਚ 2-3 ਮਹੀਨੇ ਮੌਕਾ ਮਿਲਦਾ ਹੈ ਨਾ। ਤੇ ਅੱਜ ਕੱਲ ਮੈਂ ਦੇਖਦੀ ਹਾਂ 2-3 ਮਹੀਨੇ ਪਾਰਕਾਂ 'ਚ ਵੀ ਬੜੀ ਰੌਣਕ ਲੱਗੀ ਹੁੰਦੀ ਆ, ਸ਼ਾਮ ਨੂੰ ਵੀ ਕੁਛ ਵੀ ਬੜਾ ਜ਼ਿਆਦਾ ਬੀਬੀਆਂ ਆਉਂਦੀਆਂ, ਵੱਖਰਾ ਪੰਜਾਬ ਦੇਖਣ ਨੂੰ ਮਿਲਦਾ। ਮੈਂ ਕਦੀ ਪਾਰਕ ਦੇ ਵਿੱਚ ਘੱਟ ਗਈ ਸੀ ਤਾਂ ਇੱਕ ਵਾਰੀ ਕੋਈ ਸਬੱਬ ਬਣ ਗਿਆ, ਮੈਂ ਤੁਹਾਨੂੰ ਇਹ ਦੱਸਦੀ ਹਾਂ। ਇੱਥੇ ਪੰਜਾਬ ਪਵੇਲੀਅਨ ਹੁੰਦਾ, ਉਹਦੇ ਵਿੱਚ ਤੇ ਜਾਗੋ ਹੁੰਦੀ ਆ। ਜਾਗੋ ਬੜੀ ਮੇਰੀ ਸਾਰਿਆਂ ਨੇ ਮਸ਼ਹੂਰ ਬੜੀ ਕਰ ਦਿੱਤੀ ਕਿ ਮੈਂ ਕਦੀ ਹੱਥ ਲਾ ਕੇ ਜਾਗੋ ਨਹੀਂ ਚੱਕਦੀ, ਭਾਵੇਂ 3 ਮੰਜ਼ਲਾ ਹੋਵੇ, ਬਿਨਾ ਹੱਥ ਲਈ ਹੈ ਨਾ। ਤੇ ਉਹ ਸਾਰੇ ਜਿੱਥੇ ਕਿਤੇ ਸਾਰੇ ਕਹਿੰਦੇ ਰਾਜਾ ਸੰਤੀ ਤੁਸੀਂ ਜਾਗੋ ਤੁਸੀਂ ਕਰਨੀ ਆ ਸਾਡੇ ਪ੍ਰੋਗਰਾਮ 'ਚ ਨਾ। ਤੇ ਉੱਥੇ ਵੀ ਕੀਤਾ ਤੇ ਇੱਥੇ ਪੰਜਾਬ ਪਵੇਲੀਅਨ ਵੀ ਦਿਖਾਇਆ। ਉਸ ਤੋਂ ਬਾਅਦ ਕੋਈ ਸਬੱਬ ਬਣ ਗਿਆ, ਮੈਨੂੰ ਕਿਸੇ ਨੇ ਕਿਹਾ ਕਿ ਉੱਥੇ ਨਾ ਅੱਜ ਆਪਣੇ ਪਾਰਕ 'ਚ ਹੈਗਾ ਪ੍ਰੋਗਰਾਮ, ਤੇ ਮੈਂ ਉੱਥੇ ਗਈ ਤੇ ਉੱਥੇ ਗੱਲਬਾਤ ਕੀਤੀ ਉਹਨਾਂ ਨਾਲ ਨਾ। ਤੇ ਮੈਂ ਕਿਹਾ ਮੈਂ ਵੀ ਇੱਕ ਆਪਣਾ ਲੋਕ ਗੀਤ ਗਾਇਆ ਉੱਤੇ ਹੈ ਨਾ, ਉਹਨਾਂ ਨੂੰ ਬਹੁਤ ਚੰਗਾ ਲੱਗਾ। ਸਾਰੇ ਪੈਨ ਲੈ ਕੇ ਤੇ ਮੇਰੇ ਪਿੱਛੇ ਪੇਪਰ ਤੇ ਸਾਨੂੰ ਆਪਣਾ ਫੋਨ ਨੰਬਰ ਦੇ ਦਿਓ ਹੈ ਨਾ। ਤੇ ਇੱਕ ਉੱਥੇ ਹੋਰ ਸੀਗੇ, ਉਹਨਾਂ ਨੇ ਕਿਹਾ ਵੀ ਸਾਡਾ ਵੀ ਨਵਾਂ ਹੀ ਪਾਰਕ ਬਣਿਆ ਤੇ ਅਸੀਂ ਵੀ ਪਹਿਲਾ ਪ੍ਰੋਗਰਾਮ ਕਰਨਾ ਵੀ ਤੁਸੀਂ ਸਾਡਾ ਮੰਚ ਸੰਚਾਲਨ ਤੁਸੀਂ ਕਰਨਾ, ਸਾਡੀ ਸਟੇਜ ਤੁਸੀਂ ਕਰਨੀ। ਮੈਂ ਕਿਹਾ ਚਲੋ ਕੋਈ ਗੱਲ ਨਹੀਂ ਹੈ ਨਾ। ਉਹ ਪਹਿਲਾਂ ਕਹਿੰਦੇ 12 ਵਜੇ, ਫਿਰ 2-4 ਵਜੇ ਸ਼ੁਰੂ ਕੀਤਾ ਔਰ ਉਹਨਾਂ ਦੀ 5 ਘੰਟੇ ਮੈਂ ਸਟੇਜ ਕੀਤੀ ਸੰਦੀਪ ਜੀ। ਔਰ ਉਹ ਕਹਿੰਦੇ ਵੀ ਇੱਕ ਸੀਗੇ MP ਤੇ ਉਹ ਕਹਿੰਦੇ ਉਹਨਾਂ ਨੇ ਲੇਟ ਆਉਣਾ ਵੀ ਉਹਨਾਂ ਚਿਰ ਤੱਕ ਤੁਸੀਂ ਲੋਕਾਂ ਨੂੰ ਘਰੇ ਨਹੀਂ ਜਾਣ ਦੇਣਾ। ਮੈਂ ਕਿਹਾ ਚਲੋ ਹੁਣ ਤਾਂ ਆਪਣੇ ਕੋਲ ਕੋਈ ਨਹੀਂ, ਕਦੀ ਉਹਨਾਂ ਨੂੰ ਗੀਤ ਸੁਣਾਤੇ, ਕਦੀ ਸ਼ੇਰ ਸੁਣਾਤਾ, ਵਿੱਚੇ ਆਪਣਾ ਕੋਈ ਲਿਖਿਆ ਸੁਣਾਤਾ ਔਰ ਵਿੱਚੇ ਬੀਬੀਆਂ ਕੋ ਮਾਈਕ ਲੱਗੇ ਭਾਈ ਤੁਸੀਂ ਹੁਣ ਕੋ ਬੋਲੀ ਪਾ ਦਿਓ ਤੇ ਬੜਾ ਬੰਨ ਕੇ ਰੱਖਿਆ ਐਂਡ ਤੇ ਬੀਬੀਆਂ ਨੂੰ ਕਿਹਾ ਵੀ ਤੁਸੀਂ ਗਿੱਧਾ ਪਾ ਕੇ ਜਾਣਾ ਹੈ ਨਾ। ਉਹ ਕੁਦਰਤੀ ਸਬੱਬ ਏਦਾਂ ਬਣ ਗਿਆ ਕਿ ਉਹ ਨਾ ਤੀਆਂ ਦੇ ਮੇਲੇ ਜਦੋਂ ਮਨਾਉਂਦੀਆਂ ਨਾ ਬੀਬੀਆਂ, ਉਹ ਸ਼ਾਮ ਨੂੰ ਗਿੱਧਾ ਪਾਉਂਦੀਆਂ। ਔਰ ਮੈਂ ਵੀ ਉੱਥੇ ਗਈ ਸੀ ਤੇ ਮੇਰੇ ਮਨ 'ਚ ਵੀ ਆਇਆ ਵੀ ਚਲੋ ਹੁਣ ਆਪਾਂ ਕੁਛ ਨਾ ਕੁਛ ਕਰੀਏ। ਉੱਥੋਂ ਗਿੱਧਾ ਪਾਉਣ ਵਾਲੀਆਂ ਲੇਡੀਜ਼ ਮਿਲ ਗਈਆਂ ਤੇ ਅਸੀਂ ਇੱਕ ਥਾਂ ਸਾਨੂੰ 3 ਮਹੀਨੇ ਪਹਿਲਾਂ ਬੁੱਕ ਕੀਤਾ ਹੋਇਆ ਸੀ ਜਾਗੋ ਲਈ। ਮੈਂ ਕਿਹਾ ਵੀ ਚਲੋ ਜਿਹੜੀਆਂ ਦੂਜੀਆਂ ਕੁੜੀਆਂ ਸੀ ਉਹ ਵਿਹਲੀਆਂ ਨਹੀਂ ਸੀ, ਮੈਂ ਕਿਹਾ ਹੁਣ ਆਪਾਂ ਨੂੰ ਉਧਰ ਬਈ ਕਰਾਰਨਾਮਾ ਹੋ ਗਿਆ ਆਪਣਾ ਤਾਂ। ਤੇ ਆਪਾਂ ਫਿਰ ਕੀ ਕੀਤਾ, ਉੱਥੋਂ ਲੇਡੀਜ਼ ਲਈਆਂ ਤੇ ਮੈਂ ਇੱਕ ਗਿੱਧਾ ਗਰੁੱਪ ਆਪਣਾ ਬਣਾਇਆ ਜੀ, ਸੁੰਦਰ ਲੇਡੀਜ਼ ਗਿੱਧਾ ਗਰੁੱਪ, ਉਹਦਾ ਨਾਂ ਰੱਖਿਆ ਜੀ। ਔਰ ਇਹਦੇ ਗਿੱਧਾ ਗਰੁੱਪ ਜਿਹੜਾ ਬਣਾਇਆ ਬੜਾ ਅੱਛਾ ਅਸੀਂ ਪਰਫਾਰਮ ਕੀਤਾ। ਇੱਕ ਤਾਂ ਗਏ ਉਹ ਅੱਗੇ 3 ਜਣਿਆਂ ਨੇ ਹੋਰ ਕਿਹਾ ਸਾਡੇ ਲਈ ਵੀ ਕਰਕੇ ਜਾਓ ਜੀ। ਤੇ ਇੰਨਾ ਅੱਛਾ ਜੰਗ ਬੱਚੀਆਂ ਔਰ ਮਿਡਲ ਏਜ ਦੀਆਂ ਤੇ 60 ਸਾਲ ਤੋਂ ਉੱਪਰ ਵੀ ਸੀਨੀਅਰ ਵੀ ਲਈਆਂ ਇਸ ਗਿੱਧੇ 'ਚ। ਔਰ ਇਸ ਗਿੱਧੇ ਦੀ ਇੱਕ ਵਿਲੱਖਣਤਾ ਇਹ ਹੈ ਗਰੁੱਪ ਸਾਡੇ ਦੀ ਕਿ ਇਹਦੇ ਵਿੱਚ ਮਾਵਾਂ ਧੀਆਂ ਵੀ ਗਿੱਧਾ ਪਾ ਰਹੀਆਂ,
ਨੌ ਸੱਸ ਵੀ ਗਿੱਧਾ ਪਾ ਰਹੀਆਂ, ਨੰਦ ਭਰਜਾਈ ਵੀ ਗਿੱਧਾ ਪਾ ਰਹੀਆਂ ਤੇ ਕੁੜਮਣੀਆਂ ਵੀ ਗਿੱਧਾ ਪਾ ਰਹੀਆਂ। ਇਹ ਇੱਕ ਗਿੱਧੇ ਦੇ ਗਰੁੱਪ ਨਹੀਂ ਹੈਗਾ, ਇੱਕ ਰਿਸ਼ਤਾ ਜਿਹੜਾ ਨਾ ਉਹਨੂੰ ਬੰਨ੍ਹਣ ਦੀ ਕੋਸ਼ਿਸ਼ ਕੀਤੀ ਕਿ ਪਿਆਰ ਦੇਖੋ ਆਪਸ ਵਿੱਚ ਹੈ ਨਾ, ਕਿੰਨਾ ਉਹ ਇੱਕ ਦੂਜੇ ਦੇ ਨਾਲ ਕਿੰਨੀ ਕਲੋਜ਼ਨੈਸ, ਕਿੰਨਾ ਇਕੱਠੇ ਹੋ ਕੇ ਸਾਰੇ ਆਪਣੇ ਮਨ ਦਾ ਉਹ ਕਰਦੇ ਹੈਗੇ ਨੇ। ਔਰ ਬੜਾ ਵਧੀਆ ਸਾਡਾ ਗਰੁੱਪ ਬਣਿਆ ਜੀ। ਔਰ ਕੁਦਰਤੀ ਬਸ ਗੱਲਾਂ ਬਾਤਾਂ 'ਚ ਹੀ ਬਣ ਗਿਆ ਜੀ। ਇੱਕ ਪਾਰਕ 'ਚ ਜਾਂਦਾ, ਇਹ ਵੀ ਬੜਾ ਵੱਡਾ ਹੋ ਗਿਆ ਸਹਿਜ ਸੁਭਾਈ, ਇੱਕ ਇੰਨਾ ਗਰੁੱਪ ਉਹ ਪਾਪੂਲਰ ਹੋ ਗਿਆ ਨਾ, ਸਾਨੂੰ ਫੋਨ ਆਉਂਦੇ ਆ ਜੀ ਤੁਸੀਂ ਸਾਡੇ ਪ੍ਰੋਗਰਾਮ ਕਰ ਸਕਦੇ ਹੋ। ਮੈਂ ਕਿਹਾ ਜੀ ਹਜੇ ਸ਼ੁਰੂਆਤ ਕੀਤੀ ਆ ਵੀ, ਬਾਕੀ ਜਿੱਦਾਂ ਜਿੱਦਾਂ ਸਮਾਂ ਬਣਦਾ ਉਹ, ਪਰ ਮੈਂ ਕਿਹਾ ਸੀ ਜੀ 3 ਮਹੀਨੇ ਤਾਂ ਅਸੀਂ ਰੌਣਕਾਂ ਲਾਵਾਂ ਕਰਾਂਗੇ ਗਰਮੀਆਂ ਦੇ ਵਿੱਚ, ਕਿਉਂਕਿ ਸਰਦੀਆਂ ਨੂੰ ਇੱਕ ਫਿਲਮ ਆ ਵੱਡੀ, ਉਹਦੇ 'ਚ ਵੀ ਮੇਰੀ ਸ਼ੂਟਿੰਗ ਆ ਔਰ ਜਾਣਾ ਆ ਤੇ ਬੜਾ ਚੰਗਾ ਲੱਗਦਾ ਸਾਰਿਆਂ ਨੂੰ। ਬਲਕਿ ਐਤਕਾ ਵੀ ਮੈਨੂੰ ਫਿਲਮ ਦਿਵਸ ਦੇ ਉੱਤੇ ਚੰਡੀਗੜ੍ਹ ਕਰਮਜੀਤ ਅਨਮੋਲ, ਗੁੱਗੂ ਗਿੱਲ ਜੀ, ਉਹਨਾਂ ਨੇ ਮਲਕੀਤ ਰੌਣੀ ਭਾਜੀ ਸੀਗੇ ਤੇ ਉਹਨਾਂ ਨੇ ਮੈਨੂੰ ਫਿਲਮ ਦਿਵਸ ਤੇ ਅਵਾਰਡ ਦਿੱਤਾ, ਸਨਮਾਨਿਤ ਕੀਤਾ ਤੇ ਮੈਂ ਬੜੇ, ਮੇਰੇ ਲਈ ਬੜੀ ਮਾਣ ਵਾਲੀ ਗੱਲ ਆ। ਤੇ ਬਾਕੀ ਮੈਂ ਆਪਣੇ ਸਨਮਾਨਾਂ ਦੀ ਤਾਂ ਗੱਲ ਨਹੀਂ ਕਰੂੰਗੀ ਕਿ ਮੇਰੀ ਔਕਾਤ ਤੋਂ ਵੀ ਵੱਧ ਲੋਕਾਂ ਨੇ ਮੈਨੂੰ ਪਿਆਰ ਦਿੱਤਾ, ਮੈਨੂੰ ਸਤਿਕਾਰ ਦਿੱਤਾ। ਮੈਂ ਪੈਸੇ ਭਾਵੇਂ ਨਹੀਂ 30-35 ਸਾਲਾਂ 'ਚ ਕੈਨੇਡਾ ਆ ਕੇ ਕਮਾਏ, ਪਰ ਮੈਂ ਇੱਜ਼ਤ ਬਹੁਤ ਕਮਾ ਲਈ। ਔਰ ਮੈਨੂੰ ਜਿੰਨੇ ਕੁ ਸਨਮਾਨ ਲੋਕਾਂ ਨੇ ਮੇਰੀ ਝੋਲੀ ਦੇ ਵਿੱਚ ਇੱਥੇ ਪਾਤੇ, ਤੇ ਮੈਨੂੰ ਲੱਗਦਾ ਕਿੰਨੇ ਕੁ ਸੂਟਕੇਸ ਮੈਂ ਭਰੇ ਹੋਣਗੇ ਉੱਥੇ ਇਹ ਪੰਜਾਬ ਦੇ ਵਿੱਚ, ਭਾਰਤ 'ਚ ਕਿ ਜਿੰਨੇ ਕੁ ਮੈਨੂੰ ਸਨਮਾਨ ਮਿਲੇ। ਜੇ ਮੈਂ ਅੱਜ ਉਹਨਾਂ ਦੀ ਗਿਣਤੀ ਕਰਨ ਲੱਗਾ ਤਾਂ ਪ੍ਰੋਗਰਾਮ ਤੇ ਬਹੁਤ ਛੋਟਾ ਹੋਊਗਾ। ਔਰ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਸਾਰਿਆਂ ਦੀ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ, ਸਾਰਿਆਂ ਦੀ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਮੈਨੂੰ ਇੰਨਾ ਮਾਣ, ਸਨਮਾਨ, ਇੱਜ਼ਤ ਦਿੱਤਾ, ਇੰਨਾ ਪਿਆਰ ਮਿਲਦਾ ਕਿ ਕਈ ਵਾਰੀ ਇੱਧਰ ਨੂੰ ਆਉਣਾ ਪੈਂਦਾ ਹੈ ਤੇ ਕਈ ਬਹੁਤ ਸਾਰੇ ਲੋਕ ਜਿਹੜੇ ਨੇ ਮਿਲਣ ਵਾਲੇ ਰਹਿ ਜਾਂਦੇ ਨੇ। ਸਾਡੀ ਬਾਕੀ ਵਿਸ਼ਵ ਪੰਜਾਬੀ ਸਭਾ ਦੀ ਮੈਂ ਵੂਮਨ ਵਿੰਗ ਦੀ ਪ੍ਰਧਾਨ ਹਾਂ। ਸਾਡੀ ਹੁਣ ਉੱਥੇ ਡਾਇਵਾਈ ਦੇ ਵਿੱਚ ਕਾਨਫਰੰਸ ਹੋ ਰਹੀ ਆ, ਇੱਕ ਆਪਣੇ ਪੰਜਾਬ ਭਵਨ ਸਰੀ ਵਾਲੇ ਕਰਾ ਰਹੇ ਨੇ ਅਕਤੂਬਰ 'ਚ, ਉੱਥੋਂ ਵੈਨਕੂਵਰ ਮੈਂ ਜਾ ਰਹੀ, ਦੁਬਈ ਤੋਂ ਸਿੱਧੀ ਦੋਨੇ ਕਾਨਫਰੰਸਾਂ ਹੁਣ ਆਪਣੀਆਂ ਅਟੈਂਡ ਕਰਕੇ ਤੇ ਫਿਰ ਮੈਂ ਵਾਪਸ ਆਊਂਗੀ ਜੀ। ਤੇ ਸੰਦੀਪ ਜੀ ਮੈਂ ਤੁਹਾਡੀ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਬਾਕੀ ਅਸੀਂ ਤੁਹਾਡੇ ਮੈਮ ਤੁਹਾਡੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਸ਼ੁਭ ਕਾਮਨਾ ਵੀ ਮੈਂ ਦਿੰਦੀ ਹਾਂ। ਔਰ ਪਰਮਾਤਮਾ ਤੁਹਾਨੂੰ ਹੋਰ ਢੇਰ ਸਾਰੀਆਂ ਖੁਸ਼ੀਆਂ ਦੇਵੇ, ਮੇਰੀਆਂ ਦਿਲੋਂ ਅਸੀਸਾਂ ਤੁਹਾਨੂੰ। ਤੇ ਪਰਮਾਤਮਾ ਇਸੇ ਤਰ੍ਹਾਂ ਹੀ ਹਰ ਵਾਰੀ ਮੈਂ ਤੁਹਾਨੂੰ ਦੇਖਾਂ ਮੈਸੇਜ ਪੰਜਾਬ ਹੈ ਨਾ, ਤੇ ਮਤਲਬ ਬਹੁਤ ਤੁਸੀਂ ਕਿੰਨੀ ਕੁ ਵਾਰੀ ਮੱਲਾ ਮਾਰਦੀ ਆ? ਮੱਲਾ ਬਹੁਤ, ਮੈਂ ਵੀ ਜੇ ਗੱਲ ਕਰਾਂ ਤੇ ਬਚਪਨ ਤੋਂ ਸ਼ੁਰੂਆਤ ਦੇ ਵਿੱਚ ਚੱਲਦੇ ਰਹੇ ਹਾਂ। ਤੇ ਮਿਸਿਸ ਪੰਜਾਬਨ ਜਿਹੜਾ ਤਾਂ ਹੁਣੀ ਵਿਨ ਕੀਤਾ, ਤੇ ਉਸ ਤੋਂ ਬਾਅਦ ਮਿਸਿਸ ਪੰਜਾਬਨ ਇੰਡੀਆ ਵਿਨ ਕੀਤਾ, ਦੈਨ ਸ਼ਾਹੀ ਮੁਟਿਆਰ, ਮਿਸ ਪੰਜਾਬ ਫਤਿਹਗੜ੍ਹ। ਅੱਛਾ ਜੀ, ਕਾਫੀ ਕੁਝ ਸੀ ਉਸ ਦੇ ਵਿੱਚ, ਤੇ ਤਾਂ ਇਸ ਮੁਕਾਮ ਤੱਕ ਪਹੁੰਚੇ ਤੇ ਕਿ ਅੱਜ ਤੁਹਾਨੂੰ ਮਿਲ ਸਕੇ, ਤੁਹਾਡੇ ਨਾਲ ਵਾਰਤਾਲਾਪ ਕਰ ਸਕੇ, ਰੂਬਰੂ ਹੋ ਸਕੇ। ਹਾਂ ਬਿਲਕੁਲ ਜੀ, ਬਿਲਕੁਲ। ਦੇਖੋ ਇਹ ਮੱਲਾ ਪਲਾਂਘਾਂ ਪੁੱਟੀਆਂ, ਕਿੰਨੀ ਮਿਹਨਤ ਕੀਤੀ, ਤੁਹਾਡੇ ਜਜ਼ਬੇ ਨੂੰ ਸਲਾਮ ਆ। ਮੈਨੂੰ ਲੱਗਦਾ ਕਿ ਤੁਹਾਨੂੰ ਦੇਖ ਕੇ ਹੋਰ ਕੁੜੀਆਂ ਵੀ ਕਿੰਨੀਆਂ, ਉਹਨਾਂ ਦਾ ਵੀ ਹੌਸਲੇ ਬੁਲੰਦ ਹੋਣਗੀਆਂ, ਉਹ ਵੀ ਚਾਹਣਗੀਆਂ ਕਿ ਅਸੀਂ ਘਰ ਤੋਂ ਬਾਹਰ ਨਿਕਲ ਗਏ। ਟੈਲੈਂਟ ਤਾਂ ਸਾਰੇ ਇੱਕ ਬੰਦੇ, ਕਲਾ ਤਾਂ ਛੁਪੀ ਆ ਹਰ ਇੱਕ ਦੇ ਅੰਦਰ ਆ, ਪਰ ਉਹ ਆ ਕਿ ਕੋਈ ਚਾਰ ਦੀਵਾਰੀ ਦੇ ਅੰਦਰ ਦਬ ਕੇ ਰਹਿ ਗਈਆਂ, ਕਈਆਂ ਨੇ ਬਾਹਰ ਕੱਢ ਲਈ ਹੈ ਨਾ। ਬਿਲਕੁਲ, ਅਸੀਂ ਤੁਹਾਨੂੰ ਦੇਖਦੇ ਹਾਂ ਤੇ ਤੁਹਾਡੇ ਵਰਗੀਆਂ ਔਰਤਾਂ ਹੀ ਸਾਡੇ ਲਈ ਸਮਾਜ ਦਾ ਦਰਪਣ ਨੇ ਤੇ ਸਾਨੂੰ ਮੋਟੀਵੇਟ ਕਰਦੇ ਨੇ। ਤੇ ਪਹਿਲੇ ਤੇ ਬਹੁਤ ਬਹੁਤ ਧੰਨਵਾਦੀ ਅਸੀਂ ਦਾ ਟੀਵੀ NRI ਤੁਹਾਡਾ ਕਰਦਾ ਹੈ ਕਿ ਤੁਸੀਂ ਅੱਜ ਆ ਕੇ ਸਾਡੀ ਆਡੀਅנס ਦੇ ਰੂਬਰੂ ਹੋਏ ਤੇ ਤੁਹਾਨੂੰ ਜਾਣਨ ਦਾ, ਪਹਿਚਾਨਣ ਦਾ, ਕਲਾ ਨੂੰ ਮਾਣਨ ਦਾ ਸਾਨੂੰ ਮੌਕਾ ਮਿਲਿਆ, ਤੇ ਉਸ ਦੇ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ। ਤੇ ਇਸ ਦੇ ਨਾਲ ਹੀ ਮੈਂ ਧੰਨਵਾਦ ਕਰਨਾ ਚਾਹਾਂਗੀ ਸਾਡੇ ਸਰੋਤਿਆਂ ਦਾ, ਸਾਡੀ ਆਡੀਅנס ਦਾ, ਕਿ ਤੁਸੀਂ ਸਾਡੇ ਨਾਲ ਜੁੜੇ ਰਹੇ ਤੇ ਇਸੇ ਵਿਚਾਰ ਚਰਚਾ ਨੂੰ ਅਸੀਂ ਅੱਗੇ ਵੀ ਕਾਇਮ ਰੱਖਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਦੁਬਾਰਾ ਫਿਰ ਅਸੀਂ ਸੁਰਿੰਦਰ ਮੈਮ ਜੀ ਨੂੰ ਮਿਲ ਸਕੀਏ, ਤੁਹਾਡੇ ਰੂਬਰੂ ਕਰੀਏ। ਧੰਨਵਾਦ ਜੀ। ਮੈਂ ਇੱਕ ਬਸ ਇਹੀ ਸੁਨੇਹਾ ਦੇਣਾ ਚਾਹੁੰਦੀ ਕਿ ਬਹੁਤ ਮੈਂ NRI TV ਦਾ ਧੰਨਵਾਦ ਕਰਦੀ ਹਾਂ, ਤੁਹਾਡਾ, ਪ੍ਰਦੀਪ ਜੀ ਦਾ, ਰਜਨੀ ਜੀ ਦਾ ਤੇ ਸਾਰੀ ਸਮੁੱਚੀ ਟੀਮ ਦਾ। ਮੈਂ ਤੁਹਾਨੂੰ ਇਹ ਕਿਹਾ ਸੀ ਕਿ ਮੈਂ ਤਾਂ ਇੰਟਰਵਿਊ ਆਪ ਹੀ ਲੋਕਾਂ ਦੀ ਕਰਦੀ, ਪਰ ਅੱਜ ਮੈਂ ਇੰਟਰਵਿਊ ਦੇ ਰਹੀ ਹਾਂ। ਤੇ ਬਹੁਤ ਬਹੁਤ ਸੰਦੀਪ ਜੀ ਤੁਹਾਡਾ ਧੰਨਵਾਦ, ਤੇ ਆਉਣ ਵਾਲੇ ਸਮੇਂ 'ਚ NRI TV ਨੂੰ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ, ਤੁਹਾਡੇ ਸੋਤੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।